तल्लीक। मैं आपको पहले बता दूं कि ये जो लेक्चर है इसमें हम पढ़ेंगे पंजाबी की जो सूफियाना शायरी है। इसे बेसिकली क्लासिकल पोइट्री भी कहते हैं या क्लासिक पोइट्री भी कहते हैं, ठीक है। और पंजाबी का सिलेबस मैंने सेग्रीगेट करके आप सब लोगों को बताया था कि पंजाबी का सिलेबस बेसिकली है क्या। और इसमें सेग्रीगेशन में ये चीज़ देखें, एक मिनट। अच्छा, पंजाबी का हमारा जो सिलेबस है वो मुश्तमिल है जदीद पोइट्री और क्लासिक पोइट्री पे, पोइट्री के वाले से, और इसमें कुछ लोक गीत हैं। ये तीन शायरी के पोर्शन है, और शायरी के पोर्शन में से पहले तो ये होता था क्वेश्चंस काफ़ी आ जाते थे। लेकिन अब जब एफपीएससी वाले पेपर बनाने वाले बंदे को पता चला ना कि लोग शायरी ही करते हैं और नसर का पोर्शन छोड़ देते हैं, तो उसने नसर पे फोकस कर लिया और शायरी में से एक दो क्वेश्चन देता है। लेकिन इसका कोई पता नहीं चलता, बड़ा इंपॉर्टेंट पोर्शन है, बड़ा इंपॉर्टेंट सेक्शन है, किसी भी टाइम वापस इस पे आ सकता है। और मेरा पढ़ाने का स्टाइल थोड़ा सा ये है कि जैसे ही मैं पढ़ाता हूँ मैं साथ में ये बताता हूँ कि पिछले पेपर में क्वेश्चन कैसा आया था और इस दफ़ा आने के इसके चांसेस हैं या नहीं है। और अल्हम्दुलिल्लाह 95% यही होता है जो मैं इसमें प्रेडिक्शन देता हूँ ना, अल्लाह पाक के हुक्म से, मेरा कोई कमाल नहीं, पेपर वैसा आ रहा होता है कि पेपर रिपीट हो जाता है। तो आप जिन लोगों ने 2024 वाला पेपर देना है, मैं उनसे बाद में डिस्कशन करता हूँ लेक्चर के बाद। तो इसमें पढ़ाने का ये स्टाइल है कि जैसे मैं आपको पढ़ाऊंगा आपने एक चीज़ मद्देनज़र रख लेनी है, साथ में अपनी जो है ना नोटबुक और पेन रखना है। और इसमें बिल्कुल कोई भी चीज़ मैं बताऊं तो आपने साथ में लिखते जाना। अच्छा, बाबा फरीदुद्दीन गंजशकर जो है ना वो पंजाबी शायरी में पहले हमारे क्लासिक पोइट हैं। क्लासिक की शायरी उसे कहते हैं। अगर अब मैं पंजाबी में आपको सारी चीज़ें डिफाइन करूंगा ताकि आप पंजाबी साथ में बोलना भी सीखें, एक्सेंट भी सीखें। अच्छा, पंजाबी जुबान च अगर कोई शायर पहला ते मालूम ते बाकायदा शायर सानू मिलिया है, ਉਹ ਬਾਬਾ ਫਰੀਦ, ਬਾਬਾ ਫਰੀਦੁद्दीन ਗੰਜ ਸ਼ਕਰ ਇਹਨਾਂ ਦਾ ਪੂਰਾ ਨਾਮ ਹੈ। ਠੀਕ ਹੈ, ਮਸੂਦ ਇਹਨਾਂ ਦਾ ओरिजिनल ਨਾਮ ਹੈ ਤੇ ਫਰੀਦੁद्दीन ਗੰਜ ਸ਼ਕਰ ਇਹਨਾਂ ਦਾ ਲਕਬ ਹੈ। ਠੀਕ ਹੈ, ਗੰਜ ਸ਼ਕਰ ਇਹਨਾਂ ਨੂੰ ਕਿਉਂ ਕਹਿੰਦੇ ਨੇ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ। ਇਹ ਪੰਜਾਬੀ ਦੇ ਪਹਿਲੇ ਬਾਕਾਇਦਾ ਮਾਲੂਮ ਸ਼ਾਇਰ ਨੇ। ਠੀਕ ਹੈ, ਪਹਿਲੇ ਬਾਕਾਇਦਾ ਮਾਲੂਮ ਸਿਰ ਕੱਢਵੇਂ। ਠੀਕ ਹੈ, ਜਿਹੜੀ ਵਰਡਿੰਗ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਇਹ ਪੈਨ ਹੱਥ 'ਚ ਰੱਖਣਾ, ਇਹ ਪੇਪਰ ਦੇ ਵਿੱਚ ਲਿਖੋਗੇ ਜ਼ਿਆਦਾ ਇਫੈਕਟਿਵ ਰਹੇਗੀ। ਠੀਕ ਹੈ, ਹੁਣ ਇਹਨਾਂ ਦੇ ਬਾਰੇ ਕੁਐਸਚਨ ਕੀ ਪੁੱਛਿਆ ਐਗਜ਼ਾਮੀਨਰ ਨੇ, ਇਹ ਵੇਖੋ। ਇਹ ਸਵਾਲ ਨੰਬਰ 2 ਤੋਂ ਮੁਰਾਦ ਹੈ, ਪਹਿਲਾ ਸਵਾਲ ਇਹਦੇ ਵਿੱਚ ਮਰੂਜ਼ੀ ਦਾ ਹੁੰਦਾ ਹੈ, ਮਰੂਜ਼ੀ 20 ਨੰਬਰ ਦਾ ਕੁਐਸਚਨ ਹੁੰਦਾ ਹੈ। ਇਹ ਪੇਪਰ ਜਿਹੜਾ ਤੁਹਾਡਾ ਸੀਐਸਐਸ ਤੋਂ ਸ਼ੁਰੂ ਹੋ ਰਿਹਾ ਹੁੰਦਾ ਉਹਦੇ 'ਚ ਜਿਹੜਾ ਸਬਜੈਕਟਿਵ ਕੁਐਸਚਨ ਹੈ ਉਹਨੂੰ ਪਹਿਲੇ ਕੁਐਸਚਨ ਨੂੰ ਸਵਾਲ ਨੰਬਰ 2 ਆਖਿਆ ਜਾਂਦਾ ਹੈ। ਅੱਛਾ, ਕੁਐਸਚਨ ਇਹ ਪੁੱਛਿਆ ਸੀ ਬਾਬਾ ਫਰੀਦੁद्दीन ਗੰਜਸ਼ਕਰ ਨੇ ਅਖਲਾਕਿਆਤ ਨੂੰ ਇਨਸਾਨੀ ਜੀਵਨ ਦੀ ਕੁੰਜੀ ਕਰਾਰ ਦਿੱਤਾ ਹੈ, ਖੁੱਲ ਕੇ ਬਿਆਨ ਕਰੋ। ਠੀਕ ਹੈ। अच्छा, बाबा फरीद गंज शकर ਇਹ ਪੂਰਾ ਨਾਮ ਹੈ। ਅਖਲਾਕਿਆਤ ਨੂੰ ਇਨਸਾਨੀ ਜੀਵਨ ਦੀ ਕੁੰਜੀ ਕਰਾਰ ਦਿੱਤਾ ਹੈ, ਖੁੱਲ ਕੇ ਬਿਆਨ ਕਰੋ। ਅੱਛਾ, ਕੁਐਸਚਨ ਅਗਰ ਇਸ ਤਰ੍ਹਾਂ ਪੁੱਛਿਆ ਗਿਆ ਹੋਏ ਖੁੱਲ ਕੇ ਬਿਆਨ ਕਰੋ, ਤੁਸੀਂ ਕੰਪਲੀਟ ਡਿਟੇਲ ਦੇ ਨਾਲ ਸਵਾਲ ਲਿਖਣਾ ਹੈ। ਤੁਸੀਂ ਜਿੰਨਾ ਵੀ ਲਿਖ ਸਕਦੇ ਹੋ ਮੈਕਸਿਮਮ। ਖੁੱਲ ਕੇ ਬਿਆਨ ਕਰੋ, ਖੁੱਲ ਕੇ ਰੋਸ਼ਨੀ ਪਾਓ, ਖੁੱਲ ਕੇ ਵੇਰਵਾ ਕਰੋ, ਖੁੱਲ ਕੇ ਜਾਇਜ਼ਾ ਲਵੋ, ਇਹ ਸਾਰੇ ਇੱਕੋ ਚੀਜ਼ਾਂ ਨੇ। ਅੱਛਾ, ਇਹਦੇ ਵਿੱਚ ਤੁਸੀਂ ਇਹਨਾਂ ਦਾ ਇੰਟਰੋਡਕਸ਼ਨ ਲਿਖੋਗੇ ਪਹਿਲਾਂ, ਫਿਰ ਬਾਬਾ ਜੀ ਨੇ ਲਿਖਿਆ ਕੀ ਇਹ, ਇਹਨਾਂ ਦਾ ਫਨ ਕੀ ਸੀ, ਸ਼ਲੂਕ ਲਿਖੇ ਨੇ, ਤੇ ਇਹਨਾਂ ਦਾ ਮੈਸੇਜ ਕੀ ਸੀ, ਇਹਨਾਂ ਦੀ ਫਿਕਰ ਕੀ ਸੀ, ਇਹ ਸਾਰੀਆਂ ਚੀਜ਼ਾਂ ਅਸੀਂ ਲਿਖਾਂਗੇ। ਇਹਨਾਂ ਦੀ ਸ਼ਾਇਰੀ ਵੀ ਲਿਖਾਂਗੇ। ਸ਼ਾਇਰੀ ਦੇ ਵਿੱਚ ਸਾਡਾ ਮੇਜਰ ਫੋਕਸ ਹੋਏਗਾ ਇਖਲਾਕਿਆਤ। ਜੀਵਨ ਆਂਦੇ ਨੇ ਜ਼ਿੰਦਗੀ, ਕੁੰਜੀ ਆਂਦੇ ਨੇ ਚਾਬੀ ਨੂੰ। ਮਤਲਬ ਇਨਸਾਨ ਦੇ ਜ਼ਿੰਦਗੀ ਦੀ ਜਿਹੜੀ ਚਾਬੀ ਹੈ, ਇਨਸਾਨ ਦੀ ਕਾਮਯਾਬੀ ਦੀ ਕੁੰਜੀ, ਜਿਵੇਂ ਆਂਦੇ ਨੇ ਨਮਾਜ਼ ਕਾਮਯਾਬੀ ਦੀ ਕੁੰਜੀ ਹੈ, ਉਹਨੇ ਕਿਹਾ ਇਖਲਾਕਿਆਤ ਇਨਸਾਨੀ ਜ਼ਿੰਦਗੀ ਦੀ ਚਾਬੀ ਹੈ। ਇਨਸਾਨੀ ਜ਼ਿੰਦਗੀ ਦੀ ਚਾਬੀ ਉਹ ਹੁੰਦੀ ਜਿਹਦੇ ਨਾਲ ਕਿਸੇ ਚੀਜ਼ ਦਾ ਰਾਜ਼ ਖੋਲੀਦਾ। ਜਿਵੇਂ ਤਾਲਾ ਖੋਲੀਦਾ ਨਾ ਚਾਬੀ ਦੇ ਨਾਲ, ਕੋਈ ਚੀਜ਼ ਛੁਪੀ ਹੋਈ, ਤਾਲੇ ਦੇ ਅੰਦਰ ਕੋਈ ਚੀਜ਼ ਛੁਪੀ ਹੁੰਦੀ ਤੇ ਅਸੀਂ ਖੋਲਨੇ ਆ। ਇੱਥੇ ਕੁੰਜੀ ਤੋਂ ਮੁਰਾਦ ਹੋਵੇ ਇਖਲਾਕਿਆਤ। ਇਨਸਾਨ ਜਦੋਂ ਬੋਲਦਾ ਹੈ ਤੇ ਉਹ ਦੱਸਦਾ ਹੈ ਕਿ ਮੇਰਾ ਅੰਦਰ ਕੀ ਹੈ, ਮੈਂ ਹੈ ਕੀ ਚੀਜ਼ ਹਾਂ, ਮੈਂ ਕਿੰਨੇ ਜੋਗਾ ਵਾਂ। ਹਰ ਇਨਸਾਨ ਆਪਣੀ ਜ਼ੁਬਾਨ ਦੇ ਥੱਲੇ ਛੁਪਿਆ ਹੋਇਆ। ਠੀਕ ਹੈ ਨਾ, ਇਹ ਹੀ ਇਖਲਾਕਿਆਤ ਨੂੰ ਇਨਸਾਨੀ ਜੀਵਨ ਦੀ ਕੁੰਜੀ ਬਾਬਾ ਜੀ ਨੇ ਗੱਲ ਕੀਤੀ। ਅੱਛਾ, ਜਿਹੜਾ ਮੈਂ ਇਹ ਵਾਲਾ ਕੁਐਸਚਨ ਹੈ ਤੁਸੀਂ ਇਹ ਪੈਟਰਨ ਫੋਲੋ ਨਹੀਂ ਕਰਨਾ।
ਇਹ ਪੈਟਰਨ ਸਿਰਫ ਮੈਂ ਪਹਿਲਾ ਕੁਐਸਚਨ ਬੱਚਿਆਂ ਨੂੰ ਦੱਸਣਾ ਹੋਣਾ, ਡਿਟੇਲ ਇਸ ਤਰ੍ਹਾਂ ਵੀ ਲਿਖੀ ਜਾ ਸਕਦੀ। ਲੇਕਿਨ ਜਿਹੜਾ ਪੈਟਰਨ ਨਾਲ ਮੈਂ ਤੁਹਾਨੂੰ ਨੈਕਸਟ ਕੁਐਸਚਨ ਕਰਾਵਾਂਗਾ, ਤੁਸੀਂ ਉਹ ਪੈਟਰਨ ਫੋਲੋ ਕਰਨਾ ਹੈ। ਇਹਦੇ ਨਾਲ ਸਿਰਫ ਤੁਸੀਂ ਇਲਮ ਲੈਣਾ ਤੇ ਇਹਨੂੰ ਇੱਕ ਪੈਰਾ ਦੀ ਫਾਰਮ ਵਿੱਚ ਇੰਟਰੋਡਕਸ਼ਨ ਲਿਖਣਾ ਹੈ। ਅੱਛਾ, ਸਭ ਤੋਂ ਪਹਿਲਾਂ ਅਸੀਂ ਕੁਐਸਚਨ ਸ਼ੁਰੂ ਕਰਾਂਗੇ ਬਾਬਾ ਫਰੀਦ ਦੀ ਹਯਾਤੀ ਤੇ ਇੱਕ ਜਾਤ, ਇਸ ਤਰ੍ਹਾਂ ਨਹੀਂ ਸ਼ੁਰੂ ਕਰਾਂਗੇ। ਇੱਥੇ ਲਿਖੋਗੇ ਤਾਰੁਫ, ਠੀਕ ਹੈ। ਤੁਹਾਡਾ ਪਹਿਲਾ ਹੈਡਿੰਗ ਹੋਏਗੀ ਤਾਰੁਫ, ਇਹ ਨਾਲ ਨੋਟ ਕਰਦੇ ਜਾਣਾ ਕਾਈਂਡਲੀ, ਠੀਕ ਹੋ ਗਿਆ। ਇਹ ਤੁਹਾਡਾ ਤਾਰੁਫ। ਤਾਰੁਫ ਦੇ ਵਿੱਚ ਸਾਨੂੰ ਨਾ ਇਹ ਹਸਬ ਨਸਬ ਇਹ ਸਾਰੀ ਚੀਜ਼ਾਂ ਲਿਖਣ ਦੀ ਜ਼ਰੂਰਤ ਐਸ ਸੱਚ ਬਹੁਤ ਜ਼ਿਆਦਾ ਨਹੀਂ ਹੁੰਦੀ। ਸਭ ਤੋਂ ਪਹਿਲਾਂ ਤੁਸੀਂ ਲਿਖਣਾ ਹੈ ਕਿ ਜਿਹੜੇ ਬਾਬਾ ਫਰੀਦੁੱਦੀਨ ਗੰਜ ਸ਼ਕਰੂਰੀ ਜਿਹੜੇ ਨੇ, ਉਹ ਪੰਜਾਬੀ ਜ਼ੁਬਾਨ ਦੇ ਪਹਿਲੇ ਮਾਲੂਮ, ਬਾਕਾਇਦਾ, ਉੱਚੇ, ਸੁੱਚੇ, ਸੁਚੱਜੇ ਤੇ ਸਿਰ ਕੱਢਵੇਂ ਸ਼ਾਇਰ ਨੇ। ਇਹ ਫਿਕਰਾ ਤੁਸੀਂ ਲਿਖਣਾ ਹੈ ਇਹਨਾਂ ਵਾਸਤੇ ਸਿਰਫ। ਬਾਕੀ ਮੈਂ ਤੁਹਾਨੂੰ ਦੱਸ ਦਿਆਂਗਾ, ਇੱਕ ਇੰਟਰੋਡਕਸ਼ਨ ਮੈਂ ਤੁਹਾਨੂੰ ਇਸ ਤਰ੍ਹਾਂ ਦਾ ਬਣਾ ਕੇ ਦਿਆਂਗਾ ਜਿਹੜਾ ਚਾਰੇ ਸ਼ਾਇਰਾਂ ਦੇ ਉੱਤੇ ਫਿੱਟ ਆਏਗਾ, ਠੀਕ ਹੈ। ਬਾਬਾ ਫਰੀਦੁੱਦੀਨ ਗੰਜ ਸ਼ਕਰ ਪੰਜਾਬੀ ਜ਼ੁਬਾਨ ਦੇ ਪਹਿਲੇ ਮਾਲੂਮ, ਬਾਕਾਇਦਾ, ਉੱਚੇ, ਸੁੱਚੇ, ਸੁਚੱਜੇ, ਸਿਰ ਕੱਢਵੇਂ, ਮੋਤਬਰ ਸ਼ਾਇਰ ਨੇ, ਠੀਕ ਹੈ। ਜਿਨ੍ਹਾਂ ਪੰਜਾਬੀ ਅੰਦਰ ਸ਼ਾਇਰੀ ਦੀ ਬੁਨਿਆਦ ਰੱਖੀ ਹੈ, ਸ਼ਾਇਰੀ ਦਾ ਮੁੱਢ ਬਣਿਆ। ਇਹ ਗੱਲ ਹੋਏਗੀ ਤੁਹਾਡੀ, ਠੀਕ ਹੈ ਜੀ। ਅਸਲ ਹੁਣ ਇਹ ਜਿਹੜਾ ਹਸਬ ਨਸਬ ਹੈ ਇਹ ਸਾਡਾ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ, ਸਾਨੂੰ ਕੁਐਸਚਨ ਵਿੱਚ ਡਿਮਾਂਡ ਨਹੀਂ। ਜਦੋਂ ਉਹਨੇ ਕਿਹਾ ਖੁੱਲ ਕੇ ਲਿਖੋ ਤੇ ਤੁਸੀਂ ਖੁੱਲ ਕੇ ਤਮਾਮ ਚੀਜ਼ਾਂ ਲਿਖਣ ਦੇ ਮੁਜਾਜ਼ ਹੋ, ਲਿਖ ਸਕਦੇ ਹੋ। ਅੱਛਾ, ਇਹਦੇ ਵਿੱਚ ਹਸਬ ਨਸਬ ਵਿੱਚ ਤੁਸੀਂ ਦੋ ਤਿੰਨ ਗੱਲਾਂ ਯਾਦ ਰੱਖਣੀਆਂ ਨੇ। ਬਾਬਾ ਜੀ ਦਾ ਇੱਕ ਤੇ ਅਸਲ ਨਾਂ ਲਿਖ ਦੇਣਾ ਮਸੂਦ, ਇਹ ਮਰੂਜ਼ੀ ਪੁਆਇੰਟ ਆਫ View ਦੇ ਨਾਲ। ਜਿਹੜੀ ਚੀਜ਼ ਮੈਂ ਤੁਹਾਨੂੰ ਕਹਾ ਨਾ ਆਬਜੈਕਟਿਵ ਪੁਆਇੰਟ ਆਫ View ਦੇ ਨਾਲ ਇੰਪੋਰਟੈਂਟ ਹੈ, ਉਹ ਤੁਸੀਂ ਲਾਜ਼ਮਨ ਨੋਟ ਕਰਨੀ ਹੈ। ਉਹਦੀ ਰੀਜ਼ਨ ਹੈ ਵੇ ਬੇਟਾ ਕਿ ਇਹ ਮਰੂਜ਼ੀ ਜਿਹੜੀ 2016 ਤੋਂ 2023 ਤੱਕ, ਈਵਨ ਕਿ ਸਪੈਸ਼ਲ ਪੇਪਰ ਜਿਹੜੇ ਹੋਏ ਨੇ 2023 ਦੇ, ਉਹਨਾਂ ਦੀ ਮਰੂਜ਼ੀ ਵੀ ਜਿਹੜੇ ਬੱਚਿਆਂ ਕੋਲ ਨਹੀਂ ਹੈ, ਉਹ ਸਾਰੀ ਦੀ ਸਾਰੀ ਮਰੂਜ਼ੀ ਮੈਂ ਤੁਹਾਨੂੰ ਇਹਦੇ ਵਿੱਚੋਂ ਵੀ ਕਰਵਾ ਦਿਆਂਗਾ, ਕਿਉਂਕਿ ਮੈਂ ਉਹ ਸਾਰੀ ਮਰੂਜ਼ੀ ਵੇਖੀ ਹੈ। ਉਹਦੇ ਜਿਹੜੇ ਕੁਐਸਚਨ ਰਿਪੀਟ ਹੋਣਗੇ ਮੈਂ ਤੁਹਾਨੂੰ ਨਾਲ ਨਾਲ ਦੱਸਦਾ ਰਵਾਂਗਾ। ਲੇਕਿਨ ਉਸ ਤੋਂ ਪਹਿਲਾਂ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਕਿ ਜਿਹੜੀ ਮਰੂਜ਼ੀ, ਉਹਦਾ ਇੱਕ ਲੈਕਚਰ ਅਲੱਗਾ ਵੀ ਹੋਏਗਾ ਐਂਡ ਤੇ। ਇਹਦਾ ਅਸਲ ਨਾਮ ਪੁੱਛਦੇ ਨੇ ਬਾਬਾ ਜੀ ਦਾ, ਇਹਨਾਂ ਦਾ ਅਸਲ ਨਾਮ ਮਸੂਦ ਹੈ ਤੇ ਇਹਨਾਂ ਦਾ ਲਕਬ ਪੁੱਛਦੇ ਹੁੰਦੇ ਨੇ ਫਰੀਦੁੱਦੀਨ। ਮੈਂ ਤੁਹਾਨੂੰ ਕੱਲ ਦੱਸਿਆ ਸੀ ਟੇਬਲ ਦੇ ਵਿੱਚ, ਸਾਲ 1188 ਹੈ, ਕੋਈ ਕਨਫਰਮ ਡੇਟ ਆਫ ਬਰਥ ਨਹੀਂ, ਠੀਕ ਹੈ। ਇਹ ਵੀ ਨਹੀਂ ਪੁੱਛਦੇ ਕਿੱਥੇ ਪੈਦਾ ਹੋਏ। ਇਹਨਾਂ ਦੇ ਵਾਲਦ ਦਾ ਨਾਮ ਜਮਾਲੁਦੀਨ ਸੁਲਮਾਨ ਬਿਨ ਸ਼ੁਐਬ ਕਾਜ਼ੀ ਸੀ। ਤੁਹਾਡੇ ਕੋਲ ਐਡੀਸ਼ਨਲ ਨੌਲੇਜ ਹੈ, ਤੁਸੀਂ ਇਹਨੂੰ ਲਿਖਣਾ ਚਾਹੋ ਤੇ ਵੈਲ ਐਂਡ ਗੁੱਡ, ਲੇਕਿਨ ਇਹ ਅਸੀਂ ਇਸ ਸਾਈਡ ਤੇ ਜਾਵਾਂਗੇ ਨਹੀਂ। ਮੈਂ ਸਿਰਫ ਤੁਹਾਨੂੰ ਦੱਸ ਰਿਹਾ, ਅਸੀਂ ਜਦੋਂ ਇੰਟਰੋਡਕਸ਼ਨ ਬਣਾਵਾਂਗੇ, ਇੰਟਰੋਡਕਸ਼ਨ ਦੇ ਵਿੱਚ ਲਿਖਾਂਗੇ, ਮੈਂ ਤੁਹਾਨੂੰ ਲਿਖ ਕੇ ਕੱਲ ਜਿਹੜਾ ਇੰਟਰੋਡਕਸ਼ਨ ਪ੍ਰੋਵਾਈਡ ਕਰਾਂਗਾ ਉਹ ਹੋਏਗਾ ਬਾਬਾ ਫਰੀਦ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਹਿਲੇ ਮਾਲੂਮ, ਬਕਾਇਦਾ, ਮੋਤਬਰ ਵਗੈਰਾ ਵਗੈਰਾ ਸ਼ਾਇਰ ਨੇ। ਇਹਨਾਂ ਸ਼ਲੂਕ ਲਿਖੇ ਨੇ ਪੰਜਾਬੀ ਜ਼ੁਬਾਨ ਦੇ ਅੰਦਰ, ਜਿਹੜੀ ਸ਼ਾਇਰੀ ਕੀਤੀ ਹੈ ਪਹਿਲੇ ਸ਼ਾਇਰ ਨੇ। ਇਹਨਾਂ ਸ਼ਲੂਕ ਦੀ ਫਾਰਮ ਵਿੱਚ ਸ਼ਾਇਰੀ ਕੀਤੀ ਹੈ, ਠੀਕ ਹੈ ਨਾ। ਸ਼ਲੂਕ ਦੇ ਵਿੱਚ ਉਹਨਾਂ ਕੀ ਪੈਗਾਮ ਦਿੱਤਾ ਹੈ, ਤੁਸੀਂ ਕੁਐਸਚਨ ਨਾਲ ਵਾਪਸ ਟੁਰ ਜਾਣਾ। ਉਹਨਾਂ ਜ਼ਿਆਦਾ ਜ਼ੋਰ ਦਿੱਤਾ ਹੈ ਅਖਲਾਕਿਆਤ ਤੇ। ਤੁਸੀਂ ਜੋ ਕੁਐਸਚਨ ਵਿੱਚ ਪੁੱਛਿਆ ਆਪਣੇ ਇੰਟਰੋਡਕਸ਼ਨ ਦੇ ਵਿੱਚ, ਉਹ ਚੀਜ਼ ਖੋਲ ਕੇ ਬਿਆਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਅਖਲਾਕਿਆਤ ਤੇ ਜ਼ੋਰ ਦਿੱਤਾ ਹੈ, ਉਹਨਾਂ ਅਖਲਾਕਿਆਤ ਨੂੰ ਇਨਸਾਨ ਦੇ ਜੀਵਨ ਦੀ ਕੁੰਜੀ ਕਰਾਰ ਦਿੱਤਾ ਹੈ, ਇਨਸਾਨ ਦੀ ਕਾਮਯਾਬੀ ਦਾ ਮਕਸਦ ਕਰਾਰ ਦਿੱਤਾ ਹੈ। ਇੱਕ ਆਲਾ ਅਖਲਾਕਿਆਤ ਦਾ ਮਾਲਿਕ ਹੀ ਇਨਸਾਨ ਜਿਹੜਾ ਨਾ ਉਹ ਜ਼ਿੰਦਗੀ 'ਚ ਕਾਮਯਾਬੋ ਕਾਮਰਾਨ ਹੋ ਸਕਦਾ ਹੈ। ਮਤਲਬ ਉਹਨਾਂ ਆਖਿਆ ਜੀ ਜਿਹੜਾ ਅੱਛੇ ਅਖਲਾਕ ਦਾ ਮਾਲਿਕ ਹੈ, ਹਮੀਦਾ ਅਖਲਾਕ ਦਾ ਮਾਲਿਕ ਹੈ, ਜਿਹੜੇ ਆਲਾ ਪਾਏ ਦੇ ਅਖਲਾਕ ਦਾ ਮਾਲਿਕ ਹੈ, ਉਹ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੋ ਕਾਮਰਾਨ ਹੈ। ਤੇ ਇਹਨਾਂ ਦੇ ਸ਼ਲੂਕ ਵਗੈਰਾ ਵਗੈਰਾ ਨੇ, ਉਹ ਸ਼ਲੂਕ ਦੀ ਡੈਫੀਨੇਸ਼ਨ ਕਰਾਂਗੇ। ਫਿਰ ਉਸ ਤੋਂ ਇਲਾਵਾ ਐਡੀਸ਼ਨਲ ਨੌਲੇਜ ਅਗਰ ਤੁਸੀਂ ਦੇਣਾ, ਫਿਰ ਉਹਦੇ ਵਿੱਚ ਤੁਸੀਂ ਆ ਲਿਖਣਾ ਹੈ ਇਹਨਾਂ ਦਾ ਅਸਲ ਨਾਮ ਮਸੂਦ ਸੀ, ਠੀਕ ਹੈ। ਅਸਲ ਨਾਮ ਮਸੂਦ ਤੇ ਲਕਬ ਫਰੀਦੁੱਦੀਨ ਸੀ। ਤੇ ਇਹ ਪਿੰਡ ਕੋਠੇਵਾਲ ਮੁਲਤਾਨ ਵਗੈਰਾ ਲਿਖਣ ਦੀ ਜ਼ਰੂਰਤ ਨਹੀਂ, ਅਗਰ ਤੁਸੀਂ ਲਿਖਣਾ ਚਾਹੋ ਤਾਂ ਵੈਲ ਐਂਡ ਗੁੱਡ। ਇਹਨਾਂ ਦੀ ਪੀੜ੍ਹੀ ਹਜ਼ਰਤ ਉਮਰ ਫਰੂਕ ਰਜ਼ੀ ਅੱਲਾਹ ਤਾਲਾ ਅਨਹੁ ਨਾਲ ਮਿਲਦੀ ਸੀ। ਤਲੀਮ ਤੇ ਤਸਵੁਫ ਦੀ ਅਗਰ ਗੱਲ ਕਰੀਏ, ਇਹ ਵੇਖੋ ਇੱਥੇ ਇਹਨਾਂ ਦਾ ਅਹਿਮ ਰੂਦੀ ਦਾ ਕੁਐਸਚਨ ਹੈ। ਇਹਨਾਂ ਆਪਣੀ ਐਡੀਸ਼ਨਲ ਜਿਹੜੀ ਇਨੀਸ਼ੀਅਲ ਐਜੂਕੇਸ਼ਨ ਸੀ, ਉਹ ਵਾਲਿਦਾ ਮੁਹਤਰਮਾ ਕੁਰਸਮ ਬੀਬੀ, ਇਹਨੂੰ ਮੁੱਢਲੀ ਤਲੀਮ ਵੀ ਆਂਦੇ ਨੇ। ਇਹ ਤੁਹਾਨੂੰ ਇਮਲਾ ਵੀ ਨਾਲ ਨਾਲ ਮੈਂ ਦੱਸਾਂਗਾ, ਤੁਸੀਂ ਇਮਲਾ ਨੂੰ ਬੜੇ ਧਿਆਨ ਨਾਲ ਜ਼ਿਹਨ ਵਿੱਚ ਰੱਖਣਾ ਹੈ। ਜਿਹੜੀ ਇਹ ਹੁੰਦੀ ਨਾ ਮੁੱਢਲੀ, ਇਹਨੂੰ ਆਂਦੇ ਨੇ ਸ਼ੁਰੂ ਵਾਲੀ, ਠੀਕ ਹੈ ਨਾ, ਸਟਾਰਟ ਵਾਲੀ, ਪਿਛੋਕੜ ਜਿਹੜਾ ਹੁੰਦਾ ਹੈ, ਬਿਲਕੁਲ। ਤਲੀਮ ਆਪਣੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਨਾਲ ਨਾਲ ਦੱਸਦਾ ਜਾਵਾਂਗਾ, ਉਰਦੂ ਦੇ ਨਾਲ ਤੁਹਾਡੀ ਇਮਲਾ ਦੀ ਸਿਮਿਲੈਰਿਟੀ ਤੁਸੀਂ ਇਹ ਵੀ ਜ਼ਿਹਨ ਵਿੱਚ ਰੱਖਣਾ ਹੈ। ਮੁੱਢਲੀ, ਸ਼ੁਰੂ ਵਾਲੀ, ਜਿਹੜੀ ਸਟਾਰਟ ਵਾਲੀ ਇਨੀਸ਼ੀਅਲ, ਠੀਕ ਹੈ ਨਾ, अर्ਲੀ ਐਜੂਕੇਸ਼ਨ, ਤਲੀਮ ਆਪਣੀ ਵਾਲਿਦਾ, ਇਹ ਸਾਰੇ ਅਸੀਂ ਉਰਦੂ ਵਿੱਚ ਲਫ਼ਜ਼ ਲਿਖਨੇ ਆ। ਕੁਰਸਮ ਬੀਬੀ ਕੋਲੋਂ, ਇਹ ਵੇ ਕਾਹਵਾ ਕੋ ਕਿਆਹਵਾ ਕੋ ਲਾਵਾ ਲੋ ਨੂਨ ਗੁਨਾ, ਕੋਲੋਂ ਹਾਸਲ ਕੀਤੀ, ਕਾਫ ਇਹ ਤੇ ਛੋਟੀਆਂ, ਠੀਕ ਹੈ। ਅੱਛਾ, ਇਹ ਵੇਖੋ ਮਨਹਾਜੁਦੀਨ ਤਰਿਮਜ਼ੀ ਜਿਹੜੇ ਨੇ, ਇਹਨਾਂ ਨੂੰ ਰਿਲੀਜੀਅਸ ਐਜੂਕੇਸ਼ਨ ਦਿੱਤੀ। ਤੇ ख्वाजा बख्तियार काकी ਦਾ ਕੁਐਸਚਨ ਪੁੱਛਦਾ, ਇਹਨਾਂ ਦੇ ਮੁਰਸ਼ਦ ਨੇ, ਠੀਕ ਹੈ।
मुर्शद मन के, ठीक है, उन्हां दी बैत कर ली। ए देखो अलिफ वाओ हे वे, ए नून अलिफ ना ते अगे है नून गुन्ना, उन्हां दी बैत कीती ते सिलसिला चिश्तिया विच शामिल हो गए। सिर्फ इको ही क्लासिकल पोइट ने जिन्हां दे सिलसिले दे बारे दस्सिया गया, तुसी याद रख लो, माइट भी कदी पुछ लवे, कदी पुछया नहीं उन्हें। अच्छा एक गल होर याद रखना, क्लासिक की शायरी ਉਹ ਹੁੰਦੀ ਹੈ ਜਿਹੜੀ ਇੱਕ ਦੌਰ ਵਿੱਚ ਕੀਤੀ ਗਈ ਹੋਵੇ ਤੇ ਆਉਣ ਵਾਲੇ ਹਰ ਦੌਰ ਦੇ ਉੱਤੇ ਯੂਨੀਵਰਸਲੀ ਐਕਸੈਪਟੇਬਲ ਹੋਵੇ ਤੇ ਲਾਗੂ ਹੋਵੇ ਤੇ ਲੋਕ ਉਹਦੇ ਤੋਂ ਹਰ ਦੌਰ ਦੇ ਵਿੱਚ ਫਾਇਦਾ ਲੈ ਰਹੇ ਹੋਣ ਤੇ ਲੋਕ ਉਹ ਤੋਂ ਮੁਤਾਸਰ ਹੋ ਰਹੇ ਹੋਣ, ਲੋਕਾਂ ਨੂੰ ਇਫੈਕਟ ਕਰ ਰਹੀ ਹੋਏ ਤੇ ਇਨਫਲੂਐਂਸ ਕਰ ਰਹੀ ਹੋਏ, ਇਹ ਸਾਰੀ ਚੀਜ਼ ਹੈ। ਠੀਕ ਹੈ ਜੀ। ਅੱਛਾ ਇਹਨਾਂ ਦੀਆਂ ਆਦਤਾਂ ਹਸਲਤਾਂ ਤੁਸੀਂ ਉਸੇ ਇੰਟਰੋਡਕਸ਼ਨ ਦੇ ਪੈਰੇ ਚ ਪਾ ਦੇਣੀਆਂ ਨੇ, ਇੰਨੀ ਹੈਡਿੰਗ ਬਣਾਓਗੇ ਤੇ ਤੁਸੀਂ ਬੋਰ ਹੋ ਜਾਓਗੇ, ਐਗਜ਼ਾਮੀਨਰ ਵੀ ਸ਼ਾਇਦ ਤੁਹਾਨੂੰ ਆਖੇ ਕਿ ਯਾਰ ਇਹਨੇ ਕੀ ਕਰ ਦਿੱਤਾ, ਡਿਸਲਾਈਕ ਕਰੇਗਾ। ਇਹਨਾਂ ਦੀ ਆਦਾਤ ਬੜੀਆਂ ਸਾਦਾ, ਇਹ ਉੱਚੇ ਅਖਲਾਕ ਦੇ ਮਾਲਿਕ ਸਨ। ਇਹ ਜਗ੍ਹਾ ਜਗ੍ਹਾ ਤੇ ਤੁਹਾਨੂੰ ਦੱਸਣਾ ਹੈ ਕਿਉਂਕਿ ਉੱਚਾ ਅਖਲਾਕ ਦਾ ਮਾਲਿਕ ਬੰਦਾ ਹੀ ਅਖਲਾਕੀਆਤ ਦਾ ਦਰਸ ਦਿੰਦਾ। ਜ਼ਾਹਦ ਸਨ, ਇਬਾਦਤ ਗੁਜ਼ਾਰ, ਪਰਹੇਜ਼ਗਾਰ ਸਨ, ਜ਼ੁਬਾਨ ਦੇ ਬੜੇ ਮਿੱਠੇ ਤੇ ਅੰਦਰੋਂ ਬਾਹਰੋਂ ਹਿੱਕੇ ਜੈ ਇੱਕੋ ਜੈ। ਠੀਕ ਹੈ, ਇਹ ਇਹਨਾਂ ਦੀਆਂ ਆਦਤਾਂ ਤੇ ਖਸਲਤਾਂ, ਇਹ ਚੀਜ਼ਾਂ ਤੁਸੀਂ ਨੋਟ ਕਰੋ, ਲੇਕਿਨ ਮੈਂ ਤੁਹਾਨੂੰ ਇੱਕ ਸਿੰਪਲ ਇਹਦਾ ਇੰਟਰੋਡਕਸ਼ਨ ਦਿਆਂਗਾ ਨਾ, ਤੁਸੀਂ ਐਜ਼ ਇਟ ਇਜ਼ ਲਿਖ ਕੇ ਆਉਣਾ ਪੇਪਰ ਦੇ ਵਿੱਚ, ਇਨਸ਼ਾਅੱਲਾ ਤੁਹਾਡੇ 87 ਪਲੱਸ ਨੰਬਰ ਹੋਣਗੇ। ਮਕਸਦ ਇਹਨੂੰ ਰੱਖਣ ਦਾ ਇਹ ਹੁੰਦਾ ਹੈ ਪੰਜਾਬੀ ਨੂੰ ਕਿ ਬੱਚਾ ਨੰਬਰ ਲੈ ਲਵੇ। ਅਗਰ ਉਹਦੀ ਐਲੋਕੇਸ਼ਨ 2-4 ਨੰਬਰਾਂ ਤੋਂ ਰਹਿ ਰਹੀ ਹੈ, ਪੰਜਾਬ ਦੇ ਵਿੱਚ ਕੰਪੀਟੀਸ਼ਨ ਇੰਨਾ ਕੁ ਟਫ ਹੁੰਦਾ ਹੈ, ਅਗਰ ਪੰਜਾਬੀ ਰੱਖੀ ਹੈ ਤੇ ਉਹ ਥੋੜੀ ਜਿਹੀ ਮਿਹਨਤ ਕਰ ਲੈਣਾ ਤੇ ਥੋੜੀ ਜਿਹੀ ਮਿਹਨਤ ਉਹ ਇਹਨੂੰ 90 ਪਲੱਸ ਨੰਬਰ ਦੇ ਦਿੰਦੀ, 87 88 89 90 ਤੱਕ। ਉਹ 90 ਤੱਕ ਅਗਰ ਇੱਥੋਂ ਨੰਬਰ ਲੈ ਲਵੇ ਤੇ ਬਾਕੀ 2-3 ਕਿਤਾਬਾਂ ਚੋਂ ਥੋੜੀ ਬਹੁਤ ਕਸਰ ਲੱਗ ਜੇ, 4-4 5-5 ਨੰਬਰ ਦੀ ਤੇ ਬਚਤ ਹੋ ਜਾਂਦੀ, ਬੰਦਾ ਐਲੋਕੇਟ ਹੋ ਜਾਂਦਾ। ਪੰਜਾਬ ਦੀ ਐਲੋਕੇਸ਼ਨ ਥੋੜਾ ਕੰਪੀਟੀਸ਼ਨ ਟਫ ਹੁੰਦਾ ਹੈ ਤੇ ਇਸ ਵਾਰ ਇਹਨੂੰ ਕੰਸੀਡਰ ਕਰਨਾ ਪ੍ਰਾਇੋਰਟੀ ਬੇਸਿਸ ਦੇ ਉੱਤੇ। ਅੱਛਾ ਸ਼ਕਰਗੰਜ ਇਹਨਾਂ ਨੂੰ ਕਿਉਂ ਆਉਂਦੇ ਨੇ, ਇਹ ਜਾਂ ਗੰਜ ਸ਼ਕਰ ਕਿਉਂ ਆਉਂਦੇ ਨੇ, ਉਹਦੇ ਬਾਰੇ 3 ਰਵਾਇਤਾਂ ਨੇ, 2 ਮੈਂ ਤੁਹਾਨੂੰ ਕੱਲ ਦੱਸੀਆਂ ਹਨ, ਬਾਕੀ ਵੀ ਮੈਂ ਤੁਹਾਨੂੰ ਦੱਸ ਦੇਣਾ। ਇੱਕ ਇਹ ਵੇ ਕਿ ਇਹਨਾਂ ਦੀ ਵਾਲਿਦਾ ਮੁਹਤਰਮਾ ਇਹਨਾਂ ਨੂੰ, ਬਾਬਾ ਫਰੀਦ ਨੂੰ, ਮਸੂਦ ਨੂੰ ਨਮਾਜ਼ ਪੜ੍ਹਾਉਣ ਵਾਸਤੇ ਉਹ ਆਂਦੀਆਂ ਸਨ ਕਿ ਪੁੱਤਰ ਨਮਾਜ਼ ਪੜ੍ਹ। ਉਹ ਇਹਨਾਂ ਦੇ ਮਸੱਲੇ ਦੇ ਥੱਲੇ ਸ਼ੱਕਰ ਰੱਖ ਦਿੰਦੀਆਂ ਸਨ ਤੇ ਇਹ ਚੁੱਕਦੇ ਸਨ, ਨਮਾਜ਼ ਪੜ੍ਹਨ ਤੋਂ ਬਾਅਦ ਉਹ ਸ਼ੱਕਰ ਖਾਂਦੇ ਸਨ ਤੇ ਥੋੜਾ ਜਿਹਾ ਬੱਚੇ ਨੂੰ ਜਿਵੇਂ ਮਿੱਠੇ ਦਾ ਸ਼ੌਕ ਹੁੰਦਾ ਹੈ ਤੇ ਬੜਾ ਇੰਜੋਏ ਕਰਦੇ ਸਨ। ਇੱਕ ਦਿਨ ਵਾਲਿਦਾ ਮੁਹਤਰਮਾ ਉਹ ਸ਼ੱਕਰ ਰੱਖਣਾ ਭੁੱਲ ਗਈਆਂ, ਇਹਨਾਂ ਨਮਾਜ਼ ਅਦਾ ਕੀਤੀ ਤੇ ਉਹ ਮਸੱਲਾ ਚੁੱਕਿਆ ਤੇ ਆਟੋਮੈਟਿਕ ਉਹਦੇ ਥੱਲੇ ਸ਼ੱਕਰ ਪਈ ਸੀ। ਇਟ ਮੀਨਸ ਕਿ ਅੱਲਾ ਜਦੋਂ ਬੰਦੇ ਨੂੰ ਪਸੰਦ ਕਰਨ ਲੱਗ ਪਏ ਤੇ ਉਹ ਉਸ ਐਕਟ ਨੂੰ ਅੱਲਾ ਪਾਕ ਜਿਹੜਾ ਨਾ ਉਹ ਕਰ ਦਿੰਦਾ ਹੈ। ਠੀਕ ਹੈ, ਉਹ ਇਹ ਚੀਜ਼ ਇੱਕ ਹੋ ਗਈ ਕਿ ਇਹਨਾਂ ਨੂੰ ਜਨਾਬ ਗੰਜ ਸ਼ੱਕਰ ਕਿਹਾ ਜਾਂਦਾ ਸੀ, ਇਹਨਾਂ ਦੀ ਸ਼ੱਕਰ ਅੱਲਾ ਪਾਕ ਦੀ ਤਰਫੋਂ ਆ ਗਈ। ਦੂਸਰੀ ਚੀਜ਼ ਇਹ ਵੇ, ਇੱਕ ਦਿਨ ਇਹਨਾਂ ਰੋਜ਼ਾ ਰੱਖਿਆ ਸੀ ਤੇ ਰੋਜ਼ਾ ਖੋਲਣ ਵਾਸਤੇ ਇਹਨਾਂ ਆਪਣੇ ਮੂੰਹ ਦੇ ਵਿੱਚ ਇੱਕ ਰੋੜਾ ਪਾਇਆ, ਰੋੜਾ ਜਿਵੇਂ ਬੱਟਾ ਜਿਹਨੂੰ ਆਉਂਦੇ ਨੇ, ਠੀਕ ਹੈ, ਉਹ ਮਿੱਟੀ ਦਾ ਰੋੜਾ ਪਾਇਆ ਤੇ ਉਹ ਅੰਦਰ ਜਾ ਕੇ ਸ਼ੱਕਰ ਬਣ ਗਿਆ। ਠੀਕ ਹੈ, ਉਹ ਅੱਲਾਹ ਪਾਕ ਨੇ ਮਿੱਠਾ ਕਰ ਦਿੱਤਾ ਉਹਨੂੰ। ਦੂਸਰੀ ਰਵਾਇਤ ਇਹ ਵੇ, ਇਸ ਵਜ੍ਹਾ ਤੋਂ ਇਹਨਾਂ ਨੂੰ ਗੰਜ ਸ਼ੱਕਰ ਕਿਹਾ ਜਾਂਦਾ ਹੈ। ਠੀਕ ਹੈ, ਤੀਸਰੀ ਜਿਹੜੀ ਚੀਜ਼ ਹੈ ਉਹ ਤੀਸਰੀ ਇਹ ਵੇ, ਇੱਕ ਦਿਨ ਇਹਨਾਂ ਦੇ ਕੋਲੋਂ ਇੱਕ ਕਾਫਲਾ ਗੁਜ਼ਰਿਆ ਤੇ ਉਹਨੇ ਊਂਠਾਂ ਦੇ ਉੱਤੇ ਸ਼ੱਕਰ ਲੱਦੀ ਸੀ ਤੇ ਬਾਬਾ ਜੀ ਨੇ ਖਿਲਾਰ ਕੇ ਉਹਨਾਂ ਨੂੰ ਪੁੱਛਿਆ ਕਿ ਇਹ ਕੀ ਲੱਦਿਆ ਜੇ। ਉਹਨਾਂ ਕਿਹਾ ਇਹ ਨਾ ਲੂਣ ਹੈ, ਨਮਕ ਹੈ, ਸਾਲਟ ਹੈ। ਉਹਨਾਂ ਕਿਹਾ ਚਲੋ ਸਾਲਟ ਹੈ ਤੇ ਫਿਰ ਸਾਲਟ ਹੀ ਹੋਏਗਾ, ਲੂਣ ਹੈ ਤਾਂ ਲੂਣ ਹੀ ਹੋਏਗਾ। ਉਹ ਚਲੇ ਗਏ ਤੇ ਅੱਗੇ ਜਾ ਕੇ ਉਹਨਾਂ ਜਦੋਂ ਖੋਲਿਆ, ਅਨਲੋਡ ਕਰਨ ਲੱਗੇ ਉਸ ਸਾਰੇ ਕਾਫਲੇ ਦਾ ਸਮਾਨ ਤੇ ਉਹ ਵਾਕਈ ਸ਼ੱਕਰ ਲੂਣ ਬਣ ਚੁੱਕੀ ਸੀ। ਤੁਹਾਨੂੰ ਪਤਾ ਸ਼ੱਕਰ ਦੀ ਬੜੀ ਵੈਲਿਊ ਹੋਵੇ ਤੇ ਲੂਣ ਕਿਸੇ ਕੰਮ ਦਾ ਨਹੀਂ। ਲੂਣ ਤੇ ਪਹਾੜਾਂ ਤੇ ਆਮ ਪੱਥਰਾਂ ਦੀ ਫਾਰਮ ਵਿੱਚ ਲੱਭ ਜਾਂਦਾ ਤੇ ਸ਼ੱਕਰ ਬਣਾਉਣ ਵਾਸਤੇ ਗੰਨਾ ਉਗਾਈਦਾ ਹੈ, ਗੰਨਾ ਉਗਾਉਣ ਤੋਂ ਬਾਅਦ ਉਹਦਾ ਰਸ ਕੱਢੀਦਾ ਹੈ, ਉਹ ਫਿਰ ਰੋ ਪੀੜੀ ਦੀ ਹੈ ਤੇ ਫਿਰ ਜਾ ਕੇ ਸ਼ੱਕਰ ਨਿਕਲਦੀ ਹੈ, ਬੜੀ ਮਿਹਨਤ ਕਰਨੀ ਪੈਂਦੀ ਹੈ। ਉਹ ਵਾਪਸ ਆਏ, ਉਹਨਾਂ ਬਾਬਾ ਜੀ ਕੋਲ ਮਾਜ਼ਰਤ ਕੀਤੀ ਤੇ ਉਹਨਾਂ ਪੈਰੀ ਪਿਆ, ਉਹਨਾਂ ਕਿਹਾ ਜਨਾਬ ਸਰਕਾਰ ਮਾਫੀ ਦਿਓ। ਬਾਬਾ ਜੀ ਨੇ ਕਿਹਾ ਚਲੋ ਅਗਰ ਤੁਸੀਂ ਆਂਦੇ ਹੋ ਸ਼ੱਕਰ ਹੈ ਤੇ ਫਿਰ ਸ਼ੱਕਰ ਹੀ ਹੋਵੇਗੀ, ਉਹ ਵੀ ਸ਼ੱਕਰ ਬਣ ਗਈ। ਠੀਕ ਹੈ, ਇਹ 3 ਰਵਾਇਤਾਂ ਨੇ, ਹਰ ਬੰਦੇ ਨੂੰ ਸਮਝ ਆ ਗਈਆਂ ਨੇ, ਮੈਸੇਜ ਕਰਕੇ ਦੱਸ ਦਿਓ, ਅਸੀਂ ਫਿਰ ਉਨੀ ਦੇਰ ਤੱਕ ਅੱਗੇ ਨਹੀਂ ਚੱਲਾਂਗੇ ਜਿੰਨੀ ਦੇਰ ਤੁਹਾਨੂੰ ਸਾਰੀ ਚੀਜ਼ਾਂ ਕਲੀਅਰ ਨਹੀਂ ਹੋਣਗੀਆਂ। ਠੀਕ ਹੈ, एवरीवन क्लियर? मैसेज कर दें भाई अगर आपको आवाज आ रही है और क्लियर हो रहा है ये साथ साथ चीजें। ठीक है, एक बच्चे का मैसेज आया, 2, 3, इट मीन समझ आ रही है आपको। ठीक है,
ओके बेटा ओके। अच्छा ਇਹ ਨਾਲ ਨਾਲ ਤੁਸੀਂ ਨੋਟ ਕਰਨਾ, ਮੈਂ ਤੁਹਾਨੂੰ ਨੋਟਸ ਪ੍ਰੋਵਾਈਡ ਕਰਾਂਗਾ, ਲੇਕਿਨ ਇਸ ਤਰ੍ਹਾਂ ਨਹੀਂ ਕਿ ਤੁਸੀਂ ਨਾ ਇਹਨੂੰ ਨੋਟ ਵੀ ਨਾ ਕਰੋ। ਕੁਝ ਚੀਜ਼ਾਂ ਐਸੀਆਂ ਨੇ ਤੁਸੀਂ ਖੁਦ ਨੋਟ ਕਰਨੀਆਂ ਨੇ, ਠੀਕ ਹੈ। ਅੱਛਾ ਇਸ ਤੋਂ ਬਾਅਦ ਇਹ ਵੇ, ਇਹਨਾਂ ਜੋਧਨ ਦੇ ਵਿੱਚ ਤਬਲੀਗ ਕੀਤੀ ਹੈ। ਇਹ ਪਾਕ ਪਤਨ ਦਾ ਇਲਾਕਾ ਹੈ। ਬਾਬਾ ਜੀ ਨੇ ਤਕਰੀਬਨ 24 ਇਅਰਸ ਜੋਧਨ ਦੇ ਵਿੱਚ ਤਬਲੀਗ ਕੀਤੀ ਹੈ। ਇਹਨਾਂ ਮੁਖਤਲਿਫ ਆਪਣੇ ਮੁਰੀਦ ਖਲੀਫੇ ਤਿਆਰ ਕੀਤੇ ਸਨ, ਜਿਨ੍ਹਾਂ ਗਿਰਦੋਨਵਾ ਦੇ ਮੁਖਤਲਿਫ ਪਿੰਡਾਂ ਦੇ ਵਿੱਚ ਜਾ ਕੇ ਤਬਲੀਗ ਕੀਤੀ, ਤੇ ਤਕਰੀਬਨ 2 ਤੋਂ 2.5 ਲੱਖ ਲੋਕ ਮੁਸਲਮਾਨ ਹੋਏ ਇਹਨਾਂ ਦੀ ਤਬਲੀਗ ਦੇ ਨਾਲ, ਕਿਹਾ ਜਾਂਦਾ ਹੈ। ਸੂਫੀ ਜਿਹੜੇ ਸ਼ਾਇਰ ਨੇ ਉਹਨਾਂ ਬਰਸਗੀਰ ਦੇ ਵਿੱਚ ਬਹੁਤ ਸਾਰੇ ਨਾਨ ਮੁਸਲਿਮ ਨੂੰ ਮੁਸਲਮਾਨ ਕੀਤਾ, ਤੇ ਸਾਡੇ ਅੰਦਰ ਜਿਹੜੀਆਂ ਆਦਾਤ ਨੇ, ਹਸਲਤਾਂ ਨੇ, ਸਾਡੀਆਂ ਜਿਹੜੀਆਂ ਆਦਤਾਂ ਨੇ, ਅਸੀਂ ਬਹੁਤ ਸਾਰੇ ਆਪਣੀ ਐਕਟੀਵਿਟੀਜ਼ ਹਿੰਦੂਇਜ਼ਮ ਤੋਂ ਫੋਲੋ ਕਰ ਰਹੇ ਹਾਂ ਆਪਣੀ ਸ਼ਾਦੀशुदा ਜ਼ਿੰਦਗੀ ਦੇ ਵਿੱਚ। ਤੁਸੀਂ ਵੇਖੋ ਸ਼ਾਦੀ ਦੀ ਜਿਹੜੀ ਰਸਮਾਂ ਨੇ ਜਾਂ ਉਸ ਤੋਂ ਲੈ ਕੇ ਐਵਰੀਥਿੰਗ, ਉਹ ਇਹ ਵਜ੍ਹਾ ਕਿ ਇੱਥੇ ਲੋਕਾਂ ਨੂੰ ਮੁਸਲਮਾਨ ਕੀਤਾ ਗਿਆ ਸੀ, ਤੇ ਅਸੀਂ ਉਹਨਾਂ ਦੇ ਨਾਲ ਇੰਟਰਮਿਕਸ ਕਲਚਰ ਸੀ ਸਾਡਾ, ਇੰਟਰਮਿੰਗਲ, ਤੇ ਉਹ ਅਸੀਂ ਕਾਫੀ ਲਰਨ ਕੀਤਾ ਹੈ, ਉਹ ਅਸੀਂ ਅਨਲਰਨ ਨਹੀਂ ਕਰ ਪਾ ਰਹੇ, ਠੀਕ ਹੈ। ਜੋਧਨ ਦੇ ਵਿੱਚ ਇਹਨਾਂ ਤਬਲੀਗ ਕੀਤੀ ਤੇ ਇਹਨਾਂ ਕਾਫੀ ਲੋਕ ਮੁਸਲਮਾਨ ਕੀਤੇ। ਇਹਨੂੰ ਤੁਸੀਂ 2 ਲਾਈਨਾਂ ਦੀ ਸ਼ਕਲ 'ਚ ਲਿਖਣਾ ਹੈ, ਇਹਨਾਂ ਦੀ ਤਬਲੀਗ, ਇਹਨਾਂ ਦੀ। ਬਾਕੀ ਵਫਾਤ ਜਿਹੜੀ ਉਹ ਪਾਕ ਪਤਨ ਦੇ ਵਿੱਚ ਹੋਈ, ਠੀਕ ਹੈ, 1280 ਨੂੰ ਵਸਾਲ ਫਰਮਾਇਆ। ਅੱਛਾ ਇਹ ਚੀਜ਼ਾਂ ਐਡੀਸ਼ਨਲ ਨੇ, ਮੈਂ ਜਿਹੜਾ ਇੰਟਰੋਡਕਸ਼ਨ ਤੁਹਾਨੂੰ ਲਿਖਵਾਉਣਾ ਚਾਹੁੰਦਾ ਉਹ ਤੁਸੀਂ ਇੱਕ ਵਾਰ ਤੁਹਾਨੂੰ ਮੈਂ ਦੁਬਾਰਾ ਦੱਸਾਂਗਾ, ਤੁਸੀਂ ਉਹਨੂੰ ਆਪਣੀ ਪੁਆਇੰਟ ਲਿਖ ਲੈਣੇ ਨੇ, ਫਿਰ ਇੱਕ ਇੰਟਰੋਡਕਸ਼ਨ ਬਣਾ ਕੇ ਕੱਲ ਦੀ ਪੇਪਰ ਤੋਂ ਪਹਿਲਾਂ ਮੈਨੂੰ ਸ਼ੇਅਰ ਕਰ ਦੇਣਾ ਗਰੁੱਪ ਵਿੱਚ। ਅੱਛਾ ਉਹ ਮੈਂ ਤੁਹਾਨੂੰ ਹਰ ਬੱਚੇ ਨੂੰ ਇਵੈਲੂਏਟ ਕਰਕੇ ਦੱਸਾਂਗਾ, ਉਹਦੀ ਇਮਲਾ ਦੀ ਕੀ ਮਿਸਟੇਕਸ ਨੇ ਤੇ ਦੂਸਰੀਆਂ ਕੀ ਇਸ਼ੂ। ਆਪ ਦਾ ਉਰਸ ਮੁਬਾਰਕ ਜਿਹੜਾ 5 ਤੋਂ 10 ਮੁਹਰਮ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇੱਥੇ ਬਹਿਸ਼ਤੀ ਦਰਵਾਜ਼ਾ ਹੈ, ਇਹ ਜਿਹੜਾ ਨਾ 5 ਤੋਂ 10 ਮੁਹਰਮ ਨੂੰ ਖੁੱਲਿਆ ਹੁੰਦਾ ਤੇ ਲੋਕ ਇੱਥੋਂ ਗੁਜ਼ਰਦੇ ਨੇ, ਤੇ ਉਹ ਕੰਸੀਡਰ ਹੁੰਦਾ ਕਿ ਉਹ ਜਿਹੜਾ ਇੱਥੋਂ ਗੁਜ਼ਰ ਜੇ ਉਹ ਬਹਿਸ਼ਤ ਤੇ ਜਾਏਗਾ, ਬਹਿਸ਼ਤ ਜੰਨਤ ਨੂੰ ਆਉਂਦੇ ਨੇ, ਠੀਕ ਹੈ। ਅੱਛਾ ਹੁਣ ਇਹ ਸਾਰਾ ਇੰਟਰੋਡਕਸ਼ਨ ਤੁਸੀਂ ਪੜ੍ਹਿਆ, ਇਹਦੇ ਵਿੱਚ ਮੈਂ ਤੁਹਾਨੂੰ ਇੱਕ ਦੁਬਾਰਾ ਬੋਲ ਕੇ ਦੱਸਾਂਗਾ, ਤੁਹਾਡਾ ਸਾਰਾ ਇੰਟਰੋਡਕਸ਼ਨ ਇੱਕ ਪੈਰੇ ਦੇ ਵਿੱਚ ਆ ਜਾਏਗਾ। ਅਸੀਂ ਸਿਰਫ ਇੰਟਰੋਡਕਸ਼ਨ ਲਿਖਣਾ ਹੈ, ਤਾਰੁਫ ਲਿਖਣਾ ਹੈ। ਤਾਰੁਫ ਲਿਖਣ ਤੋਂ ਪਹਿਲਾਂ ਤੁਸੀਂ ਇਸ ਕੁਐਸਚਨ ਨੂੰ ਮੱਦੇਨਜ਼ਰ ਰੱਖਣਾ ਹੈ, ਇਖਲਾਕਿਆਤ ਨੂੰ ਇਨਸਾਨੀ ਜੀਵਨ ਦੀ ਕੁੰਜੀ ਕਰਾਰ ਦਿੱਤਾ ਹੈ। ਅੱਛਾ ਇਹ ਉਹਨਾਂ ਦਾ ਪਰਸਨਲ ਤਾਰੁਫ ਸੀ, ਅਸੀਂ ਆਪਣੇ ਕੁਐਸਚਨ ਨੂੰ ਫੋਕਸ ਕਰਨਾ ਹੈ। ਤੁਸੀਂ ਲਿਖਣਾ ਹੈ ਬਾਬਾ ਫਰੀਦੁਦੀਨ ਗੰਜ ਸ਼ਕਰਪੁਰੀ, ਇਹਨਾਂ ਦਾ ਅਸਲ ਨਾਮ, ਠੀਕ ਹੈ, ਮਸੂਦ ਹੈ, ਤੇ ਲਕਬ ਗੰਜ ਸ਼ਕਰ ਹੈ, ਠੀਕ ਹੈ। ਇਹ ਪੰਜਾਬੀ ਦੇ ਪਹਿਲੇ ਬਾਕਾਇਦਾ ਤੇ ਮਾਲੂਮ ਸ਼ਾਇਰ ਨੇ, ਪੰਜਾਬੀ ਦੇ ਪਹਿਲੇ ਬਾਕਾਇਦਾ ਤੇ ਮਾਲੂਮ ਸ਼ਾਇਰ ਨੇ। ਪੰਜਾਬੀ ਦੇ ਬਹੁਤ ਉੱਚੇ, ਵੱਡੇ, ਸੁੱਚੇ, ਸੁਚੱਜੇ ਤੇ ਸਿਰ ਕੱਢਵੇਂ ਸ਼ਾਇਰ ਵੀ ਆਖਿਆ ਜਾਂਦਾ ਹੈ, ਠੀਕ ਹੈ। ਇਹਨਾਂ ਪੰਜਾਬੀ ਅੰਦਰ ਪੰਜਾਬੀ ਸ਼ਾਇਰੀ ਲਿਖਣ ਦੀ ਬੁਨਿਆਦ ਰੱਖੀ, ਮੁੱਢ ਬੰਨਿਆ, ਠੀਕ ਹੈ। ਇਹਨਾਂ ਦੀ ਸ਼ਾਇਰੀ ਇਖਲਾਕਿਆਤ ਤੇ ਮਬਨੀ ਹੈ। ਫਿਰ ਆਪਣੇ ਕੁਐਸਚਨ ਨਾਲ ਆ ਜਾਣਾ, ਇਹਨਾਂ ਦੀ ਸ਼ਾਇਰੀ ਇਖਲਾਕਿਆਤ ਤੇ ਮਬਨੀ ਹੈ। ਇਹਨਾਂ ਇਨਸਾਨ ਦੇ ਆਲਾ ਅਖਲਾਕ ਨੂੰ ਇਨਸਾਨੀ ਜ਼ਿੰਦਗੀ ਦੀ ਚਾਬੀ ਕਰਾਰ ਦਿੱਤਾ ਹੈ, ਇਨਸਾਨੀ ਜੀਵਨ ਦੀ ਕੁੰਜੀ ਕਰਾਰ ਦਿੱਤਾ ਹੈ। ਇਹਨਾਂ ਦੀ ਸ਼ਾਇਰੀ ਸ਼ਲੂਕਾਂ ਦੀ ਸ਼ਕਲ ਦੇ ਵਿੱਚ ਸਾਡੇ ਕੋਲ ਮੌਜੂਦ ਹੈ, ਜਿਹੜੀ ਬਾਬਾ ਗੁਰੂ ਨਾਨਕ ਨੇ ਗੁਰੂ ਗ੍ਰੰਥ ਦੇ ਵਿੱਚ ਸ਼ਾਮਲ ਕੀਤੀ, ਤੇ ਸਾਡੇ ਤੱਕ ਇਹ ਸ਼ਾਇਰੀ ਉਦੋਂ ਪਹੁੰਚੀ। ਇਹ ਇਹਨਾਂ ਦਾ ਬੇਸਿਕ ਇੰਟਰੋਡਕਸ਼ਨ, ਠੀਕ ਹੈ। ਐਡੀਸ਼ਨਲ ਇੰਟਰੋਡਕਸ਼ਨ ਤੁਸੀਂ ਦਵੋਗੇ ਤੇ ਉਹ ਇਹ ਸਾਰਾ ਤੁਸੀਂ ਜਿੰਨਾ ਮਰਜ਼ੀ ਦੇ ਲਓ। ਇਹਨਾਂ ਆਪਣੀ ਇਬਤਦਾਈ ਤਾਲੀਮ ਕਿੱਥੋਂ ਲਈ, ਇਹਨਾਂ ਦੇ ਮੁਰਸ਼ਦ ਦਾ ਨਾਮ ਲਿਖ ਲੈਣਾ, ਇਹ ਇਹਨਾਂ ਤੇ ਜੋਧਨ ਦੇ ਵਿੱਚ ਇਹਨਾਂ ਤਬਲੀਗ ਕੀਤੀ ਤੇ ਉੱਥੇ 1280 ਨੂੰ ਇਹਨਾਂ ਦੀ ਵਫਾਤ ਹੋ ਗਈ, ਠੀਕ ਹੈ। ਇਹ ਤੁਸੀਂ ਐਡੀਸ਼ਨਲ ਇਨਫੋਰਮੇਸ਼ਨ ਜਿੰਨੀ ਮਰਜ਼ੀ ਐਡ ਕਰ ਸਕਦੇ ਹੋ। ਅੱਛਾ ਹੁਣ ਦੂਸਰੀ ਗੱਲ ਇਹ ਵੇ, ਜਦੋਂ ਕੋਈ ਵੀ ਸ਼ਾਇਰ ਤੁਸੀਂ ਪੜ੍ਹੋਗੇ, ਉਹਨੇ ਨਾ ਬੇਟਾ ਇੱਕ ਖਾਸ ਸਨਫ ਦੇ ਵਿੱਚ ਸ਼ਾਇਰੀ ਕੀਤੀ ਹੁੰਦੀ ਹੈ, ਠੀਕ ਹੈ। ਇੱਕ ਖਾਸ ਉਹਦਾ ਨਾ ਫਨ ਹੁੰਦਾ ਹੈ, ਉਸ ਤੋਂ ਉਹਦੇ ਵਿੱਚ ਉਹ ਬਿਹਤਰ ਪਰਫਾਰਮ ਕਰ ਸਕਦਾ। ਇਹਨਾਂ ਸ਼ਲੂਕ ਲਿਖੇ ਨੇ ਪੰਜਾਬੀ ਸ਼ਾਇਰੀ ਦੇ ਵਿੱਚ, ਕਿਹਦੀ ਟਰਮ ਇੰਟਰੋਡਿਊਸ ਕਰਾਈਏ, ਸ਼ਲੂਕ ਦੀ, ਠੀਕ ਹੋ ਗਿਆ। ਇਹ ਤੁਸੀਂ ਗੱਲ ਯਾਦ ਰੱਖ ਲੈਣੀ, ਸ਼ਲੂਕੇ ਫਰੀਦੀ ਜਾਂ ਆਖਿਆ ਬਾਬਾ ਫਰੀਦ ਨੇ, ਇਹ ਸ਼ਲੂਕ ਇਹਨਾਂ ਲਿਖੇ ਨੇ, ਇਹਨਾਂ ਦੀ ਸਨਫ ਕੀ ਹੈ, ਸ਼ਲੂਕ। ਹੁਣ ਜੋ ਸ਼ਾਇਰੀ ਵਾਲ ਤੁਸੀਂ ਆਉਣਾ ਹੈ, ਬਾਬਾ ਫਰੀਦ ਦੀ ਸ਼ਾਇਰੀ ਜਾਂ ਬਾਬਾ ਜੀ ਦੀ ਸ਼ਾਇਰੀ, ਬਾਬਾ ਫਰੀਦੁਦੀਨ ਗੰਜ ਸ਼ਕਰ ਦੀ ਸ਼ਾਇਰੀ। ਅੱਛਾ ਪੰਜਾਬੀ ਦਾ ਪੇਪਰ ਇੱਥੇ ਤੁਸੀਂ ਹਾਸ਼ੀਏ ਲਾਣੇ ਨੇ, ਮੇਰੀ ਤਰ੍ਹਾਂ ਇੱਧਰ ਉੱਧਰ ਕਰਕੇ ਨਹੀਂ ਲਿਖਣਾ, ਦਰਮਿਆਨ ਦੇ ਵਿੱਚ ਇਕੁਅਲ ਪੇਪਰ ਜਾਣਾ ਹੈ। ਜਿੰਨਾ ਤੁਸੀਂ ਇਧਰੋਂ ਛੱਡ ਲਵੋਗੇ ਬਿਹਤਰ ਹੋਏਗਾ, ਤੁਹਾਡਾ ਇੱਕ ਪੇਪਰ ਤੇ ਲੈਂਥ ਹੀ ਹੋ ਜਾਏਗਾ, 2-3 ਪੇਜ ਜ਼ਿਆਦਾ ਹੋ ਜਾਣਗੇ। ਤੇ ਸ਼ਾਇਰੀ ਹਮੇਸ਼ਾ ਸੈਂਟਰ 'ਚ ਲਿਖਣੀ, ਮੈਂ ਤੁਹਾਨੂੰ ਦੱਸਦਾ। ਅੱਛਾ ਬਾਬਾ ਜੀ ਅਰਬੀ ਤੇ ਫਾਰਸੀ ਦੇ ਬਹੁਤ ਵੱਡੇ ਆਲਮ ਸਨ,
आलम तुमराज स्कॉलर ਨੂੰ ਆਉਂਦੇ ਨੇ। ਉਹਨੂੰ ਇਮਲਾ ਵੀ ਚੈੱਕ ਕਰ ਲਓ ਵੱਡੇ ਇਸ ਤਰ੍ਹਾਂ, ਠੀਕ ਹੈ। ਤੁਸੀਂ ਵੱਡੇ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਡਾਲ ਤੇ ਹੇਕ ਬਣੀ ਵੱਡੇ, ਲੇਕਿਨ ਇਹ ਜ਼ਿਆਦਾ ਅਥੈਂਟਿਕ ਹੈ, ਦੋਵੇਂ ਐਕਸੈਪਟੇਬਲ ਨੇ। ਆਲਮ ਸਨ ਇੱਥੇ ਵਿਕਰਮ ਹੋ ਗਿਆ, ਪਰ ਜਾਂ ਮਗਰ ਆਮ ਲੋਕਾਈ, ਲੋਕਾਈ ਲੋਕਾਂ ਨੂੰ ਆਉਂਦੇ ਨੇ, ਲਈ ਉਹਨਾਂ ਦੇ ਵਾਸਤੇ ਆਪਣੀ ਮੁਕਾਮੀ ਜ਼ੁਬਾਨ, ਮੁਕਾਮੀ ਰੀਜਨਲ ਲੈਂਗੁਏਜ ਨੂੰ ਇਜ਼ਹਾਰ ਦਾ ਜ਼ਰੀਆ ਬਣਾਇਆ। ਇਹ ਤਮਹੀਦ ਬੰਨੀ ਹੁੰਦੀ ਹੈ ਬੇਟਾ, ਇਹਦੀ ਕੋਈ ਬਹੁਤ ਜ਼ਿਆਦਾ ਅਥੈਂਟਿਕ ਗੱਲ ਨਹੀਂ, ਜੋ ਮਰਜ਼ੀ ਲਿਖ ਸਕਦੇ ਹੋ। ਫਿਰ ਹੁਣ ਅੱਗੇ ਅਸੀਂ ਗੱਲ ਆਪਣੇ ਕੁਐਸਚਨ ਦੇ ਉੱਤੇ ਰੱਖਣੀ, ਆਪ ਦੀ ਸ਼ਾਇਰੀ ਤੇ ਦੀਗਰ ਤਾਲੀਮਾਤ ਦੀ ਬੁਨਿਆਦ ਕੀ ਹੈ? ਇਹ ਵੇਖੋ, ਇਖਲਾਕਿयात। ਉਸ ਤੋਂ ਪਹਿਲਾਂ ਕੁਰਾਨ, ਹਦੀਸ, ਤਫਸੀਰ, ਫਿਕਾ, ਸੁन्नत, ਇਹ ਤੇ ਮੇਨ ਚੀਜ਼ਾਂ ਨੇ ਨਾ। ਸਾਰੀ ਸੂਫੀਆਂ ਸ਼ਾਇਰੀ ਦੇ, ਸੂਫੀਆਨਾ ਸ਼ਾਇਰੀ ਦੇ ਵਿੱਚ ਤੁਸੀਂ ਲਿਖਣੀ ਹੈ, ਇਹਨਾਂ ਦੀ ਸ਼ਾਇਰੀ ਦੇ ਦੀਗਰ ਤਾਲੀਮਾਤ ਦੀ ਬੁਨਿਆਦ ਇਹ ਵੇ। ਬਾਕੀ ਉਹਨੇ ਜੋ ਕੁਐਸਚਨ ਵਿੱਚ ਪੁੱਛਿਆ ਹੋਇਆ ਤੇ ਅੱਗੇ 2-3 ਵਰਡ ਉਹ ਐਡ ਕਰ ਦੇਣੇ। ਇਖਲਾਕਿयात ਲਾਜ਼ਮੀ ਲਿਖਣਾ। ਹੁਣ ਇਹ ਜਿਹੜੀ ਮੈਂ ਤੁਹਾਨੂੰ ਸਨਫ ਦਸੀ ਹੈ, ਆਪ ਰਹਿਮਤੁल्लाह अलैह ने अपने ਸ਼ਲੂਕਾਂ ਰਾਈ, ਸ਼ਲੂਕਾਂ ਦੀ ਡੈਫੀਨੇਸ਼ਨ ਏਡੀ ਕੋ ਖੂਬਸੂਰਤ ਕਰਕੇ ਲਿਖਣੀ ਹੈ, ਉਹ ਭਾਵੇਂ ਸਟਾਰਟ ਤੇ ਲਿਖ ਦਿਆ ਜੇ ਇੰਟਰੋਡਕਸ਼ਨ ਤੋਂ ਬਾਅਦ। ਸ਼ਲੂਕਾਂ ਰਾਈ ਲੋਕਾਂ ਨੂੰ ਦੀਨ ਦੀ ਤਬਲੀਗ ਦੇ ਨਾਲ ਨਾਲ ਉਹਨਾਂ ਦਾ, ਇਹ ਵੇਖੋ ਇਹ ਲਫ਼ਜ਼ ਫਿਰ ਆ ਗਿਆ ਇਖਲਾਕ। ਹੁਣ ਕੁਐਸਚਨ ਦੇ ਵਿੱਚ ਉਹਨੇ ਇਖਲਾਕਿयात ਪੁੱਛਿਆ, ਇਖਲਾਕ ਵੀ ਉੱਚਾ ਤੇ ਬੁਲੰਦ ਕੀਤਾ। ਲੋਕਾਂ ਦਾ ਇਖਲਾਕ ਦੀਨ ਦੀ ਤਬਲੀਗ ਦੇ ਨਾਲ ਨਾਲ ਕੀ ਕੀਤਾ, ਉੱਚਾ ਤੇ ਬੁਲੰਦ। ਤੇ ਸਨਫ ਵੀ ਆ ਗਈ, ਸਨਫ ਕਿਹੜੀ ਹੈ? ਸ਼ਲੂਕ। ਫਿਰ ਅਗਲੀ ਗੱਲ ਹੈ, ਆਪ ਦਾ ਪੰਜਾਬੀ ਕਲਾਮ ਸ਼ਲੂਕਾਂ ਜਾਂ ਦੋੜਿਆਂ ਦੀ ਸ਼ਕਲ ਦੇ ਵਿੱਚ ਸਾਡੇ ਕੋਲ ਦਸਤਿਆਬ ਹੈ। ਹੁਣ ਇਹ ਕੁਐਸਚਨ ਆ ਜਾਂਦਾ ਹੁੰਦਾ ਬੇਟਾ, ਧਿਆਨ ਨਾਲ ਗੱਲ ਸੁਣ ਲਓ। 8 ਨੰਬਰ ਦਾ ਸਵਾਲ ਆ ਜਾਂਦਾ, ਸ਼ਲੂਕ ਦੇ ਉੱਤੇ ਨੋਟ ਲਿਖੋ ਨਾਲ, ਜਾਂ ਦੋੜਿਆਂ ਦੇ ਉੱਤੇ ਆ ਜਾਂਦਾ। ਸ਼ਲੂਕ 8 ਨੰਬਰ ਦਾ ਆ ਜੇ, ਨਾਲ ਤੁਹਾਨੂੰ ਮਾਈਆ ਟੱਪਾ ਕੋਈ ਵੀ ਆ ਜੇ, ਤੁਹਾਡਾ 16 ਨੰਬਰ ਦਾ ਕੁਐਸਚਨ ਲੱਗ ਜਾਂਦਾ। ਅਗਰ ਤੁਸੀਂ ਬਾਬਾ ਜੀ ਨੂੰ ਧਿਆਨ ਨਾਲ ਪੜ੍ਹਿਆ ਨਾ, ਅਗਰ ਲੈਟਸ ਸਪੋਜ਼ ਪੂਰੇ ਦਾ ਪੂਰਾ ਕੁਐਸਚਨ ਨਹੀਂ ਆ ਰਿਹਾ, ਤੁਸੀਂ ਸ਼ਲੂਕ ਦੀ ਤਾਰੀਫ ਕਰਕੇ, ਸ਼ਲੂਕ ਹੁੰਦੇ ਕੀ ਨੇ, ਸ਼ਲੂਕ ਬਾਬਾ ਜੀ ਨੇ ਲਿਖੇ ਨੇ, ਤੇ ਉਹ ਸ਼ਲੂਕਾਂ ਦੇ ਕੋਈ 8-10 ਸ਼ੇਅਰ ਲਿਖ ਦਿਓਗੇ ਉਹਨਾਂ ਦਾ ਇੰਟਰੋਡਕਸ਼ਨ ਦੇ ਨਾਲ, ਅਖੀਰਲੀ ਗੱਲ ਮੁੱਕਦੀ ਗੱਲ ਲਿਖ ਦਿਓਗੇ, ਤੁਹਾਡਾ 8 ਨੰਬਰ ਦਾ ਅੱਛਾ ਕੁਐਸਚਨ ਹੋ ਜਾਏਗਾ। ਇਸ ਵਜ੍ਹਾ ਤੋਂ ਤੁਸੀਂ ਇਹ ਨਹੀਂ ਸਮਝਣਾ ਬਾਬਾ ਜੀ ਮੁਕੰਮਲ ਕੁਐਸਚਨ ਆਏਗਾ, ਠੀਕ ਹੈ। ਇਹ ਕਦੀ ਕਦੀ ਬਹੁਤ ਦਫਾ ਸ਼ਲੂਕ ਕੱਲੇ ਵੀ ਨੇ ਪੁੱਛੇ ਨੇ। ਇਹ ਵੇਖੋ, ਆਪ ਦਾ ਪੰਜਾਬੀ ਕਲਾਮ ਸ਼ਲੂਕਾਂ ਜਾਂ ਦੋੜਿਆਂ ਦੀ ਸ਼ਕਲ ਵਿੱਚ ਦਸਤਿਆਬ ਹੈ। ਹੁਣ ਬਾਬਾ ਜੀ ਦੇ ਜਿਹੜੇ ਸ਼ਲੂਕ ਨੇ ਉਹ ਕਿੱਥੋਂ ਸਾਨੂੰ ਮਿਲੇ ਨੇ, ਮੈਂ ਤੁਹਾਨੂੰ ਪਹਿਲਾਂ ਦੱਸ ਕੇ ਆਇਆ। ਗੁਰੂ ਗ੍ਰੰਥ ਜਿਹੜੀ ਉਹ ਕਿਤਾਬ ਹੈ ਬਾਬਾ ਗੁਰੂ ਨਾਨਕ ਦੀ, ਉਹਦੇ ਸਾਡੇ ਤੱਕ ਕੱਪੜੇ ਨੇ ਉਹਦੇ ਵਿੱਚੋਂ, ਠੀਕ ਹੈ। ਜਿਹਨੂੰ ਸਿੱਖ ਮਤ ਮਦਬ ਦੇ ਬਾਨੀ ਬਾਬਾ ਗੁਰੂ ਨਾਨਕ, ਬਾਬਾ ਗੁਰੂ ਨਾਨਕ ਦਾ ਜਿਹੜਾ ਇਰਾ ਹੈ ਉਹ ਹੈ 1469 ਤੋਂ 1543, ਕੁਛ 1538 ਵੀ ਕਹਿੰਦੇ ਨੇ, ਲੇਕਿਨ 43 ਅਥੈਂਟਿਕ ਹੈ। ਬਾਬਾ ਫਰੀਦ ਦੀ ਵਫਾਤ ਤੋਂ ਤਕਰੀਬਨ 200 ਵਰੇ ਬਾਅਦ ਇਕੱਠਾ ਕਰਕੇ ਤਰਤੀਬ ਦਿੱਤਾ ਸੀ ਗੁਰੂ ਨਾਨਕ ਨੇ। ਇਹਨਾਂ ਦੀ ਵਫਾਤ ਹੋਈ ਸੀ 1280 ਵਿੱਚ, ਤੇ ਵੇਖੋ 1469, ਠੀਕ ਹੈ। ਆਲਮੋਸਟ 200 ਸਾਲ ਹੋ ਜਾਂਦੇ ਹਨ, ਕੋਈ 10-12 ਸਾਲ ਘੱਟ ਹੋਣਗੇ, 11 ਕੁ ਸਾਲ, ਠੀਕ ਹੈ ਜੀ। ਇਹ ਹੁਣ ਸ਼ਾਇਰੀ ਦੀ ਤਮਹੀਦ ਬਣ ਲਈ, ਤੁਹਾਡੇ ਕੋਲ ਹਰ ਚੀਜ਼ ਅਥੈਂਟਿਕ ਹੋ ਗਈ, ਓਕੇ ਹੋ ਗਿਆ। ਮੈਂ ਬਾਰ-ਬਾਰ ਤੁਹਾਨੂੰ ਇਸ ਵਕਤ ਨਾਲ ਨਾਲ ਦੱਸ ਰਿਹਾ, ਤੁਹਾਨੂੰ ਯਾਦ ਵੀ ਹੋ ਜਾਏ, ਤੁਸੀਂ ਕੁਐਸਚਨ ਪੜ੍ਹ ਕੇ ਦੁਬਾਰਾ ਪੜ੍ਹਨਾ ਨਾ ਪਵੇ ਤੁਹਾਨੂੰ। ਬਾਬਾ ਫਰੀਦ ਅਰਬੀ ਤੇ ਫਾਰਸੀ ਦੇ ਵੱਡੇ ਆਲਮ ਸਨ, ਲੇਕਿਨ ਇਹਨਾਂ ਆਮ ਲੋਕਾਂ ਵਾਸਤੇ, ਜਿਹੜੇ ਲੋਕ ਇੱਥੇ ਬਰੇ ਸਗੀਰ ਦੇ ਰਹਿਣ ਵਾਲੇ ਸਨ, ਉਹਨਾਂ ਨੂੰ ਸਿਰਫ ਪੰਜਾਬੀ ਦੀ ਸਮਝ ਆਉਂਦੀ ਸੀ। ਉਹਨਾਂ ਵਾਸਤੇ ਆਪਣੀ ਮੁਕਾਮੀ ਜ਼ੁਬਾਨ ਨੂੰ ਜ਼ਰੀਆ ਇਜ਼ਹਾਰ ਬਣਾਇਆ, ਉਹਦੇ ਵਿੱਚ ਉਹਨਾਂ ਸ਼ਾਇਰੀ ਕੀਤੀ ਤਾਂ ਕਿ ਲੋਕ ਸਮਝ ਸਕਣ। ਅਗਰ ਇੱਕ ਬੰਦਾ ਸ਼ਾਇਰੀ ਕਰਕੇ ਟੁਰ ਜੇ, ਉਹਨੂੰ ਉਹਦਾ ਬੰਦਾ ਹੀ ਨਾ ਸਮਝ ਸਕੇ, ਜਿੱਥੇ ਜਿਹੜੇ ਇਲਾਕੇ 'ਚ ਰਹਿ ਰਿਹਾ, ਉਹਦਾ ਫਾਇਦਾ ਹੀ ਕੋਈ ਨਹੀਂ ਹੁੰਦਾ, ਠੀਕ ਹੈ। ਇਹਨਾਂ ਦੀ ਸ਼ਾਇਰੀ ਦੀ ਬੁਨਿਆਦ ਇਹਨਾਂ ਚੀਜ਼ਾਂ ਤੋਂ ਇਲਾਵਾ ਇਖਲਾਕਿयात ਤੇ ਸੀ। ਇਹਨਾਂ ਆਪਣੇ ਸ਼ਲੂਕਾਂ ਦੇ ਜ਼ਰੀਏ ਲੋਕਾਂ ਨੂੰ ਦੀਨ ਦੀ ਤਬਲੀਗ ਦੇ ਨਾਲ ਨਾਲ ਉਹਨਾਂ ਦਾ ਇਖਲਾਕ ਵੀ ਉੱਚਾ ਕਰਨ ਤੇ ਬੁਲੰਦ ਕੀਤਾ, ਠੀਕ ਹੈ। ਇਹਨਾਂ ਦਾ ਪੰਜਾਬੀ ਕਲਾਮ ਸ਼ਲੂਕਾਂ ਜਾਂ ਦੋੜਿਆਂ ਦੀ ਸ਼ਕਲ ਦੇ ਵਿੱਚ ਸਾਡੇ ਕੋਲ ਦਸਤਿਆਬ ਹੈ। ਠੀਕ ਹੋ ਗਿਆ ਬੇਟਾ, ਸ਼ਲੂਕਾਂ ਜਾਂ ਦੋੜਿਆਂ ਦੀ ਸ਼ਕਲ ਵਿੱਚ। ਹੁਣ ਗੁਰੂ ਗ੍ਰੰਥ ਨੇ, ਗੁਰੂ ਗ੍ਰੰਥ ਵਿੱਚ ਇਹਨਾਂ ਦੇ ਸਾਨੂੰ ਮਿਲਦੇ ਨੇ ਸ਼ਲੂਕ। ਇਹ ਵੇਖੋ ਹੁਣ ਸ਼ਲੂਕ ਦੀ ਡੈਫੀਨੇਸ਼ਨ, ਸ਼ਲੂਕ ਦੀਆਂ ਕਈ ਡੈਫੀਨੇਸ਼ਨਾਂ ਨੇ, ਹਰ ਬੰਦੇ ਦੀ ਡਿਫਰੈਂਟ ਡੈਫੀਨੇਸ਼ਨ ਹੈ। ਇਹ ਜਿਹੜੀ ਬਿਲਕੁਲ ਮੁਖਤਸਰ ਜੀ ਡੈਫੀਨੇਸ਼ਨ ਹੈ, ਤੁਹਾਨੂੰ ਇਹ ਅਗਵਾਈ ਕਿਤਾਬ ਤੋਂ ਵੀ ਮਿਲ ਜਾਏਗੀ, ਠੀਕ ਹੈ। ਉਹ ਮੈਂ 3-4 ਕਿਤਾਬਾਂ ਤੋਂ ਇਹਦੀ ਡੈਫੀਨੇਸ਼ਨ ਪੜ੍ਹੀ ਹੈ। ਸਭ ਤੋਂ ਮਜ਼ੇਦਾਰ ਜਿਹੜੀ ਈਜ਼ੀਲੀ ਤੁਹਾਨੂੰ ਬੱਚਿਆਂ ਨੂੰ ਯਾਦ ਹੋ ਜਾਏਗੀ ਨਾ, ਮੈਂ ਉਹ ਲਿਖੀ ਹੈ, ਠੀਕ ਹੈ, ਐਜ਼ ਇਟ ਇਜ਼। ਅੱਛਾ ਵੇਖੋ, ਸ਼ਲੂਕ ਦੋ ਜਾਂ ਦੋ, ਜਾਂ ਵੀ ਹੋ ਸਕਦਾ ਹੈ, ਜਾਂ ਵੀ ਹੋ ਸਕਦਾ ਹੈ। ਇਹ ਵਾਲਾ ਦੋ ਜਾਂ ਦੋ ਤੋਂ ਵੱਧ ਮਿਸਰੇ, ਫਿਕਰੇ ਜਿਹੜੇ ਹੁੰਦੇ ਨੇ, ਮਿਸਰਿਆਂ ਵਾਲੀ ਇੱਕ ਏਜੀ ਨਜ਼ਮ ਤੁਹਾਨੂੰ ਕੱਲ ਮੈਂ ਦੱਸ ਕੇ ਆਇਆ ਸਾਂ, ठीक है ना। ये ते है लाजमी पाना, अलिफ जीम ये है,
ਇਹ ਜੀ ਨਜ਼ਮ ਹੈ। ਇਹ ਸ਼ਲੂਕ ਕੀ ਹੋ ਗਿਆ? ਪਹਿਲੀ ਗੱਲ ਨਜ਼ਮ ਹੈ, ਸ਼ਲੂਕ ਨਜ਼ਮ ਹੈ। ਸ਼ਲੂਕ ਦੇ ਕਿੰਨੇ ਮਿਸਰੇ ਹੁੰਦੇ ਨੇ? 2 ਜਾਂ 2 ਤੋਂ ਵੱਧ ਆਉਂਦੇ ਨੇ ਜ਼ਿਆਦਾ ਨੂੰ, ਠੀਕ ਹੈ। ਮਿਸਰੇ, ਫਿਕਰੇ, ਸੈਂਟੈਂਸਿਸ। ਸ਼ਲੂਕ ਕੀ ਹੁੰਦਾ ਜਨਾਬ? ਸ਼ਲੂਕ 2 ਜਾਂ 2 ਤੋਂ ਵੱਧ ਮਿਸਰਿਆਂ ਵਾਲੀ ਇੱਕ ਇਹੋ ਜਿਹੀ ਨਜ਼ਮ ਹੁੰਦੀ ਏ, ਤੁਸੀਂ ਇਹਨੂੰ ਇਹੋ ਜਿਹੀ ਲਿਖ ਲਓ, ਇਹ ਜੀ ਲਿਖ ਲਓ, ਜਿਸ ਨੂੰ ਕੀ ਹੋਵੇ ਕਿਸੇ ਅੱਲਾ ਲੋਕ ਨੇ ਲਿਖਿਆ ਹੋਵੇ। ਪਹਿਲੀ ਗੱਲ ਲੋ ਜੀ, ਇਹਦੀ ਜਿਹੜੀ ਬੁੰਤਰ ਹੈ, ਇਹਦੀ ਬਣਾਵਟ ਹੈ, ਉਹ ਇਹ ਵੇ 2 ਜਾਂ 2 ਤੋਂ ਵੱਧ ਮਿਸਰੇ ਹੋਣ। ਤੇ ਦੂਸਰੀ ਗੱਲ ਇਹਨੂੰ ਨਜ਼ਮ ਕਹਿੰਦੇ ਨੇ। ਦੋ ਗੱਲਾਂ। ਇਹਨੂੰ ਲਿਖਦਾ ਕੌਣ ਹੈ? ਅੱਲਾ ਲੋਕ, ਅੱਲਾ ਵਾਲਾ ਬੰਦਾ। ਉਹਦੇ ਵਿੱਚ ਮੌਜੂ, ਤੀਸਰੀ ਗੱਲ ਹੋ ਗਈ ਮੌਜੂ ਦੀ ਕੈਦ ਨਹੀਂ, ਨੋ ਰਿਸਟ੍ਰਿਕਸ਼ਨ ਅਬਾਊਟ ਉਹਦੇ ਟੌਪਿਕ। ਰੱਬ ਦੀ ਹਮਦ ਤੋਂ ਲੈ ਕੇ ਹਕੂਮਤੀ ਮਸ਼ੀਨਰੀ ਦੇ ਜ਼ੁਲਮ ਤੇ ਜਬਰ ਨੂੰ ਇਹਦਾ ਮੌਜੂ ਬਣਾਇਆ ਜਾ ਸਕਦਾ। ਠੀਕ ਹੋ ਗਿਆ ਬੇਟਾ? ਅੱਛਾ, ਰੱਬ ਦੀ ਹਮਦ ਕੋਈ ਵੀ ਸ਼ਾਇਰ ਹੈ, ਸੂਫੀ ਸ਼ਾਇਰ ਹੈ, ਜਦੀਦ ਸ਼ਾਇਰ ਨੇ, ਜਦੀਦ ਸ਼ਾਇਰਾਂ ਨੇ ਇਸ ਚੀਜ਼ ਦਾ ਖਿਆਲ ਨਹੀਂ ਰੱਖਿਆ। ਸੂਫੀ ਸ਼ਾਇਰਾਂ ਨੇ ਸਭ ਤੋਂ ਪਹਿਲਾਂ ਹਮਦ ਦੇ ਉੱਤੇ ਫੋਕਸ ਕੀਤਾ ਹੈ, ਹਮਦ ਲਾ ਕੇ ਲਿਖਦੇ ਸਨ। ਹੁਣ ਸ਼ਲੂਕ ਦੇ ਵਿੱਚ ਕੀ ਹੁੰਦਾ ਹੈ? ਰੱਬ ਦੀ ਹਮਦ ਤੋਂ ਲੈ ਕੇ ਨਾ ਗਵਰਨਮੈਂਟ ਦੀ ਜਿਹੜੀ ਮਸ਼ੀਨਰੀ ਹੈ, ਉਹਦਾ ਜ਼ੁਲਮ, ਜਿਹੜਾ ਤੁਸੀਂ ਅੱਜ ਕੱਲ ਸਟੇਟ ਦਾ ਜਬਰ ਵਹਿੰਦੇ ਹੋ, ਸ਼ਾਇਦ ਤੁਸੀਂ ਇਹਨੂੰ ਜ਼ੁਲਮ ਸਮਝਦੇ ਹੋ, ਕੁਝ ਲੋਕ ਨਹੀਂ ਸਮਝਦੇ। ਜਿਹੜਾ ਉਹ ਇੱਕ ਪੋਲੀਟੀਕਲ ਵਿਕਟਿਮਾਈਜੇਸ਼ਨ ਕਰਦੇ ਨੇ, ਉਹਨੂੰ ਆਂਦੇ ਨੇ ਹਕੂਮਤੀ ਮਸ਼ੀਨਰੀ ਦਾ ਜ਼ੁਲਮ ਤੇ ਜਬਰ ਨੂੰ ਮੌਜੂ ਬਣਾਇਆ ਜਾ ਸਕਦਾ। ਦੈਟ ਇਜ਼ ਸ਼ਲੂਕ। ਹੁਣ ਸ਼ਲੂਕ ਦੀ ਡੈਫੀਨੇਸ਼ਨ ਦਿੱਤਿਓਂ ਬਗੈਰ ਤੁਸੀਂ ਅੱਗੇ ਜਾਓਗੇ ਤੇ ਡੈਫੀਨਿਟਲੀ ਉਹ ਬੰਦਾ ਨਾਰਾਜ਼ ਹੋਏਗਾ। ਪੇਪਰ ਚੈੱਕ ਕਰਨ ਵਾਲਾ 2 ਨੰਬਰ ਹੀ ਤਾਂ ਲਾਜ਼ਮੀ ਦੇਗਾ ਕਿ ਇਹਨੂੰ ਸਨਫ ਦਾ ਪਤਾ ਹੈ ਬੱਚੇ ਨੂੰ, what is meant by ਸ਼ਲੂਕ। ਸ਼ਲੂਕ ਅਗਰ ਤੁਹਾਨੂੰ ਸਨਫ ਦਾ ਆਈਡੀਆ ਹੈ ਤੇ ਦੈਨ ਤੁਸੀਂ ਸਕਸੈਸਫੁਲ ਹੋ। ਠੀਕ ਹੈ ਜੀ, ਇਹ ਉਹਨੂੰ ਓਕੇ ਹੋ ਗਿਆ ਇੱਥੋਂ ਤੱਕ। ਇਸ ਤੋਂ ਅੱਗੇ ਨਾ ਸ਼ਾਇਰੀ ਦੇ ਫਿਰ ਚੀਦਾ ਮੌਜੂਆਤ ਨੇ, ਉਹਦੇ ਵਿੱਚ ਤੁਸੀਂ ਇੱਕ ਪੈਰਾ ਦੇਣਾ, ਇਸ ਤਰ੍ਹਾਂ ਨਹੀਂ ਦੇਣਾ। ਇਹ ਸਿਰਫ ਬੱਚਿਆਂ ਦੀ ਨਾ ਫੈਸਿਲਿਟੇਸ਼ਨ ਵਾਸਤੇ ਮੈਂ ਨੋਟਸ ਬਣਾਏ ਨੇ। ਤੁਸੀਂ ਆਖਣਾ ਕਿ ਬਾਬਾ ਜੀ ਜਿਹੜੇ ਨੇ ਪੰਜਾਬੀ ਦੇ ਅਖਲਾਕਿਆਤ ਦੇ ਉੱਤੇ ਨਾ ਉੱਚੀ ਗੱਲ ਕੀਤੀ ਹੈ, ਦੀਨ ਦੀ ਤਬਲੀਗ ਵੀ ਕੀਤੀ ਹੈ ਤੇ ਇਨਸਾਨ ਨੂੰ ਅੱਛੇ ਅਖਲਾਕ ਦੀ ਤਰਫ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਦਰਜ ਜ਼ੈਲ ਮੌਜੂਆਤ ਨੇ। ਉਹਦੇ 'ਚ ਇਸਲਾਮ ਦੀ ਤਬਲੀਗ ਕੀਤੀ ਹੈ। ਜ਼ਾਹਰੀ ਗੱਲ ਹੈ, ਇਸਲਾਮ ਦੀ ਤਬਲੀਗ ਵਿੱਚ ਬੰਦਾ ਦੱਸਦਾ ਹੈ ਕਿ ਝੂਠ ਨਾ ਬੋਲੋ, ਠੀਕ ਹੈ, ਸੱਚ ਬੋਲੋ, ਨਮਾਜ਼ ਪੜੋ, ਠੀਕ ਹੈ, ਰੋਜ਼ਾ ਰੱਖੋ, ਦੂਸਰਿਆਂ ਦਾ ਮਾਲ ਨਾ ਖਾਓ, ਦੂਸਰਿਆਂ ਦੇ ਉੱਤੇ ਜਬਰ ਨਾ ਕਰੋ, ਯਤੀਮ ਦੇ ਹਕੂਕ ਦਾ ਖਿਆਲ ਰੱਖੋ। ਉਹ ਸਾਰੀ ਤਬਲੀਗ ਜਿਹੜੀ ਅਖਲਾਕਿਆਤ 'ਚ ਆ ਜਾਂਦੀ ਹੈ। ਫਿਰ ਇਹਨਾਂ ਅਖਲਾਕਿਆਤ ਦਾ ਦਰਸ ਦਿੱਤਾ ਹੈ, ਇਬਾਦਤਾਂ, ਰਿਆਸਾਂ ਦੱਸੀਆਂ ਨੇ, ਨਮਾਜ਼ ਦੀ ਅਹਿਮੀਅਤ। ਇਹਨਾਂ ਇਹ ਵੀ ਅਖਲਾਕਿਆਤ ਹੈ। ਦੁਨੀਆਦਾਰੀ ਤੋਂ ਨਫ਼ਰਤ, ਮਤਲਬ ਦੁਨੀਆਦਾਰੀ ਤੋਂ ਨਫ਼ਰਤ ਤੋਂ ਮੁਰਾਦ ਹੈ ਮਾਲ ਜਮਾ ਨਾ ਕਰੋ, ਤੁਸਾਂ ਵਰਤ ਕੇ ਜਾਣਾ ਦੋਜ਼ਖ ਦੇ ਵਿੱਚ। ਇਹ ਉਹ ਸਾਰਾ ਮਾਮਲਾਤ ਜਿਹੜੇ ਬਾਬਾ ਜੀ ਪਤਾ ਨਹੀਂ ਕੀ ਦੱਸਿਆ ਹੋਵੇਗਾ। ਤੇ ਇਨਸਾਨ ਦੋਸਤੀ, ਸ਼ਰਾਫਤ, ਗਰੂਰ, ਤਕੱਬਰ ਦੀ ਨਿੰਦਿਆ, ਆਜਜ਼ੀ, ਇਨਕਸਾਰੀ, ਮੌਤ ਦਾ ਜ਼ਿਕਰ, ਨਫਸ ਦੀ ਪਾਕੀਜ਼ਗੀ, ਸਾਦਗੀ, ਮੁਰਸ਼ਦ ਦਾ ਜ਼ਿਕਰ, ਵਾਹਦਤੁਲ ਵਜੂਦ, ਰੱਬ ਦੀ ਰਜ਼ਾ। ਲੋ ਜੀ, ਇਹ 14 ਮੌਜੂ ਨੇ। ਤੁਸੀਂ ਨਾ ਜਦੋਂ ਤੁਹਾਨੂੰ ਕੁਐਸਚਨ ਆ ਜਾਏ ਨਾ ਬੇਟਾ 16 ਨੰਬਰ ਦਾ, ਅਸੀਂ ਇਸ ਤੋਂ ਪਹਿਲਾਂ ਜੋ ਕੁਝ ਲਿਖ ਕੇ ਆ ਗਏ ਆ ਇੱਥੋਂ ਤੱਕ, ਤੁਹਾਨੂੰ ਤੁਸੀਂ 5 ਨੰਬਰ ਦਾ ਜਿਹੜਾ ਨਾ ਕੁਐਸਚਨ ਆਪਣਾ ਅਟੈਂਪਟ ਕਰ ਲਿਆ ਹੁੰਦਾ 5 ਨੰਬਰ ਦਾ। ਠੀਕ ਹੈ, ਇਸ ਤੋਂ ਅੱਗੇ ਪਤਾ ਕੀ ਹੁੰਦਾ ਹੈ? ਇਸ ਤੋਂ ਅੱਗੇ ਜਿਹੜੀ ਗੇਮ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਤੁਸੀਂ ਇਹਨੂੰ ਸ਼ਾਇਰੀ ਨੂੰ ਆਪਣੇ ਰੈਸਟ ਆਫ 11 ਨੰਬਰ 10 ਨੰਬਰ ਪੂਰੇ ਕਰਨੇ ਹੁੰਦੇ ਨੇ। ਤੇ ਸ਼ਾਇਰੀ ਦੇ ਜਿਹੜੇ ਮੌਜੂਆਤ ਨੇ ਇਸ ਤਰ੍ਹਾਂ ਨਹੀਂ ਦੇਣੇ ਜਿਵੇਂ ਮੈਂ ਇੱਥੇ ਦਿੱਤੇ ਨੇ। ਤੁਸੀਂ ਇੱਕ ਪੈਰੇ ਦੀ ਫਾਰਮ ਦੇ ਵਿੱਚ ਮੌਜੂ ਦੇਣੇ ਨੇ। ਠੀਕ ਹੈ ਬੇਟਾ? ਪੈਰੇ ਦੀ ਫਾਰਮ ਦੇ ਵਿੱਚ ਉਹਨੂੰ ਅੱਛੇ ਤਰੀਕੇ ਦੇ ਨਾਲ ਲਿਖ ਕੇ ਤੇ ਫਿਰ ਤੁਸੀਂ ਇੱਕ ਇੱਕ ਕਰਕੇ ਉਹਨੂੰ ਡਿਫਾਈਨ ਕਰਦੇ ਜਾਣਾ। ਪਹਿਲਾ ਹੁਣ ਮੌਜੂ ਹੈ ਤਸੱਵੁਫ। ਹੁਣ ਤਸੱਵੁਫ ਕੀ ਚੀਜ਼ ਹੈ? ਜਿਹੜਾ ਬੰਦਾ ਤਸੱਵੁਫ ਨੂੰ ਸਮਝ ਲਏ, ਸਾਰੀ ਸ਼ਾਇਰੀ, ਸੂਫੀਆਨਾ ਸ਼ਾਇਰੀ ਨੂੰ ਉਹਨੇ ਸਮਝ ਲਿਆ। ਠੀਕ ਹੈ? ਤਸੱਵੁਫ ਦੀਨ ਦੀ ਅਮਲੀ ਸੂਰਤ ਨੂੰ ਤਸੱਵੁਫ ਆਖਿਆ ਜਾਂਦਾ ਹੈ। ਦੀਨ ਦੀ ਅਮਲੀ ਸੂਰਤ ਨੂੰ ਤਸੱਵੁਫ ਆਖਿਆ ਜਾਂਦਾ ਹੈ। ਠੀਕ ਹੈ? ਤੇ ਦੀਨ ਦੀ ਅਮਲੀ ਸੂਰਤ ਨੂੰ ਤਸੱਵੁਫ ਤੋਂ ਮੁਰਾਦ ਕੀ ਹੈ? ਹੁਣ ਵੇਖੋ, ਤਸੱਵੁਫ ਇੱਕ ਇਲਮ ਹੈ। ਤਸੱਵੁਫ ਕਿਹੜਾ ਇਲਮ ਹੈ? ਇਹ ਹੁਣ ਦੂਸਰੀ ਗੱਲ ਹੈ। ਸੂਫੀਆਨਾ ਸ਼ਾਇਰੀ ਤਸੱਵੁਫ ਤੋਂ ਬਗੈਰ ਇਨਕੰਪਲੀਟ ਹੈ। ਤਸੱਵੁਫ ਤੋਂ ਬਗੈਰ ਸੂਫੀਆਨਾ ਸ਼ਾਇਰੀ ਕੀ ਹੈ ਬੇਟਾ? ਇਨਕੰਪਲੀਟ। ਤਸੱਵੁਫ ਉਹ ਇਲਮ ਹੈ। ਹੁਣ ਇਸ ਤੋਂ ਇਲਾਵਾ ਮੈਂ ਤੁਹਾਨੂੰ ਜਿਹੜੀਆਂ ਗੱਲਾਂ ਲਿਖਵਾਵਾਂਗਾ ਨਾ, ਇਸ ਚੀਜ਼ ਤੋਂ ਇਲਾਵਾ ਤੁਸੀਂ ਉਹ ਲਿਖ ਲੈਣੀਆਂ ਨੇ, ਨੋਟ ਕਰ ਲੈਣੀਆਂ ਨੇ। ਤਸੱਵੁਫ ਉਹ ਇਲਮ ਹੈ ਜਿਹਦੇ ਨਾਲ ਕੀ ਹੁੰਦਾ ਹੈ? ਨਫਸ ਦੀ ਸਫਾਈ ਹੋ ਜਾਂਦੀ ਹੈ। ਨਫਸ ਦੀ ਸਫਾਈ ਕੀ ਹੋ ਜਾਂਦਾ? ਨਫਸ ਦੀ ਸਫਾਈ। ਇਹ ਤਸੱਵੁਫ ਦੀ ਡੈਫੀਨੇਸ਼ਨ ਐਗਜ਼ੈਕਟ ਤੁਸੀਂ ਲਿਖਣਾ ਤਸੱਵੁਫ ਦੀ ਤਾਰੀਫ ਦੇ ਵਿੱਚ।
इत्थे पहला मौजू है तसव्वुफ, फिर तुसी थल्ले हैडिंग देनी है तसव्वुफ दी तारीफ, अलिफ आके ना। तसव्वुफ ओ इलम है जिहदे नाल नफ्स दी सफाई हो जांदी है, इखलाक दी पाकीज़गी, अंदरली ते बाहरली दुनिया दी तामीर ते तशकील। अंदर ज़ाहिर ते बातन दी गल हो रही, ठीक है ना। उस तो बाद नफसानी ख्वाहिशां या नफसानी ख्वाहिशात दा खात्मा हो जांदा है, ठीक है। दुनियादारी दी तलब खत्म हो जांदी है, ज़ाहिर ते बातन दी इस्लाह हो जांदी, इखलाकियात दा दर्स ते दिल नूं गैर अल्लाह तों पाक कर लेना। तो तसव्वुफ बेसिकली एक बड़ा खूबसूरत इलम है जिहड़ा दीन दे विच, इस्लाम दे विच, सूफियाना शायरी दे विच इहदा बड़ा उच्चा मुकाम है, ठीक है। तसव्वुफ ऐसा इलम है जिहड़ा इंसान दे दिल नूं पाकीज़ा कर दिंदा है। दीन दी जिहड़ी बेसिकली अमली सूरत है ना, ओहनूं तसव्वुफ आख्या जांदा है, ठीक है। तसव्वुफ जिहड़ी है ना, ਇਹਦੇ ਨਾਲ ਜਦੋਂ ਵੀ ਇਨਸਾਨ ਨੇ ਤਸव्वुफ ਦੇ ਉੱਤੇ ਫੋਕਸ ਕੀਤਾ ਹੈ ਜਾਂ ਤਸव्वुफ ਨੂੰ ਪੜ੍ਹਿਆ ਹੈ, ਉਹ ਇੱਕ ਸਾਲਿਕ ਸਾਲਿਕ ਬਣ ਜਾਂਦਾ ਹੈ। ਇਨਸਾਨ ਜਿਹੜਾ ਤਸव्वुफ ਨੂੰ ਪੜ੍ਹਨ ਵਾਲਾ ਹੈ ਨਾ, ਉਹ ਸਾਲਿਕ ਹੈ। ਉਹ ਸਟੂਡੈਂਟ ਜਿਹੜਾ ਉਹਨੂੰ ਸਾਲਿਕ ਕਵਾਂਗੇ। ਉਹ ਫਿਰ ਤਸव्वुफ ਦੀਆਂ ਮੰਜ਼ਿਲਾਂ ਤੈਅ ਕਰਦਾ, ਉਹਨੂੰ ਆਂਦੇ ਨੇ ਸਲੂਕ ਦੀਆਂ ਮੰਜ਼ਿਲਾਂ, ਠੀਕ ਹੈ ਨਾ। ਉਹ ਸਾਰੀਆਂ ਮੰਜ਼ਿਲਾਂ ਤੈਅ ਕਰਦਿਆਂ-ਕਰਦਿਆਂ ਤਸव्वुफ ਦੀਆਂ ਮੁਖਤਲਿਫ ਮੰਜ਼ਿਲਾਂ ਨੇ, ਜਿਹਦੇ 'ਚ ਇਸ਼ਕ-ਏ ਹਕੀਕੀ ਹੈ, ਵਹਦਤੁਲ ਵਜੂਦ ਹੈ, ਠੀਕ ਹੈ ਨਾ। ਰੱਬ ਦੀ ਯਾਦ ਹੈ, ਗੈਰ ਲਤਨਫੀ, ਉਹ ਸਾਰੀਆਂ ਜਿਹੜੀਆਂ ਤਸव्वुफ ਦੀਆਂ ਮੰਜ਼ਿਲਾਂ ਨੇ ਨਾ, ਉਹ ਸਾਲਿਕ ਸਲੂਕ ਦੀਆਂ ਮੰਜ਼ਿਲਾਂ ਜਿਹੜੀਆਂ ਤੈਅ ਕਰ ਰਿਹਾ ਹੁੰਦਾ, ਉਹ ਬੇਸਿਕਲੀ ਤਸव्वुफ ਹੁੰਦਾ, ਉਹਨੂੰ ਤਸव्वुफ ਆਂਦੇ ਨੇ। ਤਸव्वुफ ਦੀਨ ਦੀ ਅਮਲੀ ਸੂਰਤ ਨੂੰ ਆਂਦੇ ਨੇ। ਇਹ ਇਲਮ ਹੈ, ਇਹ ਉਹ ਜਿਹੜਾ ਹੈ, ਮੈਂ ਤੁਹਾਨੂੰ ਕੱਲ ਦੱਸਿਆ ਸੀ ਉਹ ਦਾ ਉਰਦੂ ਤੇ ਪੰਜਾਬੀ ਦੇ ਵਿੱਚ ਲਿਖਣ ਦਾ ਤਰੀਕਾ ਉਹ ਵੇ। ਉਹ ਇਲਮ ਹੈ, ਇਹ ਹੈ ਦਾ ਜਿਹੜਾ ਨਾ ਉਹ ਇਹ ਵੇ। ਜਿਹਦੇ ਨਾਲ ਜੀਮ ਇਹ ਹੈ ਲਾਜ਼ਮੀ ਪਾਣਾ ਪੁੱਤਰ, ਜਿਹਦੇ ਨਹੀਂ ਕਰ ਦੇਣਾ, ਜੀਮ ਇਹ ਦਾਲ ਜਿਹਦੇ। ਨਫਸ ਦੀ ਸਫਾਈ, ਇਹਲਾਕ ਦੀ ਪਾਕੀਜ਼ਗੀ। ਇੱਕ ਨਫਸ ਦਾ ਲਫ਼ਜ਼ ਆ ਜਾਏਗਾ, ਦੂਜਾ ਇਹਲਾਕ ਦਾ। ਅੰਦਰਲੀ ਤੇ ਬਾਹਰਲੀ ਦੁਨੀਆ ਦੀ ਤਾਮੀਰ ਤੇ ਤਸ਼ਕੀਲ, ਨਫਸਾਨੀ ਖ਼ਵਾਹਿਸ਼ਾਂ ਦਾ ਖਾਤਮਾ ਤੇ ਜ਼ਾਹਿਰ ਤੇ ਬਾਤਨ ਦੀ ਇਸਲਾਹ, ਇਖਲਾਕੀਅਤ ਦਾ ਦਰਸ, ਗੈਰ ਅੱਲਾਹ ਤੋਂ ਮੁਰਾਦ ਹੈ ਸ਼ਿਰਕ, ਇਥੋਂ ਪਾਕ ਕਰ ਲੈਣਾ। ਇਹ ਤਸव्वुफ ਹੈ ਬੇਸਿਕਲੀ, ਠੀਕ ਹੈ ਨਾ। ਸਾਲਿਕ ਤੇ ਸਲੂਕ ਦੀ ਤੁਹਾਨੂੰ ਸਮਝ ਆ ਗਈ। ਅੱਛਾ, ਇਹਦੇ ਵਿੱਚ ਜਦੋਂ ਤੁਸੀਂ ਇਹ ਚੀਜ਼, ਇਹ ਤੁਹਾਡੀ ਐਕਸਪਲੇਨੇਸ਼ਨ ਐਕਸਪਲੇਨ ਕਰ ਦਿੱਤਾ, ਤੇ ਫਿਰ ਤੁਸੀਂ ਪੁੱਤਰ ਇੱਕ ਸ਼ੇਰ ਲਿਖਣਾ ਹੈ। ਇਹ ਤੁਹਾਡਾ ਪਹਿਲਾ ਸ਼ੇਰ ਹੈ। ਸ਼ੇਰ ਤੁਸੀਂ ਹਮੇਸ਼ਾ ਕੋਸ਼ਿਸ਼ ਕਰਨੀ ਹੈ ਸੈਂਟਰਲ ਪਾਰਟ ਆਫ ਪੇਜ ਦੇ ਵਿੱਚ ਲਿਖਣਾ ਹੈ। ਫਰੀਦਾ ਇਹਨਾਂ ਦਾ ਤਖੱਲੁਸ ਹੈ। ਉਹਨਾਂ ਕਿਹਾ ਫਰੀਦਾ ਸ਼ਕਰ, ਖੰਡ, ਮਿਵਾਤ, ਗੁੜ, ਇੱਥੇ ਨਿਵਾਤ ਹੈ। ਮਾਖੀਓਂ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਲਓ ਜੀ, ਇਸ ਸ਼ੇਰ ਦੇ ਮਤਲਬ ਸਮਝ ਲਓ ਤੇ ਤੁਹਾਡਾ ਸ਼ੇਰ ਇੰਨਾ ਆਸਾਨ ਹੋ ਜਾਏਗਾ, ਤੁਸੀਂ ਹੁਣੇ ਹੀ ਯਾਦ ਕਰ ਲੈਣਾ। ਫਰੀਦਾ ਉਹਦਾ ਤਹੱਲੁਸ ਹੈ ਬਾਬਾ ਜੀ ਦਾ। ਸ਼ਕਰ ਤੁਹਾਨੂੰ ਪਤਾ ਹੈ ਜਿਹੜੀ ਗੁੜ ਤੋਂ, ਇਹ ਗੁੜ ਤੋਂ ਪਹਿਲਾਂ ਜਿਹੜੀ ਫਾਰਮ ਹੁੰਦੀ ਹੈ ਜਾਂ ਪੀਸੀ ਹੋਈ ਗੁੜ ਦੀ ਸ਼ਕਲ ਹੈ, ਉਹਨੂੰ ਆਂਦੇ ਨੇ ਸ਼ਕਰ। ਖੰਡ ਜਿਹੜੀ ਗੁੜ ਤੋਂ ਅੱਗੋਂ ਕੈਮੀਕਲ ਪਾ ਕੇ ਅਸੀਂ ਚੀਨੀ ਬਣਾਉਂਦੇ ਹਾਂ, ਸ਼ੂਗਰ, ਉਹ ਖੰਡ ਹੈ। ਉਹਨੇ ਕਿਹਾ ਸ਼ਕਰ, ਖੰਡ, ਨਿਵਾਤ ਮਿਸਰੀ ਨੂੰ ਆਂਦੇ ਨੇ। ਉਹ ਜਿਹੜੀ ਮਿਸਰੀ ਵਾਈਟ ਕਲਰ ਦੀ ਕ੍ਰਿਸਟਲ ਕਲਰ ਦੀ ਹੁੰਦੀ ਹੈ ਨਾ, ਉਹਨੂੰ ਆਂਦੇ ਨੇ, ਜਿਹੜੀ ਬੜੀ ਮਿੱਠੀ ਜਿਹੀ ਹੁੰਦੀ ਹੈ। ਗੁੜ ਉਹ ਸ਼ੱਕਰ ਦੀ ਜਿਹੜੀ ਹੈ ਨਾ ਸੋਲਿਡ ਫਾਰਮ ਹੁੰਦੀ ਹੈ। ਮਾਖੀਓਂ ਹੁੰਦਾ ਜਿਹੜੀ ਮੱਖੀ ਦਾ ਸ਼ਹਿਦ ਨਿਕਲਦਾ ਨਾ, ਉਹ ਸਭ ਤੋਂ ਮਿੱਠਾ ਹੈ ਵੇ। ਮਾਝਾ ਦੁੱਧ, ਮੱਝ ਦਾ ਦੁੱਧ, ਮਾਝਾ ਮੱਝ ਨੂੰ ਆਂਦੇ ਨੇ। ਉਹਨੇ ਕਿਹਾ ਫਰੀਦਾ ਸ਼ਕਰ, ਖੰਡ, ਨਿਵਾਤ, ਗੁੜ, ਮਾਖੀਓਂ, ਮਾਝਾ ਦੁੱਧ, ਇਹ ਜਿਹੜੀਆਂ ਸਾਰੀਆਂ ਸ਼ੈਵਾਂ ਨੇ, ਉਹਨੇ ਕਿਹਾ ਸਭੇ, ਸਭ ਵਸਤੋਂ ਆਂਦੀਆਂ ਨੇ ਚੀਜ਼ਾਂ ਨੂੰ, ਸ਼ੈਵਾਂ ਨੂੰ, ਮਿੱਠੀਆਂ, ਸਭੇ ਵਸਤੋਂ ਮਿੱਠੀਆਂ। ਉਹਨੇ ਕਿਹਾ ਇਹਨਾਂ ਦੀ ਤਮਾਮ ਜਿਹੜੀ ਤਸੀਰ ਹੈ ਉਹ ਮਿੱਠੀ ਸਾਰਿਆਂ ਦੀ, ਲੇਕਿਨ ਰੱਬ ਨਾ ਪੁੱਜਣ ਤੁਧ, ਤੂੰ ਰੱਬ ਦੀ ਮਿਠਾਸ ਤੱਕ ਨਹੀਂ ਪਹੁੰਚ ਸਕਦਾ। ਰੱਬ ਦੀ ਮਿਠਾਸ ਇਹਨਾਂ ਸਾਰਿਆਂ ਤੋਂ ਆਲਾ ਹੈ। ਇਹ ਗੈਰ ਅੱਲਾ ਤੋਂ ਪਾਕ ਕਰਨ ਤੋਂ ਮੁਰਾਦ ਹੈ ਇਹ ਕਿ ਰੱਬ ਤੱਕ ਪਹੁੰਚੋ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਰੱਬ ਦੀ ਯਾਦ, ਰੱਬ ਨਾਲ ਦਿਲ ਲਾਣਾ, ਰੱਬ ਤੱਕ ਪਹੁੰਚਣਾ, दीन नू अमली सूरत दे विच पहनाना, तसव्वुफ दी मंजिल तय करना, सालिक बनना, सलूक दीयां मंजिलां तय करदे होया तसव्वुफ दे आला दर्जे ते पहुंचना, इंसान जेहड़ा है ना अल्लाह पाक नू पहचान के इन्हां सारियां मिठियां शैवां तो ज़्यादा मिठा इल्म हासिल कर सकदा है। इंसान अपना इखलाक मिठा कर सकदा है। ठीक हो गया जी ए चीज़। अच्छा, दूसरा ए शेर है, ए तुहाडी मर्ज़ी है, एडिशनल शेर है। एक एक होर गल याद रख लो,
ਜਦੋਂ ਤੁਸੀਂ ਬੇਟਾ ਸ਼ੇਰ ਲਿਖ ਲਓ ਉਹਦੇ ਥੱਲੇ ਕੋਈ ਚੀਜ਼ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ। ਪੰਜਾਬੀ ਦੇ ਵਿੱਚ ਇਹਨੂੰ ਬੜਾ ਗਲਤ ਸਮਝਿਆ ਜਾਂਦਾ ਹੈ। ਤੁਸੀਂ ਜਦੋਂ ਥੱਲੇ ਸ਼ੇਰ ਭਾਵੇਂ ਕਿਤਾਬਾਂ ਦੇ ਵਿੱਚ ਐਕਸਪਲੇਨ ਹੋਏ ਨੇ, ਪੇਪਰ ਦੇ ਵਾਸਤੇ ਪੇਪਰ ਪੁਆਇੰਟ ਆਫ ਵਿਊ ਦੇ ਨਾਲ ਜਦੋਂ ਤੁਸੀਂ ਇੱਕ ਸ਼ੇਰ ਲਿਖ ਦਿੱਤਾ ਹੈ, ਉਹਦੇ ਥੱਲੇ ਕੋਈ ਚੀਜ਼ ਨਹੀਂ ਲਿਖਣੀ। ਸ਼ੇਰ ਲਿਖਣਾ ਤੇ ਤੁਹਾਡੀ ਮਰਜ਼ੀ ਹੈ ਜਾਂ ਐਡੀਸ਼ਨਲ ਸ਼ੇਰ ਦੇਣਾ ਤੇ ਉਹਦੇ ਵਾਸਤੇ ਤੁਸੀਂ ਥੋੜੀ ਜਿਹੀ ਤਮਹੀਦ ਬਣ ਸਕਦੇ ਹੋ, ਲੇਕਿਨ ਇੱਕ ਦੋ ਲਾਈਨਾਂ ਛੱਡ ਕੇ, ਠੀਕ ਹੈ। ਮਜ਼ੀਦ ਇਹਦੇ ਬਾਰੇ ਤੁਸੀਂ ਕਹਿਣਾ ਕਿ ਇੱਕ ਹੋਰ ਵੰਗੀ ਐਸੇ ਜਿਵੇਂ ਆਂਦੇ ਨਾ ਇਨ ਦਿਸ ਰਿਗਾਰਡ ਫਰਦਰ ਮੋਰ ਇਨ ਐਡੀਸ਼ਨ ਟੂ ਦੈਟ ਵਗੈਰਾ ਵਗੈਰਾ, ਜਿਹੜਾ ਤੁਸੀਂ ਕਨੈਕਟਰਸ ਲਾਉਂਦੇ ਹੋ ਇੰਗਲਿਸ਼ ਐਸੇ ਦੇ ਵਿੱਚ, ਉਹ ਹੀ ਚੀਜ਼ ਕਿ ਇੱਕ ਹੋਰ ਵੰਗੀ, ਇੱਕ ਹੋਰ ਮਿਸਾਲ ਤਸਵੁਫ ਦੀ ਜਿਹੜੀ ਮੰਜ਼ਿਲ ਪੇਸ਼ ਕਰਦੀ ਹੈ, ਤਸਵੁਫ ਨੂੰ ਪੇਸ਼ ਕਰਦੀ ਹੋਇਆ ਉਹ ਆਂਦਾ ਫਰੀਦਾ ਰੋਟੀ ਮੇਰੀ ਕਾਠ ਦੀ, ਕਾਠ ਆ ਲੱਕੜੀ ਸ਼ਕੜੀ ਦੀ, ਮੇਰੀ ਰੋਟੀ ਲੱਕੜੀ ਦੀ, ਲਾਵਨ ਮੇਰੀ ਭੁੱਖ ਲਾ ਦਿੰਦੀ ਏ, ਜਿਹੜੀ ਮੇਰੀ ਹੰਗਰਨੈਸ ਹੈ ਉਹ ਅੰਦਰੋਂ ਖਤਮ ਕਰ ਦਿੰਦੀ ਹੈ, ਮੇਰੀ ਐਪੀਟਾਈਜੇਸ਼ਨ ਦੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਖਤਮ ਕਰ ਦਿੰਦੀ ਹੈ। ਜਿੰਨਾ ਜੀਮ ਇਹ ਹੈ ਇਹ ਮਿਲਾ ਵੀ ਨਾਲ ਨਾਲ ਸਹੀ ਕਰਦੇ, ਜਿੰਨਾ ਖਾਦੀ ਚੋਪੜੀ, ਚੋਪੜੀ ਆਂਦੇ ਨੇ ਘਿਓ ਲਾ ਕੇ ਪਰਾਠੇ ਖਾਣਾ, ਘਨੇ ਸਹਿਣਗੇ ਦੁੱਖ, ਉਹਨਾਂ ਨੂੰ ਦੁੱਖ ਸਹਿਣੇ ਪੈਣਗੇ, ਉਹਨਾਂ ਨੂੰ ਕੁੱਟ ਪਵੇਗੀ ਅਗਲੇ ਜਾਨ। ਮਤਲਬ ਇਹ ਵੇ ਚੋਪੜੀ ਤੋਂ ਮੁਰਾਦ ਸਿਰਫ ਚੋਪੜੀ ਰੋਟੀ ਨਹੀਂ, ਜਿਨ੍ਹਾਂ ਇੱਥੋਂ ਦੀਆਂ ਮੌਜਾਂ ਲੁੱਟੀਆਂ ਨੇ ਦੁਨੀਆਦਾਰੀ ਦੀਆਂ, ਨਿਯਮਤਾਂ ਇੰਜੋਏ ਕੀਤੀਆਂ ਨੇ, ਉਹਨਾਂ ਨੂੰ ਕੁੱਟ ਖਾਣੀ ਪਵੇਗੀ, ਹਿਸਾਬ ਦੇਣਾ ਪਵੇਗਾ। ਹੁਣ ਇੱਥੇ ਮੈਂ ਤੁਹਾਨੂੰ ਇੱਕ ਵਾਕਿਆ ਸੁਣਾਣਾ, ਉਹ ਹਜ਼ਰਤ ਅਲੀ अलैहिस्सलाम ਦਾ ਵਾਕਿਆ। ਉਹਨਾਂ ਜੀ ਨਬੀ ਕਰੀਮ ਨੇ ਕਿਹਾ ਜੀ ਸਭ ਤੋਂ ਸੌਖਾ ਹਿਸਾਬ ਹਜ਼ਰਤ ਅਲੀ ਦਾ ਹੋਏਗਾ, ਕਿਉਂਕਿ ਉਹਨਾਂ ਕੁਛ ਮਾਲੇ ਗਨੀਮਤ ਵਿੱਚ ਚੀਜ਼ਾਂ ਵੰਡੀਆਂ। ਹਜ਼ਰਤ ਅਲੀ ਨੂੰ 2 ਖਜੂਰਾਂ ਆਈਆਂ, ਠੀਕ ਹੈ ਨਾ। ਉਹਨਾਂ ਕਿਹਾ ਆਪਣਾ ਆਪਣਾ ਆ ਕੇ ਨਾ ਹਿਸਾਬ ਦਿਓ, ਕੋਈ ਪੱਥਰ ਗਰਮ ਸੀ ਉਹਦੇ ਤੇ ਖੜੇ ਹੋ ਕੇ ਨਾ ਹਿਸਾਬ ਦੇ ਰਹੇ ਸਨ। ਤੇ ਕੁਛ ਕਿਸੇ ਨੇ ਕਿਹਾ ਮੈਂ ਫਲਾਂ ਚੀਜ਼ ਇੱਥੇ ਲਾਈ, ਫਲਾਂ ਉਹਨੂੰ ਦਿੱਤੀ, ਫਲਾਂ ਬੇਟੇ ਨੂੰ, ਫਲਾਂ ਬੀਵੀ ਨੂੰ, ਫਲਾਂ ਇਹ ਫਲਾਂ ਉਹ। ਹਜ਼ਰਤ ਅਲੀ ਆਏ ਨੇ, ਉਹਨਾਂ ਕਿਹਾ ਮੈਨੂੰ 2 ਖਜੂਰਾਂ ਮਿਲੀਆਂ ਸਨ, ਇੱਕ ਮੈਂ ਆਪਣੇ ਗੁਲਾਮ ਨੂੰ ਦੇ ਦਿੱਤੀ, ਇੱਕ ਮੈਂ ਖਾ ਗਿਆ, ਇਹ ਉਹ ਐਟਸੈਟਰਾ। ਇਸ ਤਰ੍ਹਾਂ ਕਰਕੇ ਨਾ ਬੜਾ ਮੁਖਤਸਰ ਜਿਹਾ ਉਹ ਤੋਂ ਮੁਰਾਦ ਹੈ ਚੋਪੜੀ, ਜਿਹਨੇ ਜਿਹਨੇ ਇੰਜੋਏ ਕੀਤਾ ਹੈ ਉਹ ਉਹਨੇ ਅੱਗੇ ਦੁੱਖ ਵੀ ਸਹਿਣੇ। ਲੇਕਿਨ ਇਹਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਪੈਸਾ ਹੀ ਨਾ ਕਮਾਓ, ਪੈਸਾ ਇੱਕ ਰਿਐਲਿਟੀ ਹੈ, एवरीवन ਮਸਟ ਅਰਨ, ਠੀਕ ਹੈ ਨਾ। ਦੁਨੀਆ ਤੇ ਪੈਸੇ ਤੋਂ ਬਗੈਰ ਇਨਸਾਨ ਦੀ ਕੋਈ ਵੈਲਿਊ ਨਹੀਂ, ਕੋਈ ਵਕਤ ਨਹੀਂ। ਇਹ ਦੁਨੀਆ ਦੀ ਵਾਕਈ ਹੀ ਰਿਐਲਿਟੀ, ਠੀਕ ਹੈ। ਇਹ ਨਹੀਂ ਕਿ ਤੁਸੀਂ ਬਿਲਕੁਲ ਹੀ ਲਾਗਰਜ਼ ਹੋ ਜਾਓ। ਦੁਨੀਆ ਦੇ ਜ਼ਿੰਦਗੀ ਅੱਛੀ ਗੁਜ਼ਾਰਨ ਵਾਸਤੇ ਜਾਂ ਲੋਕਾਂ ਦੇ ਦਰਮਿਆਨ ਆਪਣਾ ਮੁਕਾਮ ਮਰਤਬਾ ਕਾਇਮ ਰੱਖਣ ਵਾਸਤੇ ਮਨੀ ਇਜ਼ ਰਿਐਲਿਟੀ। अच्छा, दूसरी चीज़ है वहदतुल वजूद, तसव्वुफ़ दी दूसरी फ़ॉर्म चलदी आ रही है, ठीक है ना। वहदतुल वजूद तो मुराद की है, वहदत तो की मुराद है। ਕੋਈ ਬੱਚਾ ਵਹਦਤੁਲ ਵਜੂਦ ਦੇ ਕਨਸੈਪਟ ਨੂੰ ਸਮਝਦਾ ਹੋਏਗਾ, ਇਸ ਤੋਂ ਪਹਿਲਾਂ ਤੁਸੀਂ ਨਾ ਪਾਕਿਸਤਾਨ ਅਫੇਅਰ ਦੇ ਵਿੱਚ ਵਹਦਤੁਲ ਵਜੂਦ ਪੜ੍ਹਿਆ ਹੋਏਗਾ। ਪਾਕਿਸਤਾਨ ਅਫੇਅਰ ਦੇ ਵਿੱਚ ਵਹਦਤੁਲ ਵਜੂਦ ਤੇ ਵਹਦਤੁਲ ਸ਼ਹੂਦ 2 ਕਨਸੈਪਟ ਨੇ, ਠੀਕ ਹੈ। ਹੁਣ ਤਸਵੁਫ ਦਾ ਸਭ ਨਾਲੋਂ ਅਹਿਮ ਨਜ਼ਰੀਆ, ਤਸਵੁਫ ਮੇਨ ਚੀਜ਼ ਹੈ, ਬਾਕੀ ਇਸ਼ਕ ਹਕੀਕੀ ਤੇ ਵਹਦਤੁਲ ਵਜੂਦ ਇਹ ਜਿਹੜਾ ਨਾ ਇਹ ਸਾਰੀਆਂ ਚੀਜ਼ਾਂ ਤਸਵੁਫ ਦੇ ਸਬ ਪਾਰਟਸ ਨੇ। ਤਸਵੁਫ ਦਾ ਸਭ ਨਾਲੋਂ ਅਹਿਮ ਨਜ਼ਰੀਆ ਵਹਦਤੁਲ ਵਜੂਦ ਹੈ। ਤਸਵੁਫ ਦਾ ਸਭ ਨਾਲੋਂ ਅਹਿਮ ਨਜ਼ਰੀਆ ਕੀ ਹੈ? ਵਹਦਤੁਲ ਵਜੂਦ। ਹੁਣ ਵਹਦਤੁਲ ਵਜੂਦ ਇਹਨੂੰ ਫਾਰਸੀ ਦੇ ਵਿੱਚ ਨਾ ਹਮਾ ਔਸਤ ਆਂਦੇ ਨੇ, ਠੀਕ ਹੈ ਬੇਟਾ। ਇਹਨੂੰ ਫਾਰਸੀ ਦੇ ਵਿੱਚ ਕੀ ਆਂਦੇ ਨੇ? ਇਹ ਯਾਦ ਰੱਖ ਲਓ, ਹਮਾ ਔਸਤ। ਅੱਛਾ, ਇਸ ਨਜ਼ਰੀਏ ਦੇ ਮੁਤਾਬਕ ਕੀ ਹੈ? ਉਹਨਾਂ ਕਿ ਸਾਰੀ ਜਿਹੜੀ ਕਾਇਨਾਤ ਹੈ ਉਹ ਵਜੂਦੇ ਖੁਦਾ ਅੱਲਾਹ ਤਾਲਾ ਦੇ ਵਜੂਦ ਤੋਂ ਪੈਦਾ ਹੋਈ। ਹੁਣ ਇਹ ਨਜ਼ਰੀਆ ਜਿਹਨੇ ਪੇਸ਼ ਕੀਤਾ ਸੀ ਉਸ ਬਾਬਾ ਜੀ ਦਾ ਨਾਮ ਸੀ ਇਬनुल अरबी। ਇਹਨੇ ਪੇਸ਼ ਕੀਤਾ इब्नुल अरबी। ਇਹਨੂੰ ਬੇਟਾ ਤੁਸੀਂ ਲਿਖ ਲਓ इब्नुल अरबी, इब्नुल अरबी, ठीक है। इब्नुल अरबी ने पेश ਕੀਤਾ। इब्नुल अरबी अगर ਤੁਸੀਂ ਇਰਤੁਗਰਲ ਡਰਾਮਾ ਵੇਖਿਆ ਉਹਦੇ ਜੋ ਬਾਬਾ ਜੀ ਜਿਹੜੇ ਹੁੰਦੇ ਨੇ ਉਹਨਾਂ ਪੇਸ਼ ਕੀਤਾ ਸੀ ਹਮਾ। ਅੱਛਾ, ਵਜੂਦ ਤੋਂ ਮੁਰਾਦ ਹੈ ਜਿਹੜਾ ਵਜੂਦ, ਜਿਹੜਾ ਨਾਉਜ਼ ਬਿल्ला ਕੋਈ ਤੁਸੀਂ ਕਹਿ ਰਹੇ ਹੋ ਅੱਲਾਹ ਪਾਕ ਵਜੂਦ ਰੱਖਦਾ, ਅਸੀਂ ਸੋਚ ਵੀ ਨਹੀਂ ਸਕਦੇ ਨਾ ਅੱਲਾਹ ਪਾਕ ਦੀ ਸ਼ਾਨ ਦੇ ਬਾਰੇ। ਅੱਲਾਹ ਪਾਕ ਨੇ ਕਿਹਾ ਨਾ ਮੈਂ ਜਿਸਮ ਰੱਖਣਾ, ਨਾ ਹੱਥ, ਨਾ ਪੈਰ। ਵਹਦਤ ਅੱਲਾਹ ਪਾਕ, ਵਹਦਤ ਦਾ ਵਜੂਦ ਮਤਲਬ ਤੁਸੀਂ ਮੈਂ ਜਿਹੜੇ ਲੈਪਟਾਪ ਤੋਂ ਮੈਂ ਤੁਹਾਨੂੰ ਪੜ੍ਹਾ ਰਿਹਾ ਇਹਦੇ ਰਿਲੇਟਿਡ तमाम ਚੀਜ਼ਾਂ ਚਰਿੰਦ ਪਰਿੰਦ ਈਚ ਐਂਡ ਐਵਰੀਥਿੰਗ ਅੱਲਾਹ ਪਾਕ ਦੇ ਵਜੂਦ ਤੋਂ ਪੈਦਾ ਹੋਈਆਂ ਨੇ। ਹਰ ਸ਼ੈ ਅੱਲਾਹ ਦੇ ਵਜੂਦ ਤੋਂ ਪੈਦਾ ਹੋਈ ਹੈ। ਹੁਣ ਅੱਲਾਹ ਪਾਕ ਇੱਕ ਨੂਰ ਨੇ, ਠੀਕ ਹੈ। ਅਸੀਂ ਬਸ਼ਰ ਹਾਂ, ਅਸੀਂ ਮਿੱਟੀ ਦੇ ਬਣੇ ਹਾਂ, ਠੀਕ ਹੈ। ਹੁਣ
ਉਹ ਕਹਿੰਦੇ ਇਹ ਨੇ ਕਿ ਅੱਲਾਹ ਪਾਕ ਨੇ ਆਪਣੇ ਆਪ ਨੂੰ ਮੁਖਤਲਿਫ ਸਿਫਾਤ, ਮੁਖਤਲਿਫ ਖੂਬੀਆਂ ਦੇ ਵਿੱਚ ਜਿਹੜਾ ਜ਼ਾਹਿਰ ਕੀਤਾ ਹੈ, ਉਹ ਬੇਸਿਕਲੀ ਵਾਹਦਤੁਲ ਵਜੂਦ ਦਾ ਇੱਕ ਅੰਗ ਹੈ। ਦੂਸਰਾ ਕਨਸੈਪਟ ਇਹਦੇ ਅਗੇਂਸਟ ਹੈ ਵਾਹਦਤੁਲ ਸ਼ਹੂਦ। ਉਹਨਾਂ ਕਿ ਪੈਦਾ ਨਹੀਂ ਹੋਏ, ਹਰ ਚੀਜ਼ ਅੱਲਾਹ ਪਾਕ ਦੀ ਐਗਜ਼ਿਸਟੈਂਸ ਦਾ ਸ਼ਹਾਦਤ ਦੇ ਰਹੀ ਹੈ, ਐਨੀ ਸ਼ਾਹਦ ਹੈ, ਗਵਾਹੀ ਹੈ। ਅੱਲਾਹ ਪਾਕ ਦਿਨ ਤੇ ਰਾਤ ਚਲਾ ਰਹੇ ਨੇ, ਸੂਰਜ ਨਿਕਲ ਰਿਹਾ, ਚੰਨ ਨਿਕਲ ਰਿਹਾ, ਬਾਰਿਸ਼ ਹੋ ਰਹੀ ਹੈ, ਜਿਹੜਾ ਕੁਦਰਤ ਦਾ ਨਿਜ਼ਾਮ ਚੱਲ ਰਿਹਾ ਉਹ ਸ਼ਹਾਦਤ ਹੈ, ਵਜੂਦ ਨਹੀਂ। ਠੀਕ ਹੈ, ਇਹ ਚੀਜ਼, ਇਹ ਦੋਵੇਂ ਚੀਜ਼ਾਂ ਤੁਸੀਂ ਅੱਛੀ ਤਰ੍ਹਾਂ ਸਮਝ ਲੈਣਾ। ਤੁਸੀਂ ਜਦੋਂ ਵੀ ਜਿੱਥੇ ਵੀ ਵਾਹਦਤੁਲ ਵਜੂਦ ਦਾ ਕਨਸੈਪਟ ਲਿਖੋਗੇ, ਚਾਵਾਂ ਸ਼ਾਇਰਾਂ ਦੇ ਵਿੱਚ ਹੈਡਿੰਗਸ ਦੇ ਵਿੱਚ ਡੈਫੀਨੇਸ਼ਨ ਐਕਸਪਲੇਨੇਸ਼ਨ ਇਹੋ ਹੀ ਰਹੇਗੀ। ਠੀਕ ਹੈ, ਸਬਬ ਦਾ ਸਭ ਨਾਲੋਂ ਅਹਿਮ ਨਜ਼ਰੀਆ ਵਾਹਦਤੁਲ ਵਜੂਦ ਹੈ। ਇਹਨੂੰ ਫਾਰਸੀ ਦੇ ਵਿੱਚ ਹਮਾ ਔਸਤ ਆਂਦੇ ਨੇ। ਇਬਨੁਲ ਅਰਬੀ ਸਾਹਿਬ ਨੇ ਇਸ ਨਜ਼ਰੀਏ ਨੂੰ, ਮੁਹੱਯਿਦੀਨ ਇਬਨੁਲ ਅਰਬੀ ਇਹਨਾਂ ਦਾ ਪੂਰਾ ਨਾਮ ਹੈ, ਠੀਕ ਹੈ ਨਾ, ਉਹਨਾਂ ਇਹਨਾਂ ਦੀ ਜਿਹੜਾ ਹੈ ਬੁਨਿਆਦ ਰੱਖੀ। ਇਬਨੁਲ ਅਰਬੀ ਜਿਹੜਾ ਹੈ ਨਾ, ਉਹ ਬਾਬਾ ਜੀ ਤੋਂ 1240 ਦੇ ਵਿੱਚ ਉਹਦੀ ਵਫਾਤ ਹੋ ਗਈ, ਬਾਬਾ ਦੀ ਇਬਨੁਲ ਅਰਬੀ ਦੀ। ਠੀਕ ਹੈ, ਤੇ ਬਾਬਾ ਜੀ ਦੀ ਵਫਾਤ ਹੋਈ ਹੈ 1280 ਦੇ ਵਿੱਚ, 40 ਸਾਲ ਉਹਨਾਂ ਤੋਂ ਪਹਿਲਾਂ ਚਲੇ ਗਏ। ਠੀਕ ਹੈ, ਉਹਨਾਂ ਬਾਬਾ ਜੀ ਨੇ ਜਿਹੜੇ ਨਾ ਸਾਰੀ ਜ਼ਿੰਦਗੀ ਉਹਨਾਂ ਇਸ ਨਜ਼ਰੀਏ ਦਾ ਪ੍ਰਚਾਰ ਕੀਤਾ ਹੈ, ਜਿਹੜੇ ਇਬਨੁਲ ਅਰਬੀ ਸਾਹਿਬ ਸਨ। ਹੁਣ ਰੱਬ ਸੋਹਣੇ ਨੇ ਆਪਣੇ ਆਪ ਨੂੰ ਅਗਰ ਮੁਖਤਲਿਫ ਸਿਫਾਤ ਹੀ ਜ਼ਾਹਿਰ ਵੀ ਕੀਤਾ, ਲੇਕਿਨ ਇਸ ਤਰ੍ਹਾਂ ਨਹੀਂ ਅਸੀਂ ਕਹਿ ਸਕਦੇ। ਹੁਣ ਉਹਨਾਂ ਦਾ ਕਨਸੈਪਟ ਹੈ, ਉਹਨੂੰ ਕੰਟਰਾਡਿਕਟ ਕਰਨ ਵਾਸਤੇ ਵੀ ਬੰਦਾ ਉਸ ਲੈਵਲ ਦਾ ਸਕਾਲਰ ਹੋਣਾ ਚਾਹੀਦਾ। ਮੈਂ ਤੁਹਾਨੂੰ ਕੋਈ ਵੀ ਕਨਸੈਪਟ ਨਹੀਂ ਦਿਆਂਗਾ, ਲੇਕਿਨ ਤੁਹਾਨੂੰ ਇਹਦਾ ਮਤਲਬ ਸਮਝਾ ਰਿਹਾ। ਠੀਕ ਹੈ, ਤੇ ਉਹ ਕਹਿੰਦੇ ਹਨ ਕਿ ਸਾਰੀ ਕਾਇਨਾਤ ਵਿੱਚ ਜੋ ਕੁਝ ਵੀ ਮੌਜੂਦ ਹੈ, ਉਹ ਉਸੇ ਅੱਲਾਹ ਦੀ ਜ਼ਾਤ ਦੀਆਂ ਕਿਰਨਾਂ ਨੇ, ਅੱਲਾਹ ਪਾਕ ਦੇ ਨੂਰ ਦੇ ਲਸ਼ਕਾਰੇ ਨੇ। ਇਹਦੇ ਚ ਜੋ ਨੇ ਸਮੰਦਰ, ਮੌਜਾਂ, ਬਾਰਿਸ਼, ਦਰਿਆ, ਨਹਿਰਾਂ, ਪਾਣੀ, ਉਹ ਇੱਕੋ ਹੀ ਜ਼ਾਤੇ ਹਕੀਕੀ ਅੱਲਾਹ ਪਾਕ ਦੀ ਜ਼ਾਤ। ਠੀਕ ਹੈ ਨਾ, ਉਹ ਸਾਰੀਆਂ ਉਹਦੀਆਂ ਮੁਖਤਲਿਫ ਸਿਫਤਾਂ ਨੇ। ਠੀਕ ਹੈ, ਵੱਖੋ ਵੱਖ ਰੂਪ ਨੇ ਉਹਨਾਂ ਦੇ। ਠੀਕ ਹੈ, ਤੇ ਇਹ ਸਾਰੀ ਜਿਹੜੀ ਗੱਲਬਾਤ ਹੈ, ਅੱਲਾਹ ਉਹਨਾਂ ਕਹੇ ਇਨਸਾਨ ਜਿਹੜਾ, ਇਨਸਾਨ ਤੇ ਰੱਬ ਦੀ ਨਿਸਬਤ ਵੀ ਜਿਹੜੀ ਨਾ ਹੋਈ, ਵਨਹਨੁ ਅਕਰਬੁ ਇਲੈਹਿ ਮਿਨ ਹਬਲੁਲ ਵਰੀਦ। ਅੱਲਾਹ ਪਾਕ ਨੇ ਕਿਹਾ ਅਸੀਂ ਤੁਹਾਡੀ ਸ਼ਾਹ ਰਗ ਤੋਂ ਵੀ ਜ਼ਿਆਦਾ ਨੇੜੇ ਹਾਂ। ਠੀਕ ਹੈ, ਉਹ ਇਹ ਸਾਰੀ ਚੀਜ਼ ਨੂੰ ਅੱਲਾਹ ਪਾਕ ਦੇ ਉੱਤੇ ਮਤਲਬ ਇਸ ਤਰ੍ਹਾਂ ਕਰਦੇ ਨੇ ਕਿ ਅੱਲਾਹ ਪਾਕ ਜਦੋਂ ਕਹਿ ਦਿੱਤਾ ਕਿ ਇਨਸਾਨ ਨੂੰ ਮੈਂ ਤੇਰੀ ਸ਼ਾਹ ਰਗ ਤੋਂ ਵੀ ਜ਼ਿਆਦਾ ਕਰੀਬ ਹਾਂ, ਤੇ ਫਿਰ ਇਹਦਾ ਮਤਲਬ ਹੈ ਵਾਹਦਤੁਲ ਵਜੂਦ ਦੇ ਕਨਸੈਪਟ ਦੇ ਮੁਤਾਬਕ ਇਨਸਾਨ ਦਾ ਤੇ ਅੱਲਾਹ ਦਾ ਰਿਸ਼ਤਾ ਬੜਾ ਕਰੀਬੀ। ਠੀਕ ਹੈ, ਇਹ ਹੁਣ ਸਾਰੀ ਦੀ ਜਿਹੜੀ ਹੈ ਨਾ ਬੇਟਾ, ਇਹ ਐਕਸਪਲੇਨੇਸ਼ਨ ਹੈ। ਹੁਣ ਇਸ ਨਜ਼ਰੀਏ ਦੀ ਅਸੀਂ ਵਾਪਸ ਆਪਣੇ ਟੌਪਿਕ ਤੇ ਆਉਂਦੇ ਹਾਂ। ਜਿਹੜੀ ਬਾਬਾ ਜੀ ਨੇ ਵੰਗੀ ਦਿੱਤੀ ਹੈ, ਵੰਗੀ ਆਂਦੇ ਨੇ ਪੁੱਤਰ ਮਿਸਾਲ ਨੂੰ ਪੰਜਾਬੀ ਦੇ ਵਿੱਚ। ਵੰਗੀ ਕਿਹਨੂੰ ਆਂਦੇ ਨੇ? ਮਿਸਾਲ ਨੂੰ। ਉਹ ਆਂਦੇ ਨੇ ਫਰੀਦਾ, ਫਰੀਦਾ ਉਹਨਾਂ ਦਾ ਤਹੱਲਸ, ਜੰਗਲ ਜੰਗਲ ਕਿਆ ਬਾਵੇਂ, ਵਨ ਕੰਡਾ ਮੋੜੀ, ਵਸੀ ਰੱਬ ਖਿਆਲੀਏ, ਜੰਗਲ ਕਿਆ ਢੂੰਡੇ। ਅੱਛਾ ਜੀ, ਬੜਾ ਮਜ਼ੇਦਾਰ ਜਿਹਾ ਸ਼ੇਰ ਹੈ। ਤੁਹਾਨੂੰ ਪੜ੍ਹਨ ਤੋਂ ਪਹਿਲਾਂ ਤਾਂ ਮੁਸ਼ਕਲ ਲੱਗਿਆ ਹੋਵੇਗਾ, ਲੇਕਿਨ ਹੁਣ ਤੁਹਾਨੂੰ ਮੁਸ਼ਕਲ ਨਹੀਂ ਲੱਗੇਗਾ। ਜੰਗਲ ਜੰਗਲ ਆਂਦੇ ਨੇ ਉਹ ਬੰਦਾ ਜਿਹੜਾ ਜੰਗਲਾਤ ਦੇ ਵਿੱਚ ਜਾਂਦਾ ਹੈ। ਉਹਨੇ ਕਿਹਾ ਫਰੀਦਾ, ਜੰਗਲ ਜੰਗਲ ਕਿਆ ਬੋਵੇਂ। ਬੋਵੇਂ ਮਤਲਬ ਅਵਾਰਾਗਰਦੀ ਕਰ ਰਹੇ ਹੈ, ਘੁੰਮ ਰਹੇ ਹੈ, ਤਲਾਸ਼ ਦੇ ਵਿੱਚ ਜਾ ਰਹੇ ਹੈ। ਫਰੀਦਾ ਆਂਦਾ ਕਿ ਤੂੰ, ਕੁਝ ਲੋਕ ਨਾ ਮਜਜ਼ੂਬੀ ਚੋਲਾ ਪਾ ਕੇ ਜੰਗਲਾਂ ਦੇ ਵਿੱਚ ਜਾ ਕੇ ਦੁਨੀਆਦਾਰੀ ਤੋਂ ਲਾ ਤਾਲੁਕ ਹੋ ਕੇ ਉਹ ਬਹਿ ਜਾਂਦੇ ਨੇ, ਤੇ ਉਹ ਆਂਦੇ ਨੇ ਕਿ ਨਹੀਂ ਅਸੀਂ ਅੱਲਾਹ ਪਾਕ ਨਾਲ ਲੋ ਲਾਣੀ ਹੈ, ਅੱਲਾਹ ਦੀ ਕੁਰਬਤ ਹਾਸਿਲ ਕਰਨੀ ਹੈ, ਅੱਲਾਹ ਦੇ ਕਰੀਬ ਰਹਿਣਾ ਹੈ। ਠੀਕ ਹੈ, ਉਹ ਆਂਦੇ ਨੇ ਕਿ ਜੰਗਲ ਜੰਗਲ ਕਿਉਂ ਯਾਰ, ਤੂੰ ਜਾ ਕੇ ਬਹਿ ਰਿਹਾ, ਤੈਨੂੰ ਕੀ ਤਕਲੀਫ, ਤੂੰ ਜੰਗਲਾਂ 'ਚ ਜਾ ਕੇ ਅੱਲਾਹ ਲੱਭਣਾ ਪਿਆ, ਤੂੰ ਪਾਗਲ ਹੋ ਗਿਆ। ਜੰਗਲ ਜੰਗਲ ਕਿਆ ਬੋਵੇਂ, ਕਿਆ ਬਵੇਂ, ਕਿਆ ਫਿਰੇ, ਕਿਆ ਟੁਰੇ। ਠੀਕ ਹੈ ਨਾ, ਕਿਉਂ ਵਾਰਾਗਰਦੀ, ਵਨ ਕੰਡਾ ਮੋੜੀ, ਮਤਲਬ ਕੰਡਾ ਆਂਦੇ ਨੇ ਉਹ ਜਿਹੜੇ ਕਾਂਟੇ ਚੁਭਦੇ ਨੇ ਇਨਸਾਨ ਦੇ ਪੈਰ 'ਚ। ਉਹਨੇ ਕਿਹਾ ਜੰਗਲ ਜਾਏਗਾ ਤੇ ਤੇਰੇ ਪੈਰ 'ਚ ਕਾਂਟਾ ਚੁਭੇਗਾ। ਠੀਕ ਹੈ, ਉਹ ਤੈਨੂੰ ਵਾਪਸ ਮੋੜ ਲਿਆਏਗਾ। ਇਹ ਜਿਹੜੀ ਗੱਲ ਹੈ, ਵਸੀ ਰੱਬ ਖਿਆਲੀਏ, ਰੱਬ ਤੇਰੇ ਅੰਦਰ ਵਸਦਾ, ਖਿਆਲੀਏ ਖਿਆਲ ਨੂੰ ਆਂਦੇ ਨੇ। ਜੰਗਲ ਕਿਆ ਢੂੰਡੇ, ਮਤਲਬ ਤੂੰ ਜੰਗਲਾਂ ਦੇ ਵਿੱਚ ਕੀ ਲੱਭਣਾ ਪਿਆ। ਰੱਬ ਤੇ ਇਨਸਾਨ ਨੂੰ ਆਂਦਾ ਕਿ ਮੈਂ ਇਨਸਾਨ ਦੀ ਸ਼ਾਰਗ ਤੋਂ ਵੀ ਜ਼ਿਆਦਾ ਕਰੀਬ ਹਾਂ। ਉਸੇ ਕਨਸੈਪਟ ਦੇ ਮੁਤਾਬਕ ਉਹਨੇ ਕਿਹਾ ਜੰਗਲ ਕਿਆ ਬੋ ਰਿਹਾ, ਤੈਨੂੰ ਯਾਰ ਜ਼ਰੂਰੀ ਉੱਥੋਂ ਕੰਡੇ ਚੁੱਭਣਗੇ, ਉੱਥੋਂ ਤੈਨੂੰ ਕੋਈ ਸ਼ੈ ਨਹੀਂ ਲੱਭੇਗੀ, ਵਾਪਸ ਆਏਗਾ। ਰੱਬ ਤੇ ਤੇਰੇ ਅੰਦਰ ਵਸਦਾ, ਤੂੰ ਉੱਥੇ ਨਾ ਜਾ। ਠੀਕ ਹੈ ਨਾ, ਅਸੀਂ ਤੁਹਾਡੀ ਸ਼ਾਰਕ ਤੋਂ ਵੀ ਜ਼ਿਆਦਾ ਕਰੀਬ ਹਾਂ, ਉਹੀ ਮਤਲਬ ਇਹਦਾ। ਠੀਕ ਹੈ ਜੀ, ਇਹ ਸ਼ੇਰ ਤੁਸੀਂ ਲਿਖ ਦੇਣਾ, ਇਹਦੇ ਥੱਲੇ ਪੁੱਤਰ ਐਕਸਪਲੇਨੇਸ਼ਨ ਨਹੀਂ ਦੇਣੀ। ਐਡੀਸ਼ਨਲ ਸ਼ੇਰ ਹੈ, ਅਗਰ ਤੁਸੀਂ ਕਰਨਾ ਚਾਹੋ ਤਾਂ ਕਰ ਸਕਦੇ ਹੋ। ਇਹਦਾ ਵੀ ਸੇਮ ਕੰਸੈਪਟ ਹੈ, ਜਿਹੜਾ ਤੁਹਾਨੂੰ ਆਸਾਨ ਲੱਗੇ। ਫਰੀਦਾ ਹਾਲਕ, ਹਲਕ में हलक बस रब माँ। ठीक है ना, माँ तो मुराद रब में, रब माना नहीं पढ़ना है, रब माँ। ਉਹਨੇ ਕਿ ਫਰੀਦਾ ਹਾਲਿਕ, ਹਾਲਿਕ ਅੱਲਾਹ ਪਾਕ ਨੂੰ ਆਂਦੇ ਨੇ, ਹਲਕ ਤੁਹਾਡਾ ਜਿਹੜਾ ਹਲਕ ਸ਼ਾਰਗ ਜਿਹੜਾ। ਉਹਨੇ ਕਿ ਫਰੀਦਾ ਹਾਲਕ ਤੇ ਹਲਕ ਇੱਥੇ, ਤੇ ਹਲਕ ਵਸਣਾ ਤੋਂ ਮੁਰਾਦ ਹੈ
ਉਹਨੇ ਕਿਹਾ ਉਹਨਾਂ ਦੀ ਇਹ ਜਿਹੜੀ ਹੈ ਨਾ ਚੰਗੀ ਵਸੋਂ ਹੈ, ਚੰਗਾ ਰਹਿਣ ਸਹਿਣ ਹੈ, ਉਹ ਕੋਈ ਉਹਨੇ ਕਿਹਾ ਉਹਨਾਂ ਦੀ ਧੀ ਉਹਨਾਂ ਦੇ ਘਰ ਵਸ ਰਹੀ ਹੈ, ਉਹ ਮੁਰਾਦ ਹੈ। ਵਸੇ ਰੱਬ ਮਾਂ, ਤੁਹਾਡਾ ਜਿਹੜਾ ਖਲਕ ਹੈ ਉਹ ਰੱਬ ਦੇ ਵਿੱਚ ਹੈ। ਇੱਥੋਂ ਵਾਹਦਤੁਲ ਵਜੂਦ ਦਾ ਕਨਸੈਪਟ ਨਜ਼ਰ ਆਇਆ ਤੁਹਾਨੂੰ? ਖਾਲਕ ਵਸੇ ਰੱਬ ਮਾਂ ਤਾਂ ठीक है ना, रब वसे हलक में, ठीक है, वो हलक वसे रब मां, हालक हलक में, हलक वसे रब में। मंदा आंदे ने पैड़ा, किस नु आखिए? उन्हें क्या मंदा किनू आखिए? जा तुस बिन कोई ना, ਜਾਂ ਤੋਂ ਮੁਰਾਦ ਇਹ ਵੇ ਤੁਹਾਡੀ ਜਿਹੜੀ ਜਾਨ ਹੈ ਉਹਨੂੰ ਜਾਨ ਲਿਖਿਆ ਨੇ, ਜਾਨ ਇਹ ਅਸਲ ਬੇਸਿਕਲੀ ਜਾਨ। ਤੁਸ ਬਿਨ ਕੋਈ ਨਾ, ਇੱਥੇ ਦੋ ਕਨਸੈਪਟ ਨੇ। ਹੁਣ ਜਾਨ ਇਨਸਾਨ ਦੀ ਨਿਕਲ ਜਾਏ, ਇਨਸਾਨ ਦੀ ਸੰਗੀ ਦੱਬ ਦਿਓ, ਧੋਣ ਮਰੋੜ ਦਿਓ, ਗਲੇ 'ਚ ਫਾਂਸੀ ਦੇ ਦਿਓ, ਪਿਓਰ ਪੰਜਾਬੀ ਤੁਹਾਨੂੰ ਦੱਸ ਰਿਹਾ, ਤੇ ਇਨਸਾਨ ਤੇ ਮਰ ਜਾਂਦਾ ਨਾ। ਜਾਨ ਤੁਸ ਬਿਨ ਕੋਈ ਨਾ, ਅਗਰ ਇਨਸਾਨ ਦੀ ਜਾਨ ਨਿਕਲ ਗਈ ਹੈ ਤੇ ਉਹਦੇ ਨਾਲੋਂ ਅੱਲਾਹ ਪਾਕ ਜਿਹੜਾ ਉਹ ਸ਼ਾਹ ਰਗ ਤੋਂ ਜ਼ਿਆਦਾ ਕਰੀਬ ਹੈ। ਇਹਦਾ ਮਤਲਬ ਹੈ ਕਿ ਉਹ ਖਤਮ ਹੋ ਗਈ ਨਾ ਹਰ ਚੀਜ਼। ਉਹਨੇ ਕਿਹਾ ਜਾਨ ਨਹੀਂ ਤੇ ਫਿਰ ਅੱਲਾਹ ਪਾਕ ਨਹੀਂ। ਜਿਹੜੀ ਜਾਨ ਇਨਸਾਨ ਦੇ ਸਾਹ ਨੇ ਉਹਦੇ 'ਚ ਅੱਲਾਹ ਪਾਕ ਉਤੋਂ ਵੀ ਕਰੀਬ ਹੈ, ਤੇ ਇਸ ਵਜ੍ਹਾ ਤੋਂ ਦੂਸਰਾ ਇਹਦਾ ਕਨਸੈਪਟ ਇਹ ਵੇ ਕਿ ਜਾਂ ਤੁਸ ਬਿਨ ਕੋਈ ਨਾ, ਅੱਲਾਹ ਪਾਕ ਤੋਂ ਬਗੈਰ ਕੋਈ ਸ਼ੈ ਨਹੀਂ। ਤੁਹਾਡੀ ਜਾਨ ਹੈ ਤੇ ਅੱਲਾਹ ਪਾਕ ਹੈ, ਤੁਹਾਡੇ ਸ਼ਾਹ ਰਗ ਦੇ ਕਰੀਬ ਹੈ, ਤੁਹਾਡੇ ਸਾਹ ਚੱਲ ਰਹੇ ਨੇ। ਸ਼ਾਹ ਰਗ ਕੋਈ ਵੀ ਬੰਦਾ ਵੱਢ ਦਵੇ ਜਾਂ ਦਬਾ ਦਵੇ ਤੇ ਤੁਹਾਡੀ ਜਾਨ ਖਤਮ ਹੋ ਜਾਂਦੀ ਹੈ। ਠੀਕ ਹੋ ਗਿਆ ਇਹ ਚੀਜ਼। ਹਾਲਕ ਹਲਕ में, हलक वसे रब में। मेरा ख्याल है ਤੁਹਾਨੂੰ ਕਨਸੈਪਟ ਸਮਝ ਆ ਗਿਆ ਹੋਏਗਾ। ਅੱਛਾ, ਇਸ਼ਕ ਹਕੀਕੀ ਪੁੱਤਰ, ਇਹ ਵੇਖੋ, ਇਸ਼ਕ ਹਕੀਕੀ ਨਾ ਤਸਵੁਫ ਦੀ ਹੀ ਇੱਕ ਮੰਜ਼ਲ ਹੈ। ਤਸਵੁਫ ਦੀ ਜਿਹੜੀ ਤੀਸਰੀ ਮੰਜ਼ਲ ਹੈ ਉਹ ਇਸ਼ਕ ਹਕੀਕੀ ਹੈ। ਤੁਸੀਂ ਇਹਨੂੰ ਲਿਖਦਿਆਂ ਲਿਖਣਾ ਕਿ ਇਸ਼ਕ ਬੇਸਿਕਲੀ ਇਸ਼ਕ ਹਕੀਕੀ ਤੋਂ ਮੁਰਾਦ ਹੈ ਪਾਕ ਇਸ਼ਕ, ਪਾਕ ਮੁਹੱਬਤ। ਠੀਕ ਹੈ, ਇਹ ਪਾਕ ਮੁਹੱਬਤ ਉਹ ਹੁੰਦੀ ਹੈ ਜਿਹਦੇ 'ਚ ਕੋਈ ਲਾਲਚ ਨਾ ਹੋਏ, ਕੋਈ ਗਰਜ਼ ਨਾ ਹੋਏ, ਕੋਈ ਕਿਸੇ ਤਰ੍ਹਾਂ ਦੀ ਜਨਾਬ ਤੁਹਾਡੇ ਕੋਲ ਨਫਸ ਪ੍ਰਸਤੀ ਨਾ ਹੋਏ। ਠੀਕ ਹੈ, ਇਹਦੇ 'ਚ ਜਿਹੜਾ ਇਨਸਾਨ ਇਸ਼ਕ ਦੇ ਦਰਜੇ ਤੇ ਪਹੁੰਚ ਜਾਂਦਾ ਹੈ ਨਾ, ਜਾਂ ਇਸ਼ਕ ਦਾ ਦਰਜਾ ਹਾਸਲ ਕਰ ਲੈਂਦਾ ਹੈ, ਉਹ ਡਾਇਰੈਕਟ ਇਸ਼ਕ ਹਕੀਕੀ ਦੇ ਦਰਜੇ ਤੇ ਪਹੁੰਚ ਜਾਂਦਾ ਹੈ, ਅੱਲਾਹ ਪਾਕ ਨਾਲ ਇਸ਼ਕ ਹੋ ਜਾਂਦਾ ਹੈ। ਇਹਨੂੰ ਇਸ਼ਕ ਇਲਾਹੀ ਵੀ ਆਂਦੇ ਨੇ, ਇਸ਼ਕ ਹਕੀਕੀ ਵੀ ਆਂਦੇ ਨੇ। ਠੀਕ ਹੈ ਨਾ, ਇਹ ਸਾਰੀ ਗੱਲ, ਇਹ ਉਹਦੀ ਐਕਸਪਲੇਨੇਸ਼ਨ ਹੈ ਪੁੱਤਰ। ਇਸ਼ਕ ਪਾਕ ਮੁਹੱਬਤ ਦਾ ਨਾਂ ਹੈ, ਇੱਥੇ ਲਿਖੋ ਇਸ਼ਕ ਪਕੀਜ਼ਾ ਮੁਹੱਬਤ ਦਾ ਨਾਂ ਹੈ। ਫਿਰ ਇੱਥੇ ਤੁਸੀਂ ਇੱਕ ਲਫ਼ਜ਼ ਹੋਰ ਐਡ ਕਰੋ, ਇਸ਼ਕ ਹਕੀਕੀ ਪਕੀਜ਼ਾ ਮੁਹੱਬਤ ਦਾ ਨਾਂ ਹੈ। ਨਾਂ ਇਸ ਤਰ੍ਹਾਂ ਕਰਕੇ ਲਿਖਣਾ, ਮੈਂ ਤੁਹਾਨੂੰ ਕੱਲ ਦੱਸਿਆ ਸੀ ਪੁੱਤਰ, ਹੈ ਦੀ ਜਗ੍ਹਾ ਤੇ ਇਹ ਲਿਖੀਦਾ। ਮੁਹੱਬਤ ਜਦੋਂ ਖੁਦਗਰਜ਼ੀ, ਸੈਲਫਿਸ਼ਨੈਸ ਤੇ ਨਫਸ ਪਰਸਤੀ ਤੋਂ ਅੱਗੇ ਲੰਘ ਜਾਂਦੀ ਏ, ਉਸ ਤੋਂ ਅਗਾਂਹ ਲੰਘ ਜਾਂਦੀ ਤੇ ਇਸ਼ਕ ਦਾ ਦਰਜਾ ਹਾਸਲ ਕਰ ਲੈਂਦੀ ਏ, ਤੇ ਉਹ ਮੁਹੱਬਤ ਤੋਂ ਅਗਲਾ ਪਹਿਲਾਂ ਹੁੰਦਾ ਪਿਆਰ। ਪਹਿਲਾਂ ਲਾਈਕਿੰਗਨੈਸ ਹੁੰਦੀ ਏ, ਲਾਈਕ ਤੋਂ ਬਾਅਦ ਫਿਰ ਪਿਆਰ ਹੋ ਜਾਂਦਾ, ਪਿਆਰ ਤੋਂ ਬਾਅਦ ਮੁਹੱਬਤ, ਮੁਹੱਬਤ ਤੋਂ ਅੱਗੇ ਇਸ਼ਕ, ਫਿਰ ਇਸ਼ਕ ਦਾ ਅੱਗਾ ਹੁੰਦਾ ਇਸ਼ਕ ਹਕੀਕੀ, ਇਸ਼ਕ ਇਲਾਹੀ। ਇਹ ਆਵੇ ਪਾਕ ਮੁਹੱਬਤ ਦਾ ਇੱਕ ਨਵਾਂ ਨਾਮ, ਇਸ਼ਕ ਹਕੀਕੀ। ਇਹ ਪਿਓਰਲੀ ਫਾਰ ਦਾ ਸੇਕ ਆਫ ਅਲਮਾਈਟੀ ਅੱਲਾ ਨੇ, ਇਹਨੂੰ ਹਕੀਕਤੇ ਆਲਾ ਵੀ ਆਂਦੇ ਨੇ। ਇਸ਼ਕ ਜਿਹੜਾ ਨਾ ਹਕੀਕੀ, ਜਿੰਨੇ ਵੀ ਸੂਫੀ ਬਜ਼ੁਰਗ ਨੇ ਉਹਨਾਂ ਦਾ ਖਿਆਲ ਇਹ ਵੇ, ਇਸ ਕਾਇਨਾਤ ਦੇ ਵਿੱਚ ਇਸ਼ਕ ਹਕੀਕੀ ਦਾ ਜਿਹੜਾ ਜ਼ਹੂਰ ਹੈ ਇਨਸਾਨ ਨੇ ਅੱਲਾਹ ਪਾਕ ਤੋਂ ਇਲਾਵਾ ਕਿਸੇ ਦੇ ਨਾਲ ਨਹੀਂ ਕਰ ਸਕਦਾ। ਇਨਸਾਨ ਨੇ ਅੱਲਾਹ ਨਾਲ ਜਦੋਂ ਮੁਹੱਬਤ ਕੀਤੀ ਉਹ ਇਸ਼ਕ ਹਕੀਕੀ ਹੈ। ਠੀਕ ਹੈ ਨਾ, ਬੰਦਾ ਹੋਵੇ ਤੇ ਜਾਂ ਕੋਈ ਇਨਸਾਨ ਹੋਵੇ, ਉਹ ਜਿੰਨੀ ਦੇਰ ਤੱਕ ਆਪਣੇ ਦਿਲ ਨੂੰ ਸੁੱਚਾ ਤੇ ਪਾਕ ਸਾਫ਼ ਕਰਕੇ ਆਪਣੇ ਆਪ ਨੂੰ ਪਹਿਚਾਨ ਨਾ ਲਵੇ, ਆਪਣੀ ਸੈਲਫ ਰੈਕਗਨੀਸ਼ਨ ਨਾ ਕਰ ਲੇ, ਉਹ ਅੱਲਾਹ ਪਾਕ ਦੀ ਜ਼ਾਤ ਨੂੰ ਨਹੀਂ ਪਹਿਚਾਨ ਸਕਦਾ। ਇਹ ਸਾਰੀ ਗੱਲ ਹੈ। ਇਹਦੇ ਵਿੱਚ ਤੁਸੀਂ ਆਖਣਾ ਕਿ ਬੰਗੀ ਵੇਖੋ, ਮਿਸਾਲ ਵੇਖੋ, ਉਹ ਹੈ ਉਹਨੇ ਕਿਹਾ ਫਰੀਦਾ ਜੇ ਤੂੰ ਅਕਲ ਲਤੀਫ। ਅੱਛਾ, ਲਤੀਫ ਬਹੁਤ ਸਾਰੇ ਲੋਕਾਂ ਦਾ ਨਾਮ ਵੀ ਹੁੰਦਾ। ਅਕਲ ਤੁਹਾਡੀ ਸੂਝ, ਸਮਝ, ਬੂਝ, ਵਿਜ਼ਡਮ ਨੂੰ ਆਉਂਦੇ ਨੇ। ਜੇ ਤੂੰ ਮੁਰਾਦ ਏ, ਇਹ ਸ਼ਰਤ ਰੱਖ ਦਿੱਤੀ, ਇਹ ਫਰੀਦਾ ਜੇ ਤੂੰ, ਅਗਰ ਤੂੰ ਅਕਲ ਲਤੀਫ, ਤੇਰੀ ਕੋਈ ਚੰਗੀ ਅਕਲ ਏ, ਸਿਆਣੀ ਅਕਲ ਏ, ਤੂੰ ਕੋਈ ਜ਼ਿਹਨ ਰੱਖਣਾ, ਪੜ੍ਹਿਆ ਲਿਖਾ ਆਦਮੀ ਹੈ, ਕਾਲੇ ਲਿਖ ਨਾ ਲੇਖ, ਲੇਖ ਆਂਦੇ ਨੇ ਮੁਕੱਦਰ ਨੂੰ। ਉਹਨੇ ਕਿਹਾ ਲੇਖਾਂ ਦਾ ਲਿਖਿਆ ਕੌਣ ਮੋੜ ਸਕਦਾ ਹੈ ਜਾਂ ਕੌਣ ਬਦਲ ਸਕਦਾ? ਉਹ ਕਾਲੇ ਤੋਂ ਮੁਰਾਦ ਏ ਕਰਤੂਤ ਆਪਣੇ ਕਾਲੇ ਨਾਲ ਲਿਖ। ਅਗਰ ਤੇਰੇ ਅੰਦਰ ਥੋੜੀ ਜਿਹੀ ਵੀ ਅਕਲ ਹੈ, ਆਪਣੇ ਲੇਖ ਆਪਣੇ ਹੱਥੀਂ ਕਾਲੇ ਨਾਲ ਰੱਖ। ਇਹ ਤੋਂ ਮੁਰਾਦ ਏ ਜੋ ਤੁਸੀਂ ਕਰੋਗੇ ਉਹ ਨੋਟ ਹੋ ਰਿਹਾ ਨਾ, ਤੁਹਾਡੇ ਫਰਿਸ਼ਤੇ ਨੋਟ ਕਰ ਰਹੇ ਨੇ ਦੋਵਾਂ ਸਾਈਡਾਂ। अपने गिरेबान में सिर नीवा करके ਵੇਖ, ਬਸ ਇਜ਼ ਵੈਰੀ ਈਜ਼ੀ। ਵੇਖੋ ਆਪਨੇ ਅਲੀ ਮਦਾ ਬੇਨੂਨ, ਆਪਣੇ ਗਿਰੇਬਾਨ ਆਂਦੇ ਨੇ ਤੁਹਾਡਾ ਜਿਹੜਾ ਅੰਦਰ ਕਮੀਜ਼ ਦਾ ਕਾਲਰ। ਇਸ ਤੋਂ ਮੁਰਾਦ ਹੈ ਨਹੀਂ ਆਪਣੇ ਦਿਲ ਦੇ ਅੰਦਰ ਝਾਤੀ ਪਾਣਾ। ਠੀਕ ਹੈ,
गिरेबान में सिर नीवा करके वेख, मतलब सिर नीवा करके अपने सीने ਦੇ ਅੰਦਰ ਜਿਹੜਾ ਦਿਲ ਛੁਪਿਆ ਉਹਨੂੰ ਵੇਖੋ। ਤੁਹਾਡੀ ਅਗਰ ਅਕਲ ਕੰਮ ਕਰ ਰਹੀ ਹੈ, ਅਕਲ ਇਜਾਜ਼ਤ ਦੇ ਰਹੀ ਹੈ, ਠੀਕ ਹੈ ਜੀ। ਇਹ ਇਸ ਤੋਂ ਮੁਰਾਦ ਹੈ, ਠੀਕ ਹੈ। ਉਸ ਤੋਂ ਅਗਲੀ ਹੈਡਿੰਗ, ਚੌਥੀ ਹੈਡਿੰਗ, ਉਹ ਤੋਂ ਮੁਰਾਦ ਹੈ ਜੀ ਆਖਰਤ ਦੀ ਫਿਕਰ। ਬੇਟਾ ਅਗਲੀ ਹੈਡਿੰਗ ਹੈ ਆਖਰਤ ਦੀ ਫਿਕਰ। ਆਖਰਤ ਦੀ ਫਿਕਰ ਅੱਲਾਹ ਪਾਕ ਨੇ ਫਰਮਾਇਆ ਕਿ ਇਨਸਾਨ ਜਿਵੇਂ ਮੈਂ ਪੈਦਾ ਕੀਤਾ ਉਂਝ ਮੈਂ ਵਾਪਸ ਵੀ ਬੁਲਾਵਾਂਗਾ ਤੇ ਉਹਨੂੰ ਆਖਰਤ ਦੇ ਬਾਰੇ ਡੈਫੀਨਿਟਲੀ ਸੋਚਦੇ ਰਹਿਣਾ ਚਾਹੀਦਾ ਹੈ। ਹੁਣ ਇਹਦੇ ਵਿੱਚ ਨਾ ਤੁਹਾਨੂੰ ਮੁxtਲਿਫ ਹੈਡਿੰਗਸ ਮਿਲਣਗੀਆਂ, ਅਗਵਾਈ ਦੇ ਵਿੱਚ ਵੀ, ਪੰਜਾਬ ਰੰਗ, ਦੇਸੀ ਪੰਜਾਬ ਦੇ ਵਿੱਚ, ਪੰਜਾਬੀ ਟੋਟਕੇ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉਹਦੇ ਚ ਦੁਨੀਆ ਦੀ ਬੇਸਬਾਤੀ, ਮੁਰਸ਼ਿਦ ਦਾ ਜ਼ਿਕਰ ਹੈ, ਸਾਰਾ ਕੁਝ ਲਿਖਿਆ ਹੈ। ਲੇਕਿਨ ਜਿਹੜੇ ਈਜ਼ੀਐਸਟ ਸ਼ੇਅਰ ਨੇ ਮੈਂ ਕੋਸ਼ਿਸ਼ ਕੀਤੀ ਉਹ ਹੈਡਿੰਗ ਬਣਾ ਕੇ ਤੁਹਾਡੇ ਤੱਕ ਪੇਸ਼ ਕਰਾਂ, ਤੁਸੀਂ ਇਹਨੂੰ ਆਇੰਦਾ ਆਪਣੇ ਵਾਸਤੇ ਬਿਹਤਰੀਨ ਤਰੀਕੇ ਨਾਲ ਇਸਤੇਮਾਲ ਕਰ ਸਕੋ। ਅੱਛਾ, ਆਖਰਤ ਦੀ ਫਿਕਰ ਵਿੱਚ ਕੀ ਹੈ ਪੁੱਤਰ? ਹੁਣ ਆਖਰਤ ਦੀ ਫਿਕਰ ਦੇ ਬਾਰੇ ਤੁਸੀਂ ਦੱਸਣਾ ਇਹ ਵੇ, ਮੁਸਲਮਾਨ ਹੋਣ ਦੇ ਨਾਤੇ ਸਾਡਾ ਈਮਾਨ ਹੈ, ਯਕੀਨ ਵੀ, ਇਹ ਦੁਨੀਆ ਆਰਤੀ ਹੈ, ਫਾਨੀ ਹੈ, ਖਤਮ ਹੋ ਜਾਣੀ ਹੈ, ਫਨਾ ਹੋ ਜਾਣੀ ਹੈ, ਠੀਕ ਹੈ ਨਾ। ਦੁਨੀਆ 4 ਦਿਨ ਦਾ ਮੇਲਾ ਹੈ, ਇਹ ਦੁਨੀਆ ਖੇਡ ਤਮਾਸ਼ਾ ਹੈ। ਅੱਲਾਹ ਪਾਕ ਨੇ ਖੁਦ ਕੁਰਾਨ ਪਾਕ ਵਿੱਚ ਫਰਮਾਇਆ ਇਹ ਦੁਨੀਆ ਖੇਡ ਤਮਾਸ਼ੇ ਤੋਂ ਇਲਾਵਾ ਕੋਈ ਸ਼ੈ ਹੀ ਨਹੀਂ, ਠੀਕ ਹੈ। ਫਿਰ ਇਹ ਤੁਸੀਂ ਗੱਲ ਲਿਖਣੀ ਹੈ, ਸਾਡਾ ਈਮਾਨ ਕੀ ਹੈ? ਦੁਨੀਆ ਆਰਜ਼ੀ ਹੈ, ਦੁਨੀਆ ਫਾਨੀ ਹੈ, ਦੁਨੀਆ ਫਨਾ ਹੋ ਜਾਏਗੀ। ਜਿਹੜਾ ਬੰਦਾ ਵੀ ਦੁਨੀਆ ਤੇ ਆਇਆ ਹੈ ਉਹਨੇ ਮਰਨਾ ਹੈ। ਕੁੱਲੂ ਨਫਸਿਨ ਜ਼ਾਇਕਾਤੁਲ ਮੌਤ। ਤੁਸੀਂ ਇਹ ਚੀਜ਼ਾਂ ਪੁੱਤਰ ਲਿਖ ਸਕਦੇ ਹੋ, ਪੰਜਾਬੀ ਇੱਕ ਲਿਟਰੇਰੀ ਸਬਜੈਕਟ ਹੈ, ਤੁਸੀਂ ਉਰਦੂ ਜਿਹੜੀ ਅਰਬੀ ਦੇ ਤਰਜਮੇ ਲਿਖ ਸਕਦੇ ਹੋ। ਕੁੱਲੂ ਨਫਸਿਨ ਜ਼ਾਇਕਾਤੁਲ ਮੌਤ, ਹਰ ਇਨਸਾਨ ਨੇ ਮੌਤ ਦਾ ਮਜ਼ਾ ਚਖਣਾ ਹੈ, ਹਰ ਇਨਸਾਨ ਨੇ ਮੌਤ ਦਾ ਜ਼ਾਇਕਾ ਚਖਣਾ ਹੈ, ਠੀਕ ਹੋ ਗਿਆ। ਦੂਸਰੀ ਗੱਲ, ਫਿਰ ਤੁਸੀਂ ਇਨਸਾਨ ਨੂੰ ਦੁਨੀਆ ਉੱਤੇ ਘੱਲਣ ਦਾ ਅੱਲਾਹ ਪਾਕ ਨੇ ਇੰਜ ਹੀ ਨਹੀਂ ਕਿ ਜਾ ਯਾਰ ਦੁਨੀਆ ਤੇ ਇੰਜੋਏ ਕਰ ਰਿਹਾ 20-25 ਸਾਲ, 30 ਸਾਲ, 60 ਸਾਲ। ਦੁਨੀਆ ਤੇ ਘੱਲਣ ਦਾ ਮਕਸਦ ਹੈ, ਠੀਕ ਹੈ। ਤੇ ਕੋਈ ਨਾ ਕੋਈ ਮਕਸਦ ਤੇ ਹੈ। ਅਸਲ ਦੇ ਵਿੱਚ ਨਾ ਦੁਨੀਆ ਜਿਹੜੀ ਹੈ ਉਹ ਇੱਕ ਐਗਜ਼ਾਮੀਨੇਸ਼ਨ ਹਾਲ ਹੈ। ਦੁਨੀਆ ਇੱਕ ਇਮਤਿਹਾਨਗਾਹ ਹੈ ਜਿੱਥੇ ਰਹਿ ਕੇ ਇਨਸਾਨ ਨੇ ਆਪਣੀ ਆਖਰਤ ਲਈ ਇਸ ਤਰ੍ਹਾਂ ਦੇ ਅਮਾਲ ਕਰਨੇ ਨੇ, ਇਸ ਤਰ੍ਹਾਂ ਦੀਆਂ ਨੇਕੀਆਂ ਇਕੱਠੀਆਂ ਕਰਕੇ ਲੈ ਕੇ ਜਾਣੀਆਂ ਨੇ ਜਿਹੜੀਆਂ ਰੋਜ਼ੇ ਹਸ਼ਰ ਰੱਬ ਸੋਹਣੇ ਅੱਗੇ ਰੱਖਣੀਆਂ ਨੇ ਤੇ ਅੱਲਾਹ ਪਾਕ ਨੇ ਉਹਦੀ ਬੇਸ ਦੇ ਉੱਤੇ ਜਜ਼ਾ ਦੇਣੀ, ਤੇ ਦੁਨੀਆ ਤੇ ਜਿੰਨੀਆਂ ਬੁਰਾਈਆਂ ਇਕੱਠੀਆਂ ਕਰਨੀਆਂ ਨੇ ਉਹਦੀ ਬੇਸ ਤੇ ਉਹਨੂੰ ਸਜ਼ਾ ਮਿਲੇਗੀ, ਠੀਕ ਹੈ। ਹੁਣ ਜਿਹੜਾ ਬੰਦਾ ਇਸ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਆਖਰਤ ਦੀ ਫਿਕਰ ਨਹੀਂ ਕਰਦਾ, ਸਮਝੋ ਕਿ ਉਹ ਜਨਾਬ ਭੈੜੇ ਕੰਮਾਂ ਦੇ ਵਿੱਚ ਪੈ ਚੁੱਕਿਆ, ਯਾਨੀ ਉਹਦਾ ਧਿਆਨ ਫਿਰਨ ਟੁਰਨ ਵਾਲੇ ਤੇ ਗਫਲਤ ਦੀ ਨੀਂਦਰ ਸੁੱਤਾ ਹੈ, ਠੀਕ ਹੈ। ਇਹ ਸਾਰੀ ਗੱਲ ਹੈ ਤੇ ਤੁਸੀਂ ਇਹਦੇ ਵਿੱਚ ਕੀ ਲਿਖਣਾ ਹੈ? ਇਹ ਕੀ ਲਿਖਿਆ ਮੈਂ, ਰੋਜ਼ੇ ਹਸ਼ਰ ਜਦੋਂ ਹਿਸਾਬ ਕਿਤਾਬ ਹੋਵੇਗਾ ਤੇ ਕਿਸੇ ਦੇ ਕੋਈ ਕੰਮ ਨਹੀਂ ਆਵੇਗਾ, ਤੇ ਬਾਬਾ ਜੀ ਉਸ ਵੇਲੇ ਦੀ ਗੱਲ ਕਰਕੇ ਆਖਰਤ ਦੀ ਫਿਕਰ ਦੀ ਤਲਕੀਨ ਕਰ ਰਹੇ ਨੇ, ਠੀਕ ਹੋ ਗਿਆ। ਇਹ ਵੀ ਗੱਲ ਠੀਕ ਹੈ। ਮੈਂ ਜਿਹੜੀਆਂ ਦੋ ਗੱਲਾਂ ਤੁਹਾਨੂੰ ਲਿਖੀਆਂ ਨੇ, ਕੁੱਲੂ ਨਫਸਿਨ ਜ਼ਾਇਕਾਤੁਲ ਮੌਤ ਤੇ ਇਹ ਦੁਨੀਆ ਫਾਨੀ ਹੈ, ਦੁਨੀਆ ਖੇਡ ਤਮਾਸ਼ਾ ਹੈ, ਇਸ ਤੋਂ ਇਲਾਵਾ ਕੁਛ ਨਹੀਂ। ਦੋਵੇਂ ਹੀ ਆਇਤ ਨੇ ਕੁਰਾਨ ਪਾਕ ਦਾ, ਤੁਸੀਂ ਲਿਖ ਸਕਦੇ ਹੋ। ਉਹਦੀ ਵੰਗੀ ਕੀ ਉਹਨੇ ਕਿਹਾ, ਵੇਖ ਫਰੀਦਾ ਜੋਥੀਆ, ਠੀਕ ਹੈ। ਵੇਖ ਫਰੀਦਾ ਜੋਥੀਆ ਤੇਰੀ ਦਾੜੀ ਹੋਈ ਬੂਰ, ਠੀਕ ਹੈ ਨਾ। ਤੈਨੂੰ ਚਿੱਟੀ ਦਾੜੀ ਆ ਗਈ ਹੈ, ਇਹ ਜੋਥੀਆ ਉਮਰ ਗੁਜ਼ਰ ਗਈ ਹੈ ਤੇਰੀ, ਠੀਕ ਹੈ। ਅੱਗਾ, ਅੱਗਾ ਤੋਂ ਮੁਰਾਦ ਹੈ ਮਰਨ ਦਾ ਵੇਲਾ, ਕਬਰ ਨੇੜੇ ਆ ਗਿਆ, ਮਤਲਬ ਤੁਸੀਂ ਬੁਢਾਪੇ ਚ ਟੁਰ ਗਏ ਹੋ, ਤੇ ਪਿੱਛਾ ਰਹਿ ਗਿਆ ਦੂਰ ਤੇਰਾ ਬਚਪਨ, ਤੇਰਾ ਲੜਕਪਨ, ਤੇਰੀ ਜਵਾਨੀ, ਤੇਰੀ ਥੋੜੀ ਮਰਦਾਨਾ ਵਜਾਹਤ, ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਨੇ ਪੁੱਤਰ। ਅੱਗਾ ਨੇੜੇ ਆ ਗਿਆ ਤੇ ਪਿੱਛਾ ਰਹਿ ਗਿਆ। ਇਨਸਾਨ ਜਦੋਂ ਬਿਸਤਰੇ ਮਰਗ ਤੇ ਲੇਟਿਆ ਹੁੰਦਾ ਨਾ ਉਦੋਂ ਵਾਸਤੇ ਇਹ ਸ਼ੇਰ ਹੈ, ਵੇਖ ਫਰੀਦਾ ਜੋਥੀਆ, ਇਹ ਫਰੀਦਾ ਵੇਖ ਤੇਰੀ ਉਮਰ ਗੁਜ਼ਰ ਗਈ, ਤੇਰੀ ਦਾੜੀ ਬੂਰੀ ਹੋ ਗਈ, ਅੱਗਾ ਨੇੜੇ ਆ ਗਿਆ ਤੇ ਪਿੱਛਾ ਰਹਿ ਗਿਆ ਦੂਰ, ਠੀਕ ਹੈ। ਅੱਛਾ, ਇਸ ਤੋਂ ਇਲਾਵਾ ਇੱਕ ਹੋਰ ਇਹਦੇ ਬਾਰੇ ਸ਼ੇਰ ਹੈ, ਅਗਰ ਉਹ ਤੁਸੀਂ ਲਓ, ਉਹ ਵੇਖ ਫਰੀਦਾ ਢੇਰੀਆਂ ਜਿਨ੍ਹਾਂ ਤੇ ਕੱਖ ਪੈ, ਉਧਰੋਂ ਕੋਈ ਨਹੀਂ ਆਇਆ ਇਧਰੋਂ ਲੱਖ ਗਏ, ਠੀਕ ਹੈ ਨਾ। ਉਹ ਵੀ ਸ਼ਾਇਦ ਮੈਂ ਅੱਗੇ ਕਿਧਰੇ ਲਿਖਿਆ ਹੋਏ, ਨਹੀਂ ਤੇ ਫਿਰ ਇੱਥੇ ਲਿਖ ਲੈਣਾ ਤੁਸੀਂ। ਅੱਛਾ, ਦੁਨੀਆ ਦੀ ਬੇਸਬਾਤੀ, ਹਾਂ ਐਸ਼ ਬਿਲਕੁਲ ਆ ਗਿਆ। ਹੁਣ ਦੁਨੀਆ ਦੀ ਬੇਸਬਾਤੀ ਦੇ ਵਿੱਚ ਉਹ ਉੱਤੇ ਤੇ ਇਹ ਜਿਹੜਾ ਥੱਲੇ ਦੋਵੇਂ ਚੀਜ਼ਾਂ ਮਿਲਦੀਆਂ ਨੇ। ਹੁਣ ਉਹਦੇ 'ਚ ਇਹ ਦੱਸਿਆ ਕਿ ਇਨਸਾਨ ਨੇ ਮਰਨਾ ਹੈ, ਇਹਦੇ 'ਚ ਦੱਸਿਆ ਕਿ ਦੁਨੀਆ ਆਰਜ਼ੀ ਹੈ। ਇਹਦੇ 'ਚ ਤੁਸੀਂ ਲਿਖ ਸਕਦੇ ਹੋ ਦੁਨੀਆ ਫਾਨੀ ਹੈ, ਦੁਨੀਆ ਨੇ ਫਨਾ ਹੋ ਜਾਣਾ ਹੈ। ਦੁਨੀਆ ਦੇ ਵਿੱਚ ਇਨਸਾਨ ਆਇਆ ਹੈ ਇੱਕ ਪ੍ਰਾਹੁਣਾ ਬਣ ਕੇ, ਇਨਸਾਨ ਨੇ ਵਾਪਸ ਜਾਣਾ ਹੈ, ਠੀਕ ਹੈ। ਹੁਣ ਹਦੀਸੇ ਸ਼ਰੀਫ ਦਾ ਇੱਕ ਮਫਹੂਮ ਹੈ, ਦੁਨੀਆ ਦੇ ਵਿੱਚ ਬਹੁਤੀਆਂ ਜਾਇਦਾਦਾਂ ਤੇ ਵੱਡੀਆਂ ਵੱਡੀਆਂ ਇਮਾਰਤਾਂ ਨਾ ਖੜੀਆਂ ਕਰੋ, ਨਹੀਂ ਤੇ ਤੁਸੀਂ ਦੁਨੀਆ ਦੇ ਹੀ ਹੋ ਕੇ ਰਹਿ ਜਾਓ, ਠੀਕ ਹੈ। ਇਹ ਚੀਜ਼ ਦੁਨੀਆ ਜਿਹੜੀ ਹੈ ਆਰਜ਼ੀ ਹੈ, ਫਾਨੀ ਹੈ, ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ, ਕੋਈ ਦੂਸਰੀ ਰਾਏ ਨਹੀਂ।
ਤੁਸੀਂ ਇਹਨੂੰ ਜਿੰਨਾ ਐਕਸਪਲੇਨ ਕਰਨਾ ਚਾਹੋ ਸ਼ੁਰੂ ਤੇ ਐਕਸਪਲੇਨ ਕਰ ਲੈਣਾ ਪੁੱਤਰ, ਥੱਲੇ ਨਹੀਂ ਕਰਨਾ, ਠੀਕ ਹੈ। ਤੁਸੀਂ ਕਹਿੰਦੇ ਕਿ ਇਨਸਾਨ ਜਿੰਨੀਆਂ ਕੋਠੀਆਂ, ਕਾਰਾਂ, ਬੰਗਲੇ, ਜਾਇਦਾਦਾਂ ਇਕੱਠੀਆਂ ਕਰੇਗਾ, ਉਹ ਦੁਨੀਆ ਬੇਸਬਾਤ ਤੇ ਦੁਨੀਆ ਨੂੰ ਸਬਾਤ ਨਹੀਂ, ਦੁਨੀਆ ਮੁਕੰਮਲ ਤੌਰ ਤੇ ਕਾਇਮ ਨਹੀਂ ਰਹਿੰਦੀ। ਹਮੇਸ਼ਾ ਹਰ ਇਨਸਾਨ ਇੱਕ ਪ੍ਰਾਹੁਣਾ ਹੈ, ਉਹਨੇ ਚਲੇ ਜਾਣਾ, ਠੀਕ ਹੈ। ਇਸ ਵਾਰ ਦੁਨੀਆ ਉੱਤੇ ਜੋ ਕੁਛ ਬਣਾਇਆ, ਇਨਸਾਨ ਜੰਮਿਆ, ਆਖਰਕਾਰ ਉਹ ਭੱਜ ਜਾਣਾ, ਟੁੱਟ ਜਾਣਾ, ਠੀਕ ਹੈ। ਇਹਦੇ 'ਚ ਬੜੇ-ਬੜੇ, ਵੱਡੇ-ਵੱਡੇ ਚੌਧਰੀ ਬਦਮਾਸ਼ ਆਏ, ਜਿਵੇਂ ਫਿਰੌਨ, ਸ਼ਦਾਦ ਤੇ ਕੌਮੇ ਸਮੂਦ, ਕੌਮੇ ਆਦ, ਉਹਨਾਂ ਦੀ ਜਿਹੜੀ ਨਾ ਜੋ ਹਾਲ ਅੱਲਾਹ ਪਾਕ ਨੇ ਕੀਤਾ, ਇਨਸਾਨ ਉੱਥੋਂ ਇਬਰਤ ਹਾਸਿਲ ਕਰਨੀ ਚਾਹੀਦੀ ਹੈ, ਠੀਕ ਹੈ। ਤੇ ਬਾਬਾ ਫਰੀਦ ਨੇ ਦੁਨੀਆ ਦੀ ਇਮਾਰਤਾਂ ਨੂੰ ਕੂੜ ਤੇ ਝੂਠ ਆਖਿਆ ਹੈ। ਉਹਨਾਂ ਆਖਿਆ ਵੇਖੋ, ਉਹ ਵੇਖ ਫਰੀਦਾ ਢੇਰੀਆਂ, ਢੇਰੀਆਂ ਕਹਿੰਦੇ ਨੇ ਕਬਰ ਨੂੰ, ਕਬਰਸਤਾਨ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਉਹ ਢੇਰੀਆਂ, ਢੇਰੀਆਂ ਜਿਨ੍ਹਾਂ ਤੇ ਜੀਮ ਇਹ ਨੂਨ ਹੈ ਜਿਨ੍ਹਾਂ, ਤੇ ਕੱਖ, ਕੱਖ ਆਂਦੇ ਨੇ ਪੱਤਰਾਂ ਨੂੰ, ਪਏ, ਡਿੱਗੇ ਪਏ ਨੇ, ਠੀਕ ਹੈ ਨਾ। ਉਧਰੋਂ ਕਬਰਾਂ ਚੋਂ ਨਹੀਂ ਕੋਈ ਆਇਆ, ਇਧਰੋਂ ਲੱਖ ਗਏ। ਇਹ ਵੇਖੋ, ਇਧਰੋਂ ਇਸ ਤਰ੍ਹਾਂ ਲਿਖਣਾ ਤੇ ਉਧਰੋਂ ਇਸ ਤਰ੍ਹਾਂ ਲਿਖਣਾ, ਠੀਕ ਹੈ ਪੁੱਤਰ। ਨਿੰਦਨ ਦੀ ਨਿੰਦਿਆ, ਠੀਕ ਹੈ, ਮਜ਼ਮਤ, ਠੀਕ ਹੈ। ਇਹ ਵੇਖੋ ਜੀ, ਇਹ ਜਿਹੜਾ ਸ਼ੇਰ ਹੈ ਤੁਹਾਡਾ, ਨਿੰਦਨ ਦੀ ਨਿੰਦਿਆ, ਇਹ ਬੜਾ ਮਜ਼ੇਦਾਰ ਤੇ ਥੋੜਾ ਜਿਹਾ ਫਿਲੋਸੋਫੀਕਲ ਹੈ। ਉਹਨੇ ਕਿਹਾ, ਫਰੀਦਾ ਖਾਕ ਨਾ ਨਿੰਦੀਏ, ਕਿਸੇ ਨੂੰ ਬੁਰਾ ਨਾ ਆਖੀਏ, ਕਿਸੇ ਦੀ ਮੁਜ਼ੰਮਤ ਨਾ ਕਰੀਏ, ਕਿਸੇ ਨੂੰ ਭੈੜਾ ਨਾ ਆਖੀਏ। ਹਾਕ ਆਂਦੇ ਨੇ ਮਿੱਟੀ ਨੂੰ। ਪਹਿਲਾਂ ਇਹਦੀ ਐਕਸਪਲੇਨੇਸ਼ਨ ਸੁਣ ਲਓ। ਨਿੰਦਨ ਦੀ ਨਿੰਦਿਆ ਤੋਂ ਮੁਰਾਦ ਹੈ ਇਨਸਾਨ ਨਿੰਦਦਾ ਹੈ ਕਿਹਨੂੰ? ਮਿੱਟੀ ਤੇ ਟੁਰਦਾ ਹੈ। ਅੱਲਾਹ ਪਾਕ ਨੇ ਆਖਿਆ ਕਿ ਮਿੱਟੀ ਤੇ ਇਤਰਾਤਾ ਹੋਇਆ ਮਤ ਚੱਲ, ਮਿੱਟੀ ਤੇ ਤਿੜ ਕੇ ਨਾ ਚੱਲ। ਇਹ ਚੀਜ਼ ਤੁਸੀਂ ਲਿਖਣੀ ਹੈ, ਹਦੀ ਉਹਦਾ ਆयत ਦਾ ਮਫਹੂਮ ਹੈ, ਔਰ ਜ਼ਮੀਨ ਪਰ ਇਤਰਾਤੇ ਹੁਏ ਮਤ ਚਲੋ, ਠੀਕ ਹੈ। ਇੱਕ ਚੀਜ਼ ਹੁਣ ਜਿਹੜੀ ਹਾਕ ਹੈ, ਇਨਸਾਨ ਪੈਦਾ ਹੋਇਆ ਨਾ ਪੁੱਤਰ, ਹਾਕ ਦੇ ਵਿੱਚ ਇਨਸਾਨ ਹਾਕ ਤੋਂ ਪੈਦਾ ਹੋਇਆ। ਜਦੋਂ ਪੈਦਾ ਹੋਇਆ ਉਹਨੇ ਜਿਹੜਾ ਦੁੱਧ ਪੀਤਾ ਹੈ, ਫੀਡਰ ਦੇ ਜ਼ਰੀਏ ਜਾਂ ਜੋ ਵੀ, ਉਹ ਕਿੱਥੋਂ ਬਣਿਆ? ਮੱਝ ਦਾ ਦੁੱਧ, ਮੱਝ ਨੇ ਚਾਰਾ ਜਿਹੜਾ ਖਾਦਾ ਉਹ ਖਾਕ ਦੇ ਵਿੱਚ ਪੈਦਾ ਹੁੰਦਾ ਹੈ, ਠੀਕ ਹੈ। ਉਹ ਕਿੱਥੇ ਪੈਦਾ ਹੁੰਦਾ ਹੈ? ਖਾਕ ਦੇ ਵਿੱਚ, ਮਿੱਟੀ ਦੇ ਵਿੱਚ ਚਾਰਾ ਲਾ ਕੇ ਮੱਝ ਖਾ ਕੇ ਗ੍ਰੀਨ ਕਲਰ ਦਾ ਤੇ ਚਿੱਟਾ ਦੁੱਧ ਦਿੰਦੀ ਹੈ। ਹਾਕ ਤੇ ਫਿਰ ਜਦੋਂ ਵੱਡਾ ਹੋ ਜਾਂਦਾ, ਰੋਟੀ ਖਾਂਦਾ, ਕਿੱਥੇ ਉਗਦੀ? ਹਾਕ ਵਿੱਚ। ਚਾਵਲ ਖਾਂਦਾ ਹਾਕ ਵਿੱਚ, ਸਬਜ਼ੀ ਖਾਂਦਾ ਹਾਕ ਵਿੱਚ। ਹਾਕ ਇਨਸਾਨ ਨੂੰ ਪਾਲਦੀ ਹੈ। ਇਨਸਾਨ ਦੀ ਮਾਂ ਐਵੇਂ ਨਹੀਂ ਆਂਦੇ, ਇਨਸਾਨ ਦੀ ਇੱਕ ਮਾਂ ਉਹ ਜਿਹੜੀ ਉਹਨੂੰ ਜਨਮ ਦਿੰਦੀ ਹੈ, ਦੂਸਰਾ ਉਹਨੂੰ ਪਾਲਦੀ ਹੈ। ਉਹ ਆਂਦੇ ਨੇ ਇਨਸਾਨ ਦੀ ਮਾਂ ਉਹਦੀ ਜ਼ਮੀਨ, ਉਹਦੀ ਮੱਟੀ ਹੈ। ਇਸ ਵਜ੍ਹਾ ਤੋਂ ਉਹਨੂੰ ਹਾਕ ਨੂੰ ਮਾਂ ਆਂਦੇ ਨੇ ਕਿ ਪੁੱਤਰ ਉਹ ਤੁਹਾਨੂੰ ਪਾਲ ਰਹੀ ਹੈ। ਤੁਹਾਡੇ ਪੈਦਾ ਹੋਣ ਤੋਂ ਲੈ ਕੇ ਅਖੀਰ ਤੱਕ ਹਾਕ ਦੇ ਵਿੱਚ ਹਰ ਸ਼ੈ ਉਗਦੀ ਜਿਹੜੀ ਤੁਸੀਂ ਖਾਂਦੇ ਹੋ। ਉਹ ਆਂਦਾ ਫਰੀਦਾ ਹਾਕ ਨਾ ਨਿੰਦੀਏ, ਹਾਕ ਨੂੰ ਤੁਸੀਂ ਭੈੜਾ ਨਾ ਆਖੋ, ਹਾਕ ਦੀ ਮਜ਼ੰਮਤ ਨਾ ਕਰੋ। ਹਾਕੋਂ ਜੇਡ ਨਾ ਕੋਈ, ਹਾਕ ਤੋਂ ਇਲਾਵਾ ਕੋਈ ਸ਼ੈ ਨਹੀਂ, ਹਾਕ ਤੋਂ ਅੱਡ ਕੋਈ ਸ਼ੈ ਨਹੀਂ, ਹਾਕ ਤੋਂ ਅਲੱਗਾ ਕੋਈ ਚੀਜ਼ ਨਹੀਂ। ਹਾਕ ਤੋਂ ਅਲੱਗਾ ਹੋ ਕੇ ਤੁਸੀਂ ਕਿਸੇ ਕੰਮ ਦੇ ਨਹੀਂ। ਉਹਦਾ ਜਿਉਂਦਿਆਂ, ਜਦੋਂ ਬੰਦਾ ਜ਼ਿੰਦਾ ਹੁੰਦਾ ਹੈ, ਜਿਉਂਦਿਆਂ ਪੈਰਾਂ ਥੱਲੇ, ਇਹ ਪੈਰਾਂ ਹੈ, ਤੇ ਮੋਇਆ ਮਰਿਆ ਹੋਇਆ ਉੱਪਰ ਹੋਏ। ਉੱਪਰ ਤੋਂ ਮੁਰਾਦ ਹੈ ਤੁਹਾਨੂੰ ਜਦੋਂ ਥੱਲੇ ਦੱਬਦੇ ਨੇ ਮਿੱਟੀ ਪਾ ਦਿੰਦੇ ਨੇ। ਫਰੀਦਾ ਹਾਕ ਨਾ ਨਿੰਦੀਏ, ਹਾਕ ਦੀ ਮਜ਼ੰਮਤ ਨਾ ਕਰੀਏ, ਹਾਕੋਂ ਜੇੜ ਨਾ ਕੋਈ, ਹਾਕ ਤੋਂ ਇਲਾਵਾ, ਹਾਕ ਤੋਂ ਅੱਡ ਕੋਈ ਚੀਜ਼। ਜਿਉਂਦਿਆਂ ਪੈਰਾਂ ਥੱਲੇ ਤੇ ਮੋਇਆਂ ਉੱਪਰ। ਠੀਕ ਹੋ ਗਿਆ ਜੀ। ਅੱਛਾ, ਇਸ ਤੋਂ ਅੱਗੇ ਨਾ ਨਮਾਜ਼ ਦੀ ਤਲਕੀਨ। ਅੱਛਾ ਪੁੱਤਰ, ਨਮਾਜ਼ ਦੇ ਬਾਰੇ ਤੁਹਾਨੂੰ ਜਿੰਨੀਆਂ ਹਦੀਸਾਂ ਹੁੰਦੀਆਂ ਨੇ ਤੁਸੀਂ ਇਹਦੀ ਐਕਸਪਲੇਨੇਸ਼ਨ ਇਹ ਲਿਖ ਸਕਦੇ ਹੋ। ਨਮਾਜ਼ ਇੱਕ ਜ਼ਰੂਰੀ ਇਬਾਦਤ ਹੈ ਜਿਹੜੀ ਅੱਲਾਹ ਪਾਕ ਨੇ ਕੁਰਾਨ ਪਾਕ ਦੇ ਵਿੱਚ ਤਕਰੀਬਨ ਨਮਾਜ਼ ਦਾ ਜ਼ਿਕਰ 732 ਮਰਤਬਾ ਆਇਆ। ਕਿੰਨੀ ਦਫਾ? 732 ਮਰਤਬਾ। ਤੇ ਇਹ 32 ਮਰਤਬਾ ਤੇ ਜ਼ਕਾਤ ਦੇ ਨਾਲ ਆਇਆ, ਬਾਕੀ 701 ਆਇਆ ਨਮਾਜ਼ ਕਾਇਮ ਕਰੋ, ਨਮਾਜ਼ ਕਾਇਮ ਕਰੋ ਔਰ ਜ਼ਕਾਤ ਅਦਾ ਕਰੋ। ਦੋ ਤੁਸੀਂ ਆਇਤਾਂ ਲਿਖਣੀਆਂ, ਔਰ ਨਮਾਜ਼ ਕਾਇਮ ਕਰੋ, ਫਿਰ ਲਿਖਣਾ ਨਮਾਜ਼ ਕਾਇਮ ਕਰੋ ਔਰ ਜ਼ਕਾਤ ਅਦਾ ਕਰੋ। ਫਿਰ ਇੱਕ ਹਦੀਸ ਲਿਖ ਦੇਣੀ ਹੈ ਕਿ ਨਮਾਜ਼ ਕਾਮਯਾਬੀ ਦੀ ਕੁੰਜੀ। ਅੱਲਾਹ ਪਾਕ ਨੇ ਫਰਮਾਇਆ ਕਿ ਨਮਾਜ਼ ਜਿਹੜੀ ਹੈ ਉਹ ਗੁਨਾਹਾਂ ਨੂੰ ਬਖਸ਼ਵਾਉਣ ਦਾ ਇੱਕ ਜ਼ਰੀਆ ਹੈ। ਨਮਾਜ਼ ਮੋਮਨ ਤੇ ਕਾਫਰ ਦੇ ਦਰਮਿਆਨ ਫਰਕ ਦੀ ਇੱਕ ਅਲਾਮਤ ਹੈ, ਠੀਕ ਹੈ। ਨਬੀ ਪਾਕ ਨੇ ਫਰਮਾਇਆ ਕਿ ਅਗਰ ਕਿਸੇ ਬੰਦੇ ਦੇ ਘਰ ਦੇ ਸਾਹਮਣੇ ਉਹ ਨਹਿਰ ਲੰਘਦੀ ਹੈ ਨਾ, ਉਹ 5 ਦਫਾ ਉਹਦੇ ਚ ਨਹਾਉਂਦਾ ਹੈ, ਤੇ ਕਿਆ ਉਹਦੇ ਜਿਸਮ ਤੇ ਕੋਈ ਮੈਲ ਕੁਚੈਲ ਰਹਿ ਜਾਏਗੀ? ਸਾਹਬਾ ਨੇ ਫਰਮਾਇਆ ਨਹੀਂ। ਉਹਨਾਂ ਕਿਹਾ ਇੰਜੇ ਜਿਹੜਾ ਬੰਦਾ 5 ਟਾਈਮ ਨਮਾਜ਼ ਪੜ੍ਹਦਾ, ਉਹਦੇ ਜਿਸਮ ਤੇ ਵੀ ਕੋਈ ਮੈਲ ਕੁਚੈਲ ਨਹੀਂ ਰਵੇਗੀ, ਉਹਦਾ ਕੋਈ ਗੁਨਾਹ ਉਹਦੇ ਜ਼ਿੰਮੇ ਨਹੀਂ ਰਵੇਗਾ, ਠੀਕ ਹੈ। ਇੱਕ ਦਿਨ ਨਬੀ ਪਾਕ ਸਾਹਬਾ ਇਕਰਾਮ ਦੇ ਨਾਲ ਜਾ ਰਹੇ ਸਨ, ਤੇ ਉਹਨਾਂ ਇੱਕ ਦਰਖਤ ਹਿਲਾਇਆ, ਸੁੱਕੇ ਪੱਤੇ ਸਨ, ਖਜ਼ਾਂ ਦਾ ਮੌਸਮ ਸੀ, ਉਹ ਡਿੱਗ ਪਏ ਪੱਤੇ। ਤੇ ਉਹਨਾਂ ਕਿਹਾ ਇਹ ਜਿਵੇਂ ਪੱਤੇ ਡਿੱਗੇ ਨੇ ਨਾ, ਇੰਜੇ ਹੀ ਨਮਾਜ਼ 5 ਟਾਈਮ ਪੜ੍ਹਨ ਵਾਲੇ ਬੰਦੇ ਦੇ ਗੁਨਾਹ ਡਿੱਗ ਪੈਂਦੇ ਨੇ, ਠੀਕ ਹੈ ਜੀ। ਇਹ ਚੀਜ਼ਾਂ ਤੁਸੀਂ ਐਡ ਕਰ ਸਕਦੇ ਹੋ।
ਉਹਨੂੰ ਫਰੀਦ ਕੀ ਫਰਮਾਉਂਦੇ ਨੇ, ਉਹਨਾਂ ਕਿਹਾ ਫਰੀਦਾ ਬੇਨਮਾਜ਼ਾ। ਇੱਥੇ ਨਾ ਕੁੱਤਿਆਂ ਦਾ ਲਫ਼ਜ਼ ਹੈ, ਠੀਕ ਹੈ, ਕੁਛ ਨੂੰ ਕੀਤਾ ਪੜ੍ਹਦੇ ਨੇ ਲੇਕਿਨ ਕੁੱਤਾ ਹੈ, ਆਪਣੇ ਆਪ ਨੂੰ ਨਫੀ ਕਰ ਰਹੇ ਨੇ ਆਪਣੀ ਜ਼ਾਤ ਦੀ। ਉਹਨਾਂ ਕਿਹਾ ਫਰੀਦਾ ਬੇਨਮਾਜ਼ਾ ਕੁੱਤਿਆ, ਐ ਨਾ ਭਲੀ ਰੀਤ, ਇਹ ਚੰਗੀ ਰਵਾਇਤ ਨਹੀਂ, ਭਲੀ ਭੁੱਲੀ ਨਹੀਂ ਪੜਨਾ, ਇਹ ਨਾ ਭਲੀ ਰੀਤ, ਇਹ ਚੰਗੀ ਰਵਾਇਤ ਨਹੀਂ। ਕਦੇ ਤੂੰ, ਕਦੇ ਮਤਲਬ ਕਦੀ ਵੀ, ਚੱਲ ਨਾ ਆਇਓ ਪੰਜੇ ਵਕਤ ਮਸਜਿਦ, ਤੂੰ ਕਦੀ 5 ਟਾਈਮ ਮਸਜਿਦ ਵਿੱਚ ਹੀ ਨਹੀਂ ਆਇਆ, ਮਸਜਿਦ ਮਸਜਿਦ ਨੂੰ ਆਉਂਦੇ ਨੇ। ਦੂਸਰਾ ਸ਼ੇਰ ਹੈ, ਉੱਠ ਫਰੀਦਾ ਸੁੱਤਿਆ, ਸੁੱਤਾ ਜਿਹੜਾ ਸਹਿਰੀ ਟਾਈਮ ਫਜਰ ਟਾਈਮ ਸੁੱਤਾ ਹੁੰਦਾ ਹੈ, ਤੇ ਝਾੜੂ ਦੇ ਮਸਜਿਦ, ਮਸਜਿਦ ਦੇ ਵਿੱਚ ਝਾੜੂ ਦੇ ਜਾ ਕੇ, ਠੀਕ ਹੈ। ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ। ਡਾਢ ਆਂਦੇ ਨੇ ਅੱਲਾਹ ਪਾਕ ਗਜ਼ਬ ਜਦੋਂ ਦਵੇ ਤੇ ਤਬਾਹੀ ਲਾ ਦਿੰਦਾ ਇਨਸਾਨ, ਕਰਮ ਕਰੇ ਤੇ ਇੰਤਹਾ ਕਰ ਛੱਡਦਾ। ਡਾਢਾ ਅੱਲਾਹ ਪਾਕ ਦੀ ਜ਼ਾਤ ਡਾਢੀ ਹੈ, ਉਹਦੇ ਨਾਲ ਪ੍ਰੀਤ ਪਾਈ ਆ, ਪਿਆਰ ਪਾਇਆ ਹੀ। ਤੇ ਉੱਠ, ਉਹ ਜਾਗ ਰਿਹਾ ਹੈ, ਅੱਲਾਹ ਪਾਕ ਕਹਿੰਦਾ ਕਿ ਮੈਂ ਰਾਤ ਨੂੰ ਜਾਗਦਾ, ਤੂੰ ਸੁੱਤਾ ਰੱਬ ਜਾਗਦਾ ਹੈ, ਤੂੰ ਸੁੱਤਾ ਹੈ ਤੇ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ ਹੈ, ਉੱਠ ਜਾ ਝਾੜੂ ਦੇ ਮਸਜਿਦ ਜਾ। ਠੀਕ ਹੈ ਜੀ, ਇਹ ਨਮਾਜ਼ ਦੀ ਤਲਕੀਨ। ਫਿਰ ਉਹਨਾਂ ਕਿਹਾ ਕਨਾਇਤ ਦਾ ਦਰਸ। ਕਨਾਇਤ ਤੋਂ ਮੁਰਾਦ ਉਹ ਹੁੰਦਾ ਹੈ ਕਿ ਜੋ ਅੱਲਾਹ ਪਾਕ ਨੇ ਦਿੱਤਾ ਉਹ ਤੇ ਸ਼ੁਕਰ ਕਰੋ, ਸਬਰ ਕਰੋ, ਠੀਕ ਹੈ। ਉਹਨਾਂ ਕਿਹਾ ਹੈਵਸ ਐਂਡ ਹੈਵਸ ਨਾਟ, ਜੋ ਤੁਹਾਡੇ ਕੋਲ ਹੈਵ ਹੈ ਨਾ, ਉਹਦੇ ਤੇ ਤੁਸੀਂ ਅੱਲਾਹ ਪਾਕ ਦਾ ਸ਼ੁਕਰ ਕਰੋ। ਫਿਰ ਅੱਲਾਹ ਪਾਕ ਨੇ ਕਿਹਾ ਕਿ ਮੇਰੇ ਕੋਲੋਂ ਸਬਰ ਔਰ ਸ਼ੁਕਰ ਦੇ ਜ਼ਰੀਏ ਮਦਦ ਤਲਬ ਕਰੋ, ਨਮਾਜ਼ ਔਰ ਸਬਰ ਦੇ ਜ਼ਰੀਏ ਮਦਦ ਤਲਬ ਕਰੋ, ਠੀਕ ਹੈ ਨਾ। ਉਹ ਇਹ ਹੀ ਕਨਾਇਤ, ਜਿਹੜੀ ਚੀਜ਼ ਜਿੰਨੀ ਤੁਹਾਡੇ ਕੋਲ ਮੌਜੂਦ ਹੈ ਉਹਦੇ ਤੇ ਰਾਜ਼ੀ ਹੋ ਜਾਣਾ ਹੀ ਕਨਾਇਤ ਹੁੰਦੀ ਹੈ ਬੇਸਿਕਲੀ। ਤੇ ਅੱਲਾਹ ਪਾਕ ਦੀ ਜਿਹੜੀ ਕਨਾਇਤ ਦਾ ਦਰਸ ਹੈ ਨਾ, ਉਹਦੇ ਵਿੱਚ ਇਹ ਫਰਮਾਉਂਦੇ ਨੇ, ਰੁੱਖੀ ਸੁੱਖੀ, ਰੁੱਖੀ ਕਹਿੰਦੇ ਨੇ ਬਿਲਕੁਲ ਜਿਹੜੀ ਰੁੱਖੀ ਹੁੰਦੀ ਏ, ਜਿਹਦੇ ਉੱਤੇ ਕੋਈ ਚੋਪੜੀ ਨਹੀਂ ਹੁੰਦੀ, ਸੁੱਕੀ ਰੋਟੀ ਖਾਂਦੇ ਹੋ ਨਾ ਤੁਸੀਂ, ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ। ਫਰੀਦਾ ਵੇਖ ਪਰਾਈ ਚੋਪੜੀ ਨਾ ਤਰਸਾਈ ਜੀ। ਮਤਲਬ ਤੁਹਾਡੇ ਕੋਲ ਜੋ ਅੱਲਾਹ ਪਾਕ ਨੇ ਦਿੱਤਾ ਹੈ ਨਾ, ਅਗਰ ਤੁਹਾਡੇ ਕੋਲ ਸਾਈਕਲ ਹੈ, ਮੋਟਰਸਾਈਕਲ ਹੈ, ਜਾਂ ਆਲਟੋ ਗੱਡੀ ਹੈ, ਜਾਂ ਮਹਿਰਾਨ ਗੱਡੀ ਹੈ, ਉਹਦੇ ਤੇ ਅੱਲਾਹ ਪਾਕ ਦਾ ਸ਼ੁਕਰ ਅਦਾ ਕਰੋ ਤੇ ਮਿਹਨਤ ਕਰਕੇ ਤੁਸੀਂ ਲਵੋ, ਲੇਕਿਨ ਕੰਪੈਰੀਜ਼ਨ ਨਾ ਕਰੋ। ਡੋਂਟ ਕੰਪੇਅਰ ਐਂਡ ਡੋਂਟ ਐਕਸਪੈਕਟ, ਡੋਂਟ ਇੰਟਰਫੇਅਰ। ਇਹ 3 ਪਾਲਿਸੀਜ਼ ਆਪਣੀ ਜ਼ਿੰਦਗੀ 'ਚ ਅਪਣਾ ਲਓ, ਤੁਸੀਂ ਕਾਮਯਾਬ ਰਹੋਗੇ। ਡੋਂਟ ਕੰਪੇਅਰ, ਆਪਣੇ ਆਪ ਨੂੰ ਦੂਸਰੇ ਨਾਲ ਕੰਪੇਅਰ ਨਹੀਂ ਕਰਨਾ। ਜਦੋਂ ਕੰਪੇਅਰ ਕਰੋਗੇ ਤੁਹਾਡੇ ਅੰਦਰ ਦੋ ਚੀਜ਼ਾਂ ਆਉਣਗੀਆਂ, ਜਾਂ ਤੁਸੀਂ ਆਪਣੇ ਆਪ ਨੂੰ ਇਨਫੀਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਕਰ ਲੋਗੇ, ਜਾਂ ਸੁਪੀਰੀਅਰਿਟੀ ਦਾ ਕਰ ਲੋਗੇ। ਇਨਫੀਰੀਅਰਿਟੀ ਦਾ ਕਰੋਗੇ ਤੇ ਤੁਹਾਡੇ ਅੰਦਰ ਹਸਦ ਆਏਗਾ, ਸੁਪੀਰੀਅਰਿਟੀ ਦਾ ਕਰੋਗੇ ਤੇ ਤੁਹਾਡੇ ਅੰਦਰ ਗਰੂਰ ਆਏਗਾ। ਦੋਵੇਂ ਚੀਜ਼ਾਂ ਅੱਲਾਹ ਪਾਕ ਨੂੰ ਨਹੀਂ ਪਸੰਦ। ਤੇ ਕਨਾਇਤ ਮਿਆਨਾ ਰਵੀ, ਕਨਾਇਤ ਦਾ ਦਰਸ ਜ਼ਿਆਦਾ ਬਿਹਤਰ। ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ, ਵੇਖ ਫਰੀਦਾ ਵੇਖ ਪਰਾਈ ਚੋਪੜੀ ਨਾ ਤਰਸਾਈ ਜੀ। ਆਪਣਾ ਜੀ ਨਾ ਤਰਸਾਈ, ਆਪਣਾ ਦਿਲ ਨਾ ਤਰਸਾ, ਠੀਕ ਹੈ ਨਾ। ਲੋਕਾਂ ਦੀ ਪਰਾਈ ਵੇਖ ਕੇ, ਲੋਕਾਂ ਦੀਆਂ ਵੱਡੀਆਂ ਸ਼ਾਵਾਂ ਵੇਖ ਕੇ, ਵੱਡੀਆਂ ਬਿਲਡਿੰਗਾਂ, ਵੱਡਾ ਪੈਸਾ, ਵੱਡੀ ਗੱਡੀ, ਠੀਕ ਹੈ। ਹੁਣ ਆਪਣੀ ਜ਼ਾਤ ਦੀ ਨਫੀ, ਠੀਕ ਹੈ, ਆਪਣੇ ਆਪ ਨੂੰ ਮਾਰਨਾ, ਆਪਣੇ ਆਪ ਨੂੰ ਛੋਟਾ ਸ਼ੋ ਕਰਨਾ, ਠੀਕ ਹੈ। ਜ਼ਾਤ, ਆਪਣੀ ਜ਼ਾਤ ਕੀ ਹੈ, ਇੱਕ ਬੰਦੇ ਦੇ ਅੰਦਰ ਮੈਂ ਹੁੰਦੀ ਹੈ, ਮੈਂ, ਠੀਕ ਹੈ, ਉਹ ਇਨਸਾਨ ਨੂੰ ਬੜਾ ਤੰਗ ਕਰਦੀ ਹੈ। ਮੈਂ ਇਹ ਕੀਤਾ, ਮੈਂ ਉਹ ਕੀਤਾ, ਇਹ ਚੀਜ਼ ਬਹੁਤ ਬੁਰੀ ਹੈ। ਅਗਰ ਤੁਸੀਂ ਕੋਈ ਕਾਮਯਾਬ ਹੋ ਜਾਂਦੇ ਹੋ ਨਾ, ਕੋਈ ਬੰਦਾ ਸਕਸੈਸਫੁਲ ਹੋ ਜਾਂਦਾ ਕਿਸੇ ਵੀ ਜ਼ਿੰਦਗੀ ਦੇ ਫੀਲਡ ਵਿੱਚ, ਉਹ ਕਹਿੰਦਾ ਮੈਂ ਕੀਤਾ, ਆਈ ਡਿਡ ਦਿਸ, ਆਈ ਡਿਡ ਦਿਸ, ਆਈ ਡਿਡ ਦਿਸ, ਵਗੈਰਾ ਵਗੈਰਾ ਵਗੈਰਾ, ਠੀਕ ਹੈ ਨਾ। ਆਈ ਕੈਨ ਡੂ, ਆਈ ਕੈਨ ਡੂ। ਅੱਲਾਹ ਪਾਕ ਨਾ ਚਾਹੇ ਤਾਂ ਬੰਦਾ ਕੁਝ ਵੀ ਨਹੀਂ ਕਰ ਸਕਦਾ। ਅੱਲਾਹ ਪਾਕ ਦੇ ਇੱਕ ਕੁਨ ਕਹਿਣ ਦੀ ਦੇਰ ਹੁੰਦੀ ਹੈ, ਨਾ ਇਨਸਾਨ ਕਰ ਸਕਦਾ, ਨਾ ਅੱਗੋਂ ਦੀ ਜੁਰਤ ਹੁੰਦੀ ਕਰਨ ਦੀ, ਠੀਕ ਹੈ। ਬਾਬਾ ਫਰੀਦ ਦਾ ਕਲਾਮ ਵੀ ਇਹੋ ਹੀ ਗੱਲ ਦੀ ਜਿਹੜਾ ਨਾ, ਉਹ ਆਉਂਦਾ ਕਿ ਤੁਸੀਂ, ਇਨਸਾਨ ਆਪਣੇ ਆਪ ਨੂੰ ਬੜਾ ਕੁਝ ਸਮਝਦਾ ਹੈ, ਲੇਕਿਨ ਅਗਰ ਗੌਰ ਕੀਤਾ ਜਾਏ, ਇਨਸਾਨ ਬੇਸਿਕਲੀ ਅੱਲਾਹ ਤਾਲਾ ਦੇ ਕੁਨ ਤੋਂ ਬਗੈਰ ਹਰ ਚੀਜ਼ ਉਹਦੀ ਰੁਕ ਜਾਂਦੀ ਹੈ, ਠੀਕ ਹੈ। ਉਹ ਇਨਸਾਨ ਆਪਣੇ ਆਪ ਨੂੰ ਅੱਲਾਹ ਦੇ ਮਕਸਦ ਤੋਂ ਹਟਾ ਲਵੇ, ਉਹਦਾ ਮੈਂ ਮਰ ਜਾਵੇ, ਤੇ ਫਿਰ ਇਨਸਾਨ ਜ਼ਿੰਦਗੀ 'ਚ ਕਾਮਯਾਬ ਹੈ। ਅਗਰ ਉਹ ਮੈਂ ਨਹੀਂ ਨਾ ਮਾਰਦਾ, ਤੇ ਉਹ ਇਨਸਾਨ ਸਮਝੋ ਕਿ ਪੂਰੀ ਜ਼ਿੰਦਗੀ ਉਹ ਭੈੜੇ ਕੰਮਾਂ 'ਚ ਉਹਨੇ ਗੁਜ਼ਾਰੀ, ਜਿੰਨੀ ਮਰਜ਼ੀ ਅਚੀਵਮੈਂਟਸ ਕਰ ਲੇ, ਉਹਨੂੰ ਅੱਲਾਹ ਪਾਕ ਉਹਨੂੰ ਨਹੀਂ ਪਸੰਦ ਕਰਦਾ। ਅਸਲ ਦੇ ਵਿੱਚ ਜਿਹੜੀ ਜ਼ਾਤ ਹੈ ਨਾ, ਉਹਦੀ ਨਫੀ ਤੋਂ ਮੁਰਾਦ ਹੈ ਆਜਜ਼ੀ ਤੇ ਇਨਕਸਾਰੀ। ਕੀ ਇਹ ਆਜਜ਼ੀ, ਇਨਕਸਾਰੀ, ਇਨਸਾਨ ਆजिज़ ਹੋ ਜਾਏ। ਅੱਲਾਹ ਪਾਕ ਨੂੰ ਆजिज़ी ਬੜੀ ਪਸੰਦ ਹੈ। ਇਨਸਾਨ ਜਿੱਡਾ ਮਰਜ਼ੀ ਵੀ ਮੋਤਬਰ ਹੋ ਜਾਏ, ਲੇਕਿਨ ਆजिज़ी ਤੇ ਇਨਕਸਾਰੀ ਨਾਲ ਚੱਲੇ। ਜਦੋਂ ਉਹ ਨਾ ਕਿ ਇਨਸਾਨ ਅਸਲ ਵਿੱਚ ਅਹੁਦਾ ਤੇ ਦੌਲਤ ਆਉਣ ਤੋਂ ਬਾਅਦ ਕੀ ਹੁੰਦਾ, ਉਹਦੇ 'ਚ ਸਭ ਤੋਂ ਵੱਡੀ ਇਸ਼ੂ ਹੁੰਦਾ ਕਿ ਉਹ ਮੌਲਾ ਅਲੀ ਸਲਾਮ ਦਾ ਫਰਮਾਨ ਹੈ, ਉਹ ਪਹਿਚਾਨਿਆ ਜਾਂਦਾ ਹੈ, ਉਹ ਜ਼ਾਹਿਰ ਹੁੰਦਾ ਹੈ, ਉਹ ਬਦਲਦਾ ਨਹੀਂ। ਇਹ ਹਿਸਾਬ ਹੈ, ਤੁਸੀਂ ਜਦੋਂ ਤੁਹਾਡੇ ਕੋਲ ਅਹੁਦਾ ਹੋਏ ਜਾਂ ਦੌਲਤ ਹੋਏ, ਤੁਸੀਂ ਆजिज़ ਰਹਿਣਾ। ਬਾਬਾ ਜੀ ਫਰਮਾਉਂਦੇ ਨੇ, ਫਰੀਦਾ ਕਾਲੇ ਮੇਢੇ ਕੱਪੜੇ ਤੇ ਕਾਲਾ ਹੀ ਮੇਢਾ ਵੇਸ। ਮੇਰਾ ਭੇਸ ਜਿਹੜਾ ਹੈ, ਭੇਸ ਜ਼ਾਹਰੀ ਸ਼ਕਲ ਸ਼ਬਾਹਤ, ਉਹ ਕਾਲਾ ਹੈ। ਕਾਲੇ ਤੋਂ ਮੁਰਾਦ
ਉਹਦੇ 'ਚ ਗੁਨਾਹ ਨੇ ਜ਼ਿਆਦਾ। ਗੁਨਾਹੀ ਭਰਿਆ ਮੈਂ ਫਿਰਾਂ ਤੇ ਲੋਕ ਕਹਿਣ ਦਰਵੇਸ਼, ਠੀਕ ਹੈ ਨਾ? ਹੁਣ ਲੋਕ ਕਹਿਣ ਦਰਵੇਸ਼, ਹੁਣ ਇਹ ਵੇਖੋ ਇੱਕ ਬੰਦਾ ਇੰਨਾ ਵੱਡਾ ਸਕਾਲਰ ਹੋ ਕੇ 2-3-4 ਜ਼ੁਬਾਨਾਂ ਦੇ ਅਬੂਰ ਹੈ, ਬਹੁਤ ਸਾਰੇ ਲੋਕਾਂ ਨੂੰ ਮੁਸਲਮਾਨ ਕਰ ਰਿਹਾ ਤੇ ਉਹ ਕੀ ਕਹਿੰਦਾ, ਫਰੀਦਾ ਮੇਰੇ ਕੱਪੜੇ ਵੀ ਕਾਲੇ ਨੇ ਤੇ ਮੇਰਾ ਭੇਸ ਵੀ ਕਾਲਾ ਹੈ, ਮੈਂ ਖੁਦ ਗੁਨਾਹਾਂ ਦਾ ਭਰਿਆ ਹਾਂ ਤੇ ਲੋਕੀ ਮੈਨੂੰ ਦਰਵੇਸ਼ ਦਰਵੇਸ਼ ਕਹਿੰਦੇ ਨੇ, ਠੀਕ ਹੈ? ਇਹ ਚੀਜ਼ ਹੈ, ਤੁਸੀਂ ਆਪਣੀ ਜ਼ਾਤ ਦੀ ਨਫੀ ਕਰਦੇ ਹੋ। ਹੁਣ ਇਹਦੇ 'ਚ ਇੱਕ ਫਲਸਫਾ ਹਯਾਤ ਬਿਆਨ ਕੀਤਾ ਹੈ, ਜ਼ਿੰਦਗੀ ਦਾ ਫਲਸਫਾ। ਉਹਨਾਂ ਨੇ ਫਰੀਦਾ, ਮੈਨੂੰ ਇੰਝ ਲੱਗਦਾ ਸੀ ਜ਼ਿੰਦਗੀ ਦੇ ਵਿੱਚ ਮੈਨੂੰ ਹੀ ਦੁੱਖ ਨੇ ਸਾਰੇ, ਲੇਕਿਨ ਨਹੀਂ। ਫਰੀਦਾ ਮੈਂ ਜਾਣਿਆ, ਮੈਨੂੰ ਲੱਗਿਆ दुख मुझको, सिर्फ मुझे दुख है, दुख सबा ए जग, मतलब ਪੂਰੇ ਜੱਗ ਦੇ ਅੰਦਰ ਇਹੋ ਹੀ ਦੁੱਖ ਹੈ। ਉਹਨੇ ਕਿਹਾ ਉੱਚੇ ਚੜ ਕੇ ਵੇਖਿਆ ਜਾਂ ਉੱਚਾ ਚੜ ਕੇ ਵੇਖਿਆ ਤਾਂ ਘਰ ਘਰ ਇਹ ਅੱਗ, ਘਰ ਘਰ ਦੇ ਵਿੱਚ ਇੱਕੋ ਹੀ ਅੱਗ ਲੱਗੀ ਹੈ, ਠੀਕ ਹੈ ਜੀ? ਇਹ ਜਿਹੜੀ ਚੀਜ਼ ਹੈ ਫਲਸਫਾ ਹਯਾਤ ਹੈ, ਇਨਸਾਨ ਸਮਝਦਾ ਕਿ ਜੋ ਮੈਂ ਬਰਦਾਸ਼ਤ ਕਰ ਰਿਹਾ, ਅੱਜ ਕੱਲ ਤੁਸੀਂ ਉਹ ਲੋਕ ਹੋ ਸਾਰੇ ਜਿਨ੍ਹਾਂ ਯੂਨੀਵਰਸਿਟੀ ਤੋਂ ਡਿਗਰੀਆਂ ਕੀਤੀਆਂ ਨੇ, ਸੀਐਸਐਸ ਦੀ ਕੰਪੀਟੀਸ਼ਨ ਦੇ ਵਿੱਚ ਆ ਗਏ ਹੋ, ਆਪਣੇ ਆਪ ਨੂੰ ਤੁਸੀਂ ਇਸ ਤਰਫ ਲੈ ਕੇ ਆਏ ਹੋ ਆਪਣੀ ਮਰਜ਼ੀ ਦੇ ਨਾਲ, ਤੇ ਤੁਸੀਂ ਸਮਝਦੇ ਹੋ ਕਿ ਮੇਰੀ ਇੰਗਲਿਸ਼ ਐਸੇ ਵੀਕ ਹੈ, ਕੰਪੋ ਵੀਕ ਹੈ, ਜਾਂ ਇੱਕ ਇੱਕ ਅਟੈਂਪਟ ਤੇ ਕੋਈ ਮਸਲਾ ਹੋ ਗਿਆ, ਨੈਕਸਟ ਅਟੈਂਪਟ ਪਤਾ ਨਹੀਂ, ਤੁਸੀਂ ਸਮਝਦੇ ਹੋ ਮੇਰੇ ਨਾਲ ਹੀ ਇਹ ਮਸਲਾ ਹੈ। ਨਹੀਂ, ਸਾਰੇ ਕੰਪੈਟੀਟਿਵ ਐਗਜ਼ਾਮੀਨੇਸ਼ਨ ਜਿਹੜਾ ਬੰਦਾ ਜਿਸ ਸਾਲ ਟਾਪ ਕਰ ਰਿਹਾ ਹੁੰਦਾ ਨਾ, ਉਹਨੂੰ ਵੀ ਇਹ ਆਈਡੀਆ ਨਹੀਂ ਹੁੰਦਾ ਕਿ ਮੈਂ ਇਸ ਸਾਲ ਟਾਪ ਕਰਨਾ ਹੈ, ਤੇ ਉਹ ਵੀ ਜਦੋਂ ਪਾਸ ਕਰ ਚੁੱਕਿਆ ਹੁੰਦਾ ਨਾ, ਉਹਨੂੰ ਵੀ ਨਹੀਂ ਪਤਾ ਹੁੰਦਾ ਕਿ ਮੈਂ ਹੀ ਟਾਪਰ ਹੋਵਾਂਗਾ। ਉਹ ਵੀ ਅਨਸਰਟੇਨਿਟੀ ਦਾ ਸ਼ਿਕਾਰ ਹੁੰਦਾ ਹੈ, ਕਿਉਂਕਿ ਬਹੁਤ ਸਾਰੇ ਟਾਪਰਸ ਨੇ ਸੀਐਸਐਸ ਦੁਬਾਰਾ ਦਿੱਤਾ ਤੇ ਦੁਬਾਰਾ ਟਾਪ ਤੇ ਨਹੀਂ ਕਰ ਸਕੇ, ਕਈ ਤੇ ਫੇਲ ਵੀ ਹੋ ਗਏ। ਇਸ ਵਾਰ ਤੋਂ ਇਹ ਫਲਸਫਾ ਹਯਾਤ ਹੈ, ਤੁਸੀਂ ਇਹਨੂੰ ਯਾਦ ਰੱਖ ਲੈਣਾ। ਇਸ ਤੋਂ ਇਲਾਵਾ ਵੀ ਆਮ ਰੂਟੀਨ ਦੇ ਵਿੱਚ, ਜ਼ਿੰਦਗੀ ਦੇ ਵਿੱਚ, ਫਰੀਦਾ ਮੈਂ ਜਾਣਿਆ ਦੁੱਖ ਮੁਝਕੋ, ਸਿਰਫ ਤੁਹਾਨੂੰ ਹੀ ਦੁੱਖ ਨਹੀਂ। ਅਗਰ ਤੁਸੀਂ ਕੁਝ ਲੋਕ ਅਨਇੰਪਲਾਇਡ ਹੋ ਜਾਂ ਜੌਬ ਨਹੀਂ ਸਟਾਰਟ ਕੀਤੀ, ਇਹ ਬਹੁਤ ਵੱਡਾ ਦੁੱਖ ਹੈ। ਇਨਸਾਨ ਅਨਇੰਪਲਾਇਡ ਬਹੁਤ ਜ਼ਿਆਦਾ ਸਟ੍ਰੈਸ ਦਾ ਸ਼ਿਕਾਰ ਹੁੰਦਾ, ਲੇਕਿਨ ਤੁਸੀਂ, ਇਹ ਕਾਲੀ ਰਾਤ ਇੱਕ ਦਿਨ ਖਤਮ ਹੋ ਜਾਂਦੀ, ਤੁਸੀਂ ਇਹਦੇ ਤੋਂ ਪਰੇਸ਼ਾਨ ਨਹੀਂ ਹੋਣਾ। ਤੁਸੀਂ ਮਿਹਨਤ ਕਰ ਰਹੇ ਹੋ, ਤੁਸੀਂ ਸਾਰੇ ਲੋਕਾਂ ਨੇ ਬਹੁਤ ਅੱਛੀ ਅੱਛੀ ਪੋਜੀਸ਼ਨ ਤੇ ਚਲੇ ਜਾਣੇ, ਠੀਕ ਹੈ? ਜਿਹੜੇ ਜੌਬ ਕਰ ਰਹੇ ਨੇ ਆਲਰੇਡੀ, ਉਹ ਇਸ ਚੀਜ਼ ਨੂੰ ਬਿਹਤਰ ਸਮਝ ਸਕਦੇ ਨੇ। ਉਹਨਾਂ ਦੇ ਉੱਤੇ ਪ੍ਰੈਸ਼ਰ ਸੁਸਾਇਟੀ ਦਾ ਖਤਮ ਹੋ ਜਾਂਦਾ ਹੈ। ਇਹ ਸੋਸ਼ਲ ਪ੍ਰੈਸ਼ਰ ਹੀ ਸਾਡੇ ਲੋਕਾਂ ਨੂੰ ਜ਼ਿਆਦਾ ਡਿਸਟਰਬ ਕਰਦਾ, ਜਿਹੜੇ ਮਿਡਲ ਕਲਾਸ ਲੋਕ ਹੁੰਦੇ ਨੇ। ਉਹਨੇ ਕਿਹਾ ਉੱਚੇ ਚੜ੍ਹ ਕੇ ਵੇਖਿਆ ਤੇ ਘਰ ਘਰ ਇਹੋ ਅੱਗ, ਠੀਕ ਹੈ ਜੀ? ਅੱਛਾ, ਉਸ ਤੋਂ ਬਾਅਦ ਤੁਸੀਂ ਹਰ ਕੁਐਸਚਨ ਦੇ ਐਂਡ ਤੇ ਮੁੱਕ ਦੀ ਗੱਲ ਲਿਖਣੀ। ਮੁੱਕ ਦੀ ਗੱਲ ਹੈ ਭਾਈ ਕਿ ਬਾਬਾ ਫਰੀਦ ਦੇ ਜਿਹੜੇ ਸ਼ਲੂਕ ਨੇ, ਤੁਸੀਂ ਆਪਣੇ ਕੁਐਸਚਨ ਨਾਲ ਵਾਪਸ ਟੁਰ ਜਾਣਾ ਹੈ। ਜਿਵੇਂ ਅਸੀਂ ਇੰਗਲਿਸ਼ ਐਸੇ ਦਾ ਇੰਟਰੋ ਲਿਖਣ ਤੋਂ ਬਾਅਦ ਕਨਕਲੂਜਨ ਦਿੰਦੇ ਹਾਂ ਨਾ, ਉਹੀ ਲਿਖਣਾ ਇੱਥੇ ਹਰ ਚੀਜ਼। ਨਾ ਸਿਰਫ ਬਿਹਤਰੀਨ ਸ਼ਾਇਰ ਦਾ ਉੱਚਾ ਤੇ ਸੁੱਚਾ ਨਮੂਨਾ ਨੇ ਸ਼ਾਇਰੀ ਦਾ, ਬਲਕਿ ਫਿਕਰੀ ਇਤਬਾਰ ਨਾਲ ਫਿਕਰ ਆਂਦੇ ਨੇ ਜੋ ਉਹਨਾਂ ਮੈਸੇਜ ਦਿੱਤਾ ਹੈ, ਇਸਲਾਮ ਦੀ ਤਬਲੀਗ ਤੇ ਅਖਲਾਕੀਆਤ ਦਾ ਦਰਸ ਕੀਤਾ ਉਹਨਾਂ। ਆਪ ਦੇ ਸ਼ਲੂਕ ਪੜ੍ਹ ਕੇ ਰੂਹਾਨੀ ਲਜ਼ਤ ਮਹਿਸੂਸ ਹੁੰਦੀ ਹੈ, ਦਿਲ ਚੰਗਿਆਈ ਵੱਲ ਮਾਇਲ ਹੁੰਦਾ ਹੈ, ਤੇ ਇਸ ਤੋਂ ਇਲਾਵਾ ਤੁਸੀਂ ਜਿੰਨਾ ਕੁਛ ਲਿਖ ਸਕਦੇ ਹੋ ਲਿਖ ਸਕਦੇ ਹੋ, ਠੀਕ ਹੈ ਨਾ? ਇਨਸਾਨ ਜ਼ਿੰਦਗੀ ਦਾ ਫਲਸਫਾ ਸਮਝਦਾ ਹੈ, ਦੀਨ ਦੇ ਨੇੜੇ ਹੁੰਦਾ ਹੈ, ਠੀਕ ਹੈ? ਇਨਸਾਨ ਆਪਣੇ ਆਪ ਨੂੰ ਪਹਿਚਾਣਦਾ ਹੈ ਕਿ ਮੈਂ ਕੀ ਹਾਂ, ਮੇਰਾ ਮਕਸਦ ਕੀ ਹੈ ਦੁਨੀਆ ਤੇ ਆਉਣ ਦਾ, ਤੇ ਉਹਨਾਂ ਆਮ ਲੋਕਾਈ ਨੂੰ ਮੁਖਾਤਬ ਕਰਕੇ ਬੇਸ਼ੁਮਾਰ ਲੋਕਾਂ ਨੂੰ ਮੁਸਲਮਾਨ ਕੀਤਾ ਹੈ, ਤੇ ਉਹਨਾਂ ਸ਼ਲੂਕ ਲਿਖ ਕੇ ਅਮਰ ਕਰ ਦਿੱਤੇ ਨੇ। ਇਹ ਸਾਰੀਆਂ ਗੱਲਾਂ ਤੁਸੀਂ ਲਿਖ ਸਕਦੇ ਹੋ। ਤੇ ਇਹਦੇ ਵਿੱਚ ਵੀ ਮੁੱਕਦੀ ਗੱਲ ਲਿਖਣ ਤੋਂ ਪਹਿਲਾਂ ਤੁਸੀਂ ਕਿਸੇ ਦਾ ਰੈਫਰੈਂਸ ਦੇ ਦਿਓ ਕਿ ਬਹੁਤ ਅਥੈਂਟਿਕ ਚੀਜ਼ ਹੋ, ਡਾਕਟਰ ਅਸਲਮ ਰਾਇਨਾ ਦਾ, ਅਸਮਤੁੱਲਾ ਜ਼ਾਖਰ ਦਾ, ਠੀਕ ਹੈ ਨਾ? ਤੇ ਜਾਂ ਜਿੰਨੇ ਵੀ ਸੂਫੀ ਸ਼ਾਇਰੀ ਦੇ ਉੱਤੇ ਕੰਮ ਕੀਤਾ ਹੈ, ਇਹਨਾਂ ਦਾ ਰੈਫਰੈਂਸ ਦੇ ਦਿਓ। ਅੱਛਾ, ਇਹਦੇ ਬਾਰੇ ਕੋਈ ਕੁਐਸਚਨ ਹੋਏ ਕਿਸੇ ਬੱਚੇ ਦਾ, ਤੇ ਐਨੀਵਨ ਕੈਨ ਆਸਕ, ਜਿਹੜੇ 12 ਲੋਕ ਇਸ ਗਰੁੱਪ 'ਚ ਹੈ, ਉਹ ਤੁਸੀਂ ਪੁੱਛ ਸਕਦੇ ਹੋ। ਐਵਰੀਵਨ ਇਜ਼ ਫ੍ਰੀ ਟੂ ਆਸਕ। ਕਿਸੇ ਨੇ ਅਨਮਿਊਟ ਕਰਨਾ ਹੈ ਤੇ ਉਹ ਮੈਂ ਕਰ ਦੇਣਾ, ਦੱਸੋ। समझ आ गई? मोहम्मद अब्दुल्ला। हाँ जी भाई, बोलें। अस्सलाम वालेकुम सर। जी बेटा। अच्छा सर, ये हर हेडिंग के अंदर ही हमने एक शेर लिखना है? मोहम्मद अब्दुल्ला, एक मिनट यार, इधर से मेरा माइक बंद है। हाँ, अब बोलें आप। सर मेरा क्वेश्चन ये है कि हर हेडिंग के अंदर हमने शेर लिखना है? हाँ जी बेटा, बिल्कुल हर हेडिंग के अंदर लिखनी है। और अच्छा सर, मेरा क्वेश्चन एक दूसरा ये भी है कि जिस तरह आपने क्वेश्चन वाइज हमें पढ़ाया, तो हो सकता है वो नेक्स्ट ईयर या उससे अगले साल वो बाबा फरीद गंज चक्कर पे किसी और तर्ज का क्वेश्चन पूछे,
तो एक ऐसे नहीं है कि बाबा फरीद के ऊपर जितना भी मटेरियल है वो हमें पढ़ाया जाए और उसके बाद एक आउटलाइन बनवाई जाए और उसके तहत फिर जो डाटा जहाँ पुट करना है उसी तरीके एक सस्टेनेबल तरीके से पुट किया जाए। ठीक हो गया। बस आपको क्वेश्चन हो गया? ठीक है। अच्छा, इसमें ये है कि बेटा, ये एक क्वेश्चन को मैंने एड्रेस नहीं किया। आप हम्म। जरा गौर करें, इसमें किसी भी तरह का क्वेश्चन आए, ये हेडिंग लाजमी है। असल में सही है। बाबा जी की तालीमात हैं, ठीक है। ये देखें, जी जी। पर पे क्वेश्चन है, इधर आ जाए। हम्म। ये अखलाकियात नो इंसानी जीवन दी कुंजी करार दे। अखलाकियात जहां जहां आई है मैंने बताई है, इसके अलावा बहुत सारा एडिशनल मटेरियल। अब ये देखें, इसमें जो हसब नसब है, ये आपके क्वेश्चन की डिमांड नहीं था। मैंने आपको बताया जी बिल्कुल बिल्कुल। तलीम तो तसव्वुफ नहीं था, ये बताया। आदत हम्म। हसन ये चीज़ें नहीं थी डिमांड। जो इंट्रोडक्शन था वो मैंने आपको बताया। अब ये भी एक मटेरियल है कि इनको गन शकर क्यों कहते हैं, ये मैंने आपको बताया। इस बार एडिशनल बिल्कुल। मटेरियल इस क्वेश्चन से हट के था, ठीक है। मैंने कोई चीज़ इसमें ठीक। छोड़ी नहीं। जोधन में तबलीग, ये आप लिख सकते हैं, ठीक है। अब ये देखिए, वफात, ये सारी जी चीज़ें बिल्कुल। तो मैंने आपको कहा था एडिशनल मटेरियल है। अब ये उसने ये नहीं पूछा कि इसने किस सनफ में शायरी की है, ये नहीं ना पूछा होगा। हम्म। मैंने आपको बताया कि सनफ शलूक है और शलूक की डेफिनेशन क्या है। अब ये शायरी की जो तमहीद बांधनी है, किसी भी तरह का क्वेश्चन आएगा आपने इसी तरह लिखना है। अब जिस जगह जो मैंने हलाकियात डाला है, आपने उस जगह मुतलका क्वेश्चन की चीजें डाल देंगे, ठीक है। ठीक हो गया सर। अच्छा, इसके आगे देख लें, मैं ये शलूक की डेफिनेशन आपने लाजमी करनी है। और ये इसकी क्वेश्चन की डिमांड नहीं है, लेकिन आपने इसकी सनफ ना बताई। जो जो शायर मैं पढ़ाऊंगा उसकी सनफ मैं आपको बताऊंगा। और जो अगर आपने ना बताई तो इट वुड बी अ ब्लंडर, ठीक है। पंजाबी सर लिखने से पहले सनफ को डिफाइन कर दें काइंडली। मैं कर देता हूँ, ठीक है ना। अब ये देखें, इसके बाद देखें, ये तसव्वुफ की डेफिनेशन आपको लिखवाई। और इसमें अब आपने देखना है कि अखलाकियात क्या और दूसरा क्या चल रहा है, सारे बच्चों के लिए। अब ये देखें, वहदतुल वजूद, जी जी। वहदतुल वजूद। अब अखलाकियात का इससे क्या ताल्लुक? अखलाकियात में एक एक तो ये चीज़ बता रहा है कि इंसान को अखलाकी तौर पे अपने आप को जंगल में बिठाने की बजाय वो किधर आ जाए, इधर आ जाए जहाँ पे उसको अल्लाह पाक मिल जाता है, उसकी शाह से भी करीब है। अब आप इसको किसी भी साइड पे मोल्ड कर सकते हैं। कैसे? अगर वो पूछे कि जनाब आपको इसमें अखलाकियात के अलावा कोई भी क्वेश्चन पूछे कि इनकी दीनी तबलीग के ऊपर नोट लिखें, ठीक है, इन्होंने जो लोगों को मुसलमान किया वो किस तरह किया है। फिर आप वहदतुल वजूद के कॉन्सेप्ट से बताएं कि एक कॉन्सेप्ट इब्नुल अरबी ने दिया था, उसकी नुमाइंदगी करते हुए बाबा फरीदुद्दीन गंजशकर ने लोगों को ये समझाया कि इस कॉन्सेप्ट का मतलब ये है, जंगल में बैठ के मजजूबी चोला ना अपनाएं, अपने आप को अल्लाह पाक से ला ताल्लुक ना करें। अल्लाह पाक जंगल में नहीं मिलेगा, आप जब दुनिया में रहेंगे तो फिर ही अल्लाह पाक मिलेगा, ठीक है। ये समझ आई आपको? ठीक। ठीक हो गया सर। तो इसमें जितना भी मैंने पढ़ाया ना, इसका मतलब ये सारी चीजें जो है ना, वो है, ठीक है। ठीक हो गया। बाकी सनफ जो को सनफ डिफाइन है, कर दें सर। सनफ का मतलब बेटा होता है किस्म, उसकी उसकी जमात, उसका तबका, उसका ग्रोह, उसका दर्जा, उसकी नस्ल, उसकी जात, उसका फन, ठीक है ना। उन्होंने किस किस्म की शायरी की है, ठीक है। सनफ जो है ना, अंग्रेजी जुबान में इसको जैनर कहते हैं, ठीक है। ठीक हो तो गया इसका सर। सारा जो मतलब होता है, उसका फन क्या है, उसमें किस किस्म की या किस तर्ज की बात करना चाहिए, वो तहरीरी ठीक। है या सूती है या बसरी है, उसकी बुनियाद अंदाज के महसूस मेयार के ऊपर कैसी है, ठीक है। ये सारी सनफ ठीक है हो गया उसका सर। ठीक फन। है सर। फन क्या था शायरी का? ठीक हो ओके। गया सर। अच्छा जी, और जिसने आमिना, जी बेटा। अस्सलाम वालेकुम सर। सर आपने तसव्वुफ़ की तारीफ़ के बाद जो आपने शेर लिखवाया था फ़रीदा शक्करखंड, सर इसकी जो दूसरी लाइन है ना कि सभे वसो मिठियाँ, सर इससे नेक्स्ट वाली मुझे समझ नहीं आई। कैन यू रिपीट दिस प्लीज़? अच्छा, ठीक हो गया, मैं आपको बता देता हूँ। मैंने तसव्वुफ में लिखवाया आपको, सबे वस्तो मिठियां वाला ना, रब ना पूजन तुद, वो वाला होगा। हाँ, ये ये देखें, सबे वस्तु मुराद, वस्त से मुराद है चीज़ां, ठीक है ना, शैवां। ए उत्ते जिन्नियां भी शैवां दित्तियां ने पुत्तर, सारियां मिठियां ने,
लेकिन रब ना पूजन तो जी रब दे जिक्र दी मिठास है या रब नाल दिल लान दी मिठास है, रब नाल मुहब्बत दी मिठास है, वो सारियां चीज़ां तो ज्यादा मिठी है। ठीक हो गया। दुनिया दी सारियां मिठियां चीज़ां उन्हें पहला जिक्र किया है। माखियों सबसे ज्यादा मिठास रखने वाली चीज़ है। माखियों कहते हैं शहद की, मक्खी का जो शहद होता है। ठीक है। अच्छा, इस तो अलावा और कौन है बच्चे? एक और बच्चा है जिसने हैंड रेज किया हुआ है। नो वन। अब सबको समझ आ गई है बेटा? अच्छा, इस तरह के बाकी आपने ना कल इस क्वेश्चन को लिमिटेड वे में लिख के मुझे ग्रुप में भेजना है। मैं इंशाल्लाह हाँ जी बेटा, अनम्यूट कर दिया होगा आपको। सर मेरा ये क्वेश्चन था कि सर मेरी इस्लामियात भी उर्दू में नहीं है, तो मैं थॉरली इंग्लिश में कर रही हूँ, तो मुझे ना पंजाबी लिखते हुए बहुत मसला हो रहा है। और राइटिंग भी एक तो बहुत ज़्यादा स्लो हो रही है और दूसरा वर्ड्स मीनिंग भी समझ नहीं आ रही। तो सर इसके लिए भी काइंडली टिप बताइएगा और ना लेंथ भी बताइएगा कि कितनी लेंथ का क्वेश्चन जो है वो हम मैक्सिमम अटेम्प्ट करें तो हमारे जो है ना मैक्सिमम मार्क्स आ सकते हैं। बेटा कल का लेक्चर आपने लिया था? सर मैंने लेट ज्वाइन किया था। चले, मैंने कल बताया था कि अगर आप 8 पेजेस का क्वेश्चन लिखे ना मिनिमम, जी, खूबसूरत और बड़ी बड़ी राइटिंग में लिखना है, लेंथी लिखना है, प्यारा प्यारा लिखना है। तो अगर आप 8 पेजेस का क्वेश्चन लिखेंगे ना मिनिमम, 9 पेजेस 8 पेजेस, वैसे तो कहते हैं 6 पेजेस एनफ होते हैं, लेकिन मेरा ख्याल है कि 6 से ज़्यादा 8 पेजेस ज़्यादा इफेक्टिव, जो आपको 87 88 प्लस लेके जाते हैं। और ये जो राइटिंग मैंने की है ना, इसमें सेम एज इट इज़ उर्दू है। सिर्फ आपने सीएसएस में ही तो इस्लामियात को उर्दू में लिया है, बाकी तो सारी ज़िंदगी आप उर्दू से मुंसलिक रही हैं, उर्दू पढ़ती लिखती रही हैं, मैट्रिक एफएससी तक, ऐसे ही है ना? तो उर्दू जी, पढ़ना तो कोई इशू नहीं है। ये चीज़ मैंने कल साबित की थी एक लेक्चर में कि 80% उर्दू ही है। ऑलमोस्ट हर चीज़ इमला पंजाबी की उर्दू ही है। इसमें कोई ऐसी चीज़ नहीं है कि आपको पढ़ना हो मुश्किल लगे। ठीक है? तो बाकी मैं आपको डेली बेसिस पे कोई ना कोई इमला साथ में करवाता रहूँगा, स्पेशल भी और इस लेक्चर के दौरान भी। और आपकी जो चीज़ है ना शेर, इनको मैं हर वर्ड को एक-एक सिंगल वर्ड को डिफाइन इसलिए करता हूँ कि कोई भी बच्चा जो पंजाबी सिर्फ उसने इसलिए रखी है कि नंबर आ जाए, उसके लिए भी मसला ना हो याद करने में। मैंने एक-एक वर्ड जो लिखा है वो आपको एक्सप्लेन किया है। ठीक है? ऐसा तो नहीं है कोई वर्ड आपको समझ ना आई हो, मैंने हर चीज़ क्लियर करने की कोशिश इसीलिए की है। आप साथ-साथ लिखती रहें और उसके बाद आप मुझे हर क्लास के बाद आप एक या उससे नेक्स्ट डे जब आपकी क्लास हो या वीकेंड पे आप 1 पेज 2 पेज लाज़मी लिख के भेजें हर बच्चा। मैं इवैल्यूएट करता रहूँगा उस चीज़ को, मुझे आइडिया हो जाएगा बच्चा अपना नाम लिख के नीचे लिख के भेजे। ठीक है? हाँ जी, ओके सर, फ़ातिमा। थैंक यू। जी, वेलकम। फ़ातिमा का क्वेश्चन है। जी, फ़ातिमा। अस्सलाम वालेकुम सर। सर ये 2022 में क्वेश्चन आया है कि 18वीं सदी ਦੇ ਸਿਆਸੀ ਹਾਲਾਤ ਤੇ ਬੁੱਲੇ ਸ਼ਾਹ ਤੇ सुल्तान बहू दी फिक्र नु किवें मुतासिर कीता वेरवा करो। तो इसके अंदर तो जो समझ आ रही है कि उन्होंने जो सियासी हालात थे सारे वो पूछे थे, तो इस क्वेश्चन को फिर कैसे हम लोग करेंगे? ज़बरदस्त। अच्छा, मैं आपको मज़े की बात बताऊँ, इस पेपर में ना जो मेरे स्टूडेंट थे, अब हम्म। उन्होंने ना बुल्ले शाह और सुल्तान बहू का जो पढ़ा हुआ था ना, वो लिख के आ गए। एक पहले सुन ले, मैं इसका जवाब देता हूँ। और बुल्ले शाह और सुल्तान बाहू जो हैं, उनका वो लिख के आ गए। आधा-आधा क्वेश्चन ना लिख दिया उन्होंने सारा, इंट्रोडक्शन मिक्स किया, फिर उसमें आधी वेटेज उसको, आधी वेटेज उसको। एक बच्चे के जो मैक्सिमम नंबर मैंने देखे हैं, उसके 84 हैं, एक के 86 हैं, मतलब इन 2 बच्चों के। वो ये सारा कुछ लिख के आए थे। मैंने उनको पूछा इस क्वेश्चन को आपने कैसे अटेम्प्ट किया? मकसद ये है कि पंजाबी में वो क्वेश्चन पूछता है, हर दफ़ा वो क्वेश्चन उसके पास बनाने के लिए कोई चीज़ नहीं है। वो सियासी, मुआशी, मशरती पहलू जो भी पूछेगा इन क्वेश्चन के अंदर हिडन है, छुपे हुए हैं। और हर क्वेश्चन जो है, अब भी देखें उसमें मैंने जब मैं आपको पढ़ाऊँगा ना, उसमें सियासत के 3-3 4-4 शेर मैं आपको अलहदा लिखवाऊँगा।
उसके अलावा जितने भी आपने जर्नल लिखना ही लिखना है, आपको लिखना पड़ेगा। उसके अलावा आपके क्वेश्चन की लेंथ पूरी नहीं होती, जब आपकी लेंथ पूरी नहीं होती तो आपको नंबर नहीं मिलते, ठीक है। इसी तरह जब ऐसे में आप लिख रही होती हैं 2500 से 3000 का ऐसे लिखना होता है, तो उसमें आपने लेंथ पूरी करने के लिए अपनी हेडिंग्स को वेटेज देते रहना होता है, हर चीज मतलब जो आउटलाइन होती है, यही सेम इसके साथ है, ठीक है। जिस दिन मैं आपको ये पढ़ाऊंगा आपको ये लिखवा दूंगा, आप देख लीजिए। ओके सर, थैंक यू। ठीक है, किसी और बच्चे का क्वेश्चन हो? आमिना कोसर, दोबारा आप पूछना चाह रही हो? नहीं सर, सॉरी सॉरी सॉरी, थैंक यू। अच्छा, मुझे एक चीज ये बता दें कि आपको समझ आई है सबको क्वेश्चन की, और ये तरीकेकार आपको कोई बेटर लगा, कोई आपने समझा कि बेहतर है इसी तरीके से मैं पढ़ाता रहूँ आपको? मैंने सबको अनम्यूट किया है, तो कोई भी बंदा बता सकते हैं कि इज इट फिजिबल, आपके लिए ये बेहतर है? एक दूसरा तरीका ये है कि मैं चारों शायर उनकी हेडिंग लिख के एक एक शेर लिखवा दूं और उसको एक्सप्लेन कर दूं और उनकी सनफ बता दूं। लेकिन आपको अगर ये फिजिबल लगे तो मैं इस तरह पढ़ाऊंगा एक एक एक्सप्लेनेशन के साथ, ठीक है। सर ये फिजिबल लगा है क्योंकि ये हेडिंग वाइज है, इसलिए समझ आया है। ठीक ठीक है, चले मैं इसी तरह पढ़ाऊंगा। दो तरीके हैं ना, एक तो ये शायरों का जो मोस्टली शायर लोग करते हैं ना, वो इस तरह करते हैं 8 दिन में पंजाबी खत्म कर देते हैं। वो इस तरह करते हैं कि इन चारों शायरों को, बल्कि 6 को वो इकट्ठा करते हैं, एक इंट्रोडक्शन लिखवाते हैं, उनमें नाम एडिट करवा देते हैं, फिर उसमें हेडिंग लिखवाते हैं 10, फिर उसमें एक एक शेर लिखवा देते हैं, और इनकी सनफ भी मेरे ख्याल में प्रॉपरली वो समझा नहीं पाते हैं। ये सीन एक ये तरीका भी होता है, एक ही दिन में सारे शायर खत्म हो जाते हैं, ठीक है, वो भी तरीका है। अगर आपने उस तरह करना हो तो वो हम उस तरह भी कर सकते हैं, लेकिन इस तरह भी हो जाएगा। मैं इस तरह पढ़ाता हूँ वैसे डिटेल के साथ, ठीक है। चलें जी, अल्लाह हाफिज़, अपना ख्याल रखें। कल की क्लास में इंशाल्लाह मुलाकात